ਕਦੀ ਕਦੀ ਮੈਨੂੰ ਐਂ ਲੱਗਦਾ ਹੁੰਦਾ ਵੀ ਜਿੱਦਾਂ ਘੜੀ ਦੀ ਸੂਈ ਸਕਿੰਟਾਂ ਵਾਲੀ ਰੁਕਦੀ ਨਹੀਂ ਨਾ, ਉਹ ਟਕ 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 ਅੱਗੇ ਤੁਰੀ ਜਾਂਦੀ ਰਹਿੰਦੀ ਹੈ। ਇੱਦਾਂ ਹੀ ਬਹੁਤ ਸਾਰਾ ਕੁਛ ਹੈ ਜਿਹੜਾ ਕਿ ਹੌਲੀ 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 ਅੱਗੇ ਵੱਧਦਾ, ਐਂਡ ਉਹਦੇ ਨਾਲ ਦੋ ਕੰਮ ਹੁੰਦੇ ਆ। ਜਦੋਂ ਉਹ ਸਕਿੰਟਾਂ ਵਾਲੀ ਸੂਈ ਅੱਗੇ ਅੱਗੇ ਚੱਲਦੀ ਆ ਤੇ ਇਹ ਗੱਲ ਕਲੀਅਰ ਹੈ ਵੀ ਜੇ ਹੁਣ ਇੱਕ ਤੇ ਆ ਤੇ ਉਹਨੇ ਇੱਕ ਨੂੰ ਪਿੱਛੇ ਛੱਡ ਦੇਣਾ ਤੇ ਦੋ ਵਾਲੇ ਪਾਸੇ ਨੂੰ ਵਧਣ ਲੱਗ ਪੈਣਾ। ਇਹੋ ਕੁਝ ਹੀ ਰੋਜ਼ ਦੀਆਂ ਖਬਰਾਂ 'ਚ ਹੁੰਦਾ ਵੀ ਕਈ ਵਾਰ ਖਬਰ ਜਿਹੜੀ ਇੱਦਾਂ ਜਾਪਦੀ ਵੀ ਦੋ ਪਤਾ ਨਹੀਂ ਹੈ ਕਿ ਨਹੀਂ ਹੈ, ਪਰ ਜਦੋਂ ਸਕਿੰਟਾਂ ਵਾਲੀ ਸੂਈ ਅੱਗੇ ਚੱਲਦੀ ਚੱਲਦੀ ਜਾਂਦੀ ਹੈ ਤੇ ਫਿਰ ਦੋ ਆ ਜਾਂਦਾ ਤੇ ਇੱਕ ਦਾ ਚੇਤਾ ਭੁੱਲ ਜਾਂਦਾ। ਕੁਛ ਇਹੋ ਜਿਹੇ ਅੱਜ ਵੀ ਹੈ, ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV, ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਫੋਕਸ, ਤੇ ਨਾਲ ਮੇਰਾ ਵੀਰ ਪਰਮਵੀਰ ਬਾਠ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ, ਸ਼ੁਕਰੀਆ। ਸਤਿ ਸ੍ਰੀ ਅਕਾਲ। ਤੇ ਕਿੱਦਾਂ ਮਤਲਬ ਕੱਲ ਦੇ ਕੈਪਸੂਲ ਨਾਲ ਫਰਕ ਪਿਆ ਕੁਛ? ਨਹੀਂ, ਕੈਪਸੂਲ ਨਾਲ ਫਰਕ ਹੀ ਪੈਣਾ ਸੀ, ਜਦ ਤੁਸੀਂ ਦੋ ਖਾ ਲੈਣੇ ਤੇ ਮੈਨੂੰ ਇੱਕ ਦੇਣਾ। ਨਹੀਂ, ਅੱਜ ਤੁਹਾਨੂੰ ਮੇਰੇ ਲਈ ਦੋ ਖਾ ਲਓ, ਮੈਨੂੰ ਕੀ ਮੁੜ ਕੇ ਲੀਵਰ ਚੁੱਕੀ ਫਿਰੋਂਗੇ? ਨਹੀਂ ਨਹੀਂ, ਕੋਈ ਗੱਲ ਨਹੀਂ। ਉਹ ਤਾਂ ਦੇਖੋ ਸਾਰੀ ਦੁਨੀਆ ਚੁੱਕੀ ਫਿਰਦੀ ਹੈ, ਕਿਉਂਕਿ ਇੱਥੇ ਹੁਣ ਆਪਾਂ ਪੰਜਾਬ ਵਾਲੇ ਪਾਸੇ ਲਾਈਏ ਤਾਂ ਸਾਰਿਆਂ ਦੇ ਕੋਲੇ 4-4 5-5 ਕੈਪਸੂਲ ਹੁੰਦੇ ਆ। ਤੁਹਾਡੇ ਹਿਸਾਬ ਨਾਲ ਤਾਂ ਲੀਵਰ ਕੱਢ ਕੇ ਉਹਨਾਂ ਨੇ ਜੇਬ 'ਚ ਪਾਏ ਹੋਆ। ਨਹੀਂ, ਪਰ ਇਹ ਵੈਸੇ ਵੀ ਦੇਖੋ ਜੀ, ਇਹ ਕਾਰਨ ਹੋ ਸਕਦਾ ਤੁਸੀਂ ਐਂ ਅੰਦਾਜ਼ਾ ਲਾਓ ਵੀ ਯਾਰ ਇਹ ਚੰਗੇ ਬੰਦੇ ਕੈਪਸੂਲ ਖਾ ਕੇ ਬਹਿ ਜਾਂਦੇ ਗੱਲਾਂ ਕਰਨ, ਪਰ ਹੁਣ ਆਪਾਂ ਹੀ ਦੱਸਣਾ ਵੀ ਨਹੀਂ ਵੀ ਕਾਹਦਾ ਕੈਪਸੂਲ ਖਾ ਲਈ। ਨਾ, ਲੋੜ ਹੀ ਨਹੀਂ। ਨਾਲੇ ਤੁਹਾਡਾ ਕੈਪਸੂਲ ਹੋਰ ਆ, ਮੇਰਾ ਹੋਰ ਆ। ਮੇਰਾ ਮਜਬੂਰੀ ਦਾ, ਤੁਹਾਡਾ ਜ਼ਰੂਰੀ ਦਾ। ਹਾਂ, ਪਰ ਦੇਖੋ ਖਾਸ ਗੱਲ ਇਹ ਹੈ ਵੀ ਖਾਣੇ ਇੱਕੋ ਡੱਬੀ 'ਚੋਂ ਹੈ ਨਾ, ਪਰ ਹੈ ਮਜਬੂਰੀ ਤੇ ਜ਼ਰੂਰੀ। ਹਾਂ, ਰੰਗ ਦਾ ਫਰਕ ਆ ਨਾ। ਨਹੀਂ ਨਹੀਂ, ਇਹ ਤਾਂ ਹੁਣ ਤੁਸੀਂ ਐਵੇਂ ਗੱਲਾਂ ਕੋਲ ਕਹਿੰਦੇ ਡੱਬੇ 'ਚ ਦੋ ਰੰਗ ਤਾਂ ਹੋ ਨਹੀਂ ਸਕਦੇ। ਉਹ 'ਚ ਭਾਵੇਂ ਅੱਛਾ ਹੁਣ ਇਹ ਵੀ ਆਖਣਾ ਉਹ ਭਾਵੇਂ ਕੈਪਸੂਲ ਇੱਕ ਹੀ ਆ, ਪਰ ਜਿਹੜੇ ਉਹਦੇ ਅੰਦਰ ਨਿੱਕੇ 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 ਦਾਣੇ ਆ ਨਾ, ਉਹਨਾਂ ਦੇ ਰੰਗਾਂ 'ਚ ਫਰਕ ਆ। ਅੱਛਾ WhatsApp ਗੱਲ ਇਹ ਆ ਜੀ ਵੀ ਕੁਦਰਤ ਵੀ ਬੜੀ ਕਰੋਪ ਹੈ ਨਾ। ਹੁਣ ਦੇਖੋ ਉੱਤਰਾਖੰਡ ਦੀਆਂ ਆਪਾਂ ਤਸਵੀਰਾਂ ਵੇਖ ਲਈਏ, ਕੇਰਲਾ ਦੀਆਂ ਵੇਖ ਲਈਏ, ਮੈਂ ਸੋਚਦਾ ਸੀ ਵੀ ਕਦੀ ਉਹਨਾਂ ਥਾਵਾਂ ਦੇ ਵਿੱਚ ਬੰਦਿਆਂ ਨੂੰ ਪਤਾ ਨਹੀਂ ਕਿੰਨਾ ਕਿੰਨਾ ਪੈਂਡਾ ਕਰਕੇ ਜਾਣਾ ਪੈਂਦਾ ਹੋਵੇ, ਯਾਰ ਕਿੱਧਰ ਚੱਲਿਆ, ਪਾਣੀ ਲੈਣ ਚੱਲਿਆ। ਤੇ ਹੁਣ ਵਿਚਾਰੇ ਇਹੋ ਹੀ ਸੋਚੀ ਜਾਂਦੇ ਵੀ ਆਹ ਜਿਹੜਾ ਪਾਣੀ ਸਾਨੂੰ ਦੂਰ ਦੂਰ ਤੱਕ ਦੀਦਾ ਚੁੱਕੂ ਕੱਢ ਲੇ। ਜੀ ਸੰਧਾਲੀਆ ਸਾਹਿਬ, ਮੈਂ ਕਿਉਂਕਿ ਉੱਤਰਾਖੰਡ ਦਾ ਤਾਂ ਹਰ ਸਾਲ ਕਦੇ ਟਿੱਗਾਂ ਡਿੱਗ ਪਈਆਂ, ਕਦੇ ਬੱਦਲ ਫਟ ਗਿਆ, ਕਦੇ ਹੜ੍ਹ ਆ ਗਿਆ, ਪੁਲ ਟੁੱਟ ਜਾਂਦੇ ਆ, ਘਰ ਢਹਿ ਜਾਂਦੇ ਆ, ਲੋਕਾਂ ਦੇ ਮਰਨ ਦੀ ਖਬਰ। ਪਿਛਲੇ ਸਾਲ ਦੇ ਘਰ ਅਜੇ ਲੋਕਾਂ ਨੇ ਬਣਾਏ ਨਹੀਂ ਹੁੰਦੇ, ਛੱਪਰ ਹੀ ਹੁੰਦੇ ਆ, ਅਗਲੇ ਸਾਲ ਦੀ ਕਰੋਪੀ ਫਿਰ ਆ ਜਾਂਦੀ ਹੈ। ਇੱਦਾਂ ਹੀ ਕੇਰਲਾ ਦੇ ਵਿੱਚ ਆ। ਕੇਰਲਾ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਵੀ ਹੜ੍ਹਾਂ ਦੇ ਕਰਕੇ, ਮੀਂਹ ਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਇੱਥੋਂ ਤੱਕ ਕਿ ਕੇਂਦਰ ਸਰਕਾਰ ਨੂੰ ਇੱਕ ਮੋਟੀ ਸਹਾਇਤਾ ਜਿਹੜੀ ਹੈ ਆਪਣੇ ਉਸ ਸੂਬੇ ਨੂੰ ਦੇਣੀ ਪਈ ਕਿ ਭਾਈ ਤੁਹਾਡਾ ਸਰਨਾ ਨਹੀਂ ਜਿੰਨਾ ਨੁਕਸਾਨ ਹੋ ਗਿਆ। ਹੜ੍ਹ ਤਾਂ ਇੱਥੇ ਵੀ ਆਉਂਦੇ ਆ, ਇੱਥੇ ਅੱਗਾਂ ਵੀ ਲੱਗਦੀਆਂ। ਨੁਕਸਾਨ ਕੁਦਰਤੀ ਕਰੋਪੀ ਸਾਰੇ ਮੁਲਕਾਂ 'ਚ ਆ, ਪਰ ਇਹ ਮੁਲਕ ਉਹਦੇ ਹਿਸਾਬ ਨਾਲ ਪ੍ਰਬੰਧ ਕਰਦੇ ਆ, ਉਹਦੇ ਹਿਸਾਬ ਦੇ ਨਾਲ ਕਿ ਕਿਸੇ ਨੂੰ ਮਰਨ ਨਹੀਂ ਦੇਣਾ। ਜਿੱਦਾਂ ਹੀ ਨੁਕਸਾਨ ਹੁੰਦਾ ਨਾਲ ਹੀ ਰੈਸਕਿਊ ਟੀਮਾਂ ਪਹੁੰਚ ਗਈਆਂ, ਲੋਕਾਂ ਨੂੰ ਬਾਹਰ ਕੱਢ ਲਿਆ, ਖਾਣ ਪੀਣ ਦਾ ਸਮਾਨ ਪਹੁੰਚਾਤਾ। ਅੱਧ ਵਿਚਾਲੇ ਨਹੀਂ ਛੱਡਦੇ ਲੋਕਾਂ ਨੂੰ। ਪਰ ਉੱਥੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਭਾਈ ਬਜਟ ਵੀ ਗੜਬੜਾਇਓ ਆ, ਜਨਸੰਖਿਆ ਵੀ ਬੜੀ ਹੈ, ਕੋਈ ਨਾ ਕੋਈ ਹੱਲ, ਕੋਈ ਨਾ ਕੋਈ ਰਾਹ ਜਿਹੜਾ ਕੱਢਣਾ ਪਊਗਾ। ਖਾਸ ਤੌਰ ਦੇ ਉੱਤੇ ਮੈਂ ਉੱਤਰਾਖੰਡ ਦੇ ਬਾਰੇ ਜਦੋਂ ਸੋਚਦਾ ਸੀ ਤਾਂ ਸਿੱਧਾ ਜਾ ਕੇ ਉੜੀਸਾ ਚੇਤੇ ਆਉਂਦਾ ਸੀ। ਹੁਣ ਉੱਤਰਾਖੰਡ ਪਹਾੜਾਂ 'ਚ ਹੈ, ਮੀਂਹ ਬਹੁਤ ਪੈਂਦੇ ਆ, ਬੱਦਲ ਫਟਦੇ ਆ, ਕਿਉਂਕਿ ਪਹਾੜਾਂ ਦੇ ਵਿੱਚ ਵੈਸੇ ਵੀ ਹੁਣ ਆਪਾਂ ਸਾਰਿਆਂ ਨੇ ਦੇਖਿਆ ਕਿ ਜਿੱਦਾਂ ਦੀ ਡਿਵੈਲਪਮੈਂਟ ਹੋ ਰਹੀ ਹੈ ਉਹ ਯੋਜਨਾ ਵੱਧ ਨਹੀਂ ਹੈਗੀ, ਉਹਦੇ ਕਰਕੇ ਨੁਕਸਾਨ ਥੋੜ੍ਹਾ ਜਿਹਾ ਵੱਧ ਹੁੰਦਾ ਹੈ। ਨਦੀਆਂ ਦੇ ਬੰਨ੍ਹ ਟੁੱਟਦੇ ਆ। ਹੁਣ ਇੱਦਾਂ ਹੀ ਉੜੀਸਾ ਸਮੁੰਦਰ ਦੇ ਕੰਢੇ ਤੇ ਅਕਸਰ ਉਹਦੀ ਉਦਾਹਰਨ ਦੇਣ ਨੂੰ ਜੀ ਕਰਦਾ ਹੁੰਦਾ, ਉੱਥੇ ਸਮੁੰਦਰੀ ਤੂਫਾਨ ਬੜੇ ਆਉਂਦੇ ਆ। ਹੁਣ ਸਮੁੰਦਰੀ ਤੂਫਾਨ ਨੇ ਕਿਹੜਾ ਦੱਸ ਕੇ ਆਉਣਾ, ਫਿਰ ਉਹਨਾਂ ਨੇ ਪ੍ਰਬੰਧ ਉੱਦਾਂ ਦੇ ਕੀਤੇ ਕਿ ਭਾਈ ਠੀਕ ਹੈ, ਜੇ ਤੂਫਾਨ ਨੇ ਆਉਣਾ ਤਾਂ ਆਪਾਂ ਨੂੰ ਇੱਦਾਂ ਦੇ ਮਜ਼ਬੂਤ ਜਿਹਾ ਸ਼ੈਲਟਰ ਹੋਮ ਬਣਾ ਦਿੰਦੇ ਹਰ ਇੱਕ ਪਿੰਡ 'ਚ, ਕਿ ਜਿੱਦਾਂ ਹੀ ਅਸੀਂ ਤੂਫਾਨ ਦਾ ਘੁੱਗੂ ਵਜਾਵਾਂਗੇ ਨਾਲ ਹੀ ਸਾਰਾ ਪਿੰਡ ਜਿਹੜਾ ਆਪਣੀਆਂ ਮੱਝਾਂ ਗਾਵਾਂ ਲੈ ਕੇ ਉੱਥੇ ਵੜ ਜਾਓ। ਨਾਲ ਹੀ ਪਿੰਡ ਦੇ ਵਿੱਚੋਂ ਡਾਕਟਰ ਨਹੀਂ ਉਡੀਕਣਾ ਕਿ ਐਂਬੂਲੈਂਸ ਘੂੰ ਕਰਦੀ ਆਊਗੀ ਤਾਂ ਸਾਡੇ ਲੋਕਾਂ ਦਾ ਇਲਾਜ ਕਰੂ। ਕਿਸੇ ਦੇ ਕੋਈ ਸੱਟ ਫੇਟ ਲੱਗ ਗਈ ਹੈ, ਕਿਸੇ ਨੂੰ ਕੋਈ ਹੋਰ ਬਿਮਾਰੀ ਠਮਾਰੀ ਹੈ, ਸ਼ੈਲਟਰ ਹੋਮ 'ਚ ਰਹਿੰਦੇ ਆ, ਪਿੰਡ ਦੇ ਹੀ ਲੋਕਾਂ ਦੀ ਫਸਟ ਏਡ ਟੀਮ ਆ, ਉਹਨਾਂ ਨੂੰ ਬਕਾਇਦਾ ਟ੍ਰੇਨਡ ਕੀਤਾ ਆ। ਤੁਸੀਂ ਭੱਜ ਕੇ ਕਿੱਥੇ ਜਾਣਾ, ਖਾਣ ਪੀਣ ਦਾ ਸਮਾਨ ਉੱਥੇ ਰੱਖਿਆ। ਜਦੋਂ ਅਸੀਂ ਕੁਦਰਤ ਨੂੰ ਨਹੀਂ ਰੋਕ ਸਕਦੇ, ਘੱਟੋ ਘੱਟ ਕੁਦਰਤੀ ਕਰੋਪੀ ਦੇ ਕਰਕੇ ਹੋਣ ਵਾਲੇ ਨੁਕਸਾਨ ਨੂੰ ਕਿੱਦਾਂ ਘਟਾਇਆ ਜਾ ਸਕਦਾ, ਉਹਦੇ ਤੋਂ ਬਾਅਦ ਲੋਕਾਂ ਦਾ ਮੁੜ ਵਸੇਵਾ ਕਿੱਦਾਂ ਹੋਣਾ, ਉਨੀ ਕੁ ਪਾਲਿਸੀ ਤਾਂ ਮਜ਼ਬੂਤ ਕੀਤੀ ਜਾ ਸਕਦੀ ਹੈ। ਨਹੀਂ, ਪਰ ਦੇਖੋ ਕਾਰਨ ਹੈ ਨਾ, ਇਹ ਉਦਾਹਰਨ ਤੇ ਤੁਸੀਂ ਬੜੀ ਇਹਨਾਂ ਦਿੱਤੀ ਹੈ। ਵੈਸੇ ਵੀ ਜੇ ਆਪਾਂ ਉੜੀਸਾ ਦੀ ਗੱਲ ਕਰਦੇ ਹਾਂ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਘੁੰਮ ਘੁਮਾ ਕੇ ਕੋਈ ਕਿਤੇ ਪਹੁੰਚ ਜੇ, ਗੱਲ ਤੇ ਲੀਡਰ ਦੇ ਸਿਰੋਂ ਹੀ ਚੱਲਦੀ ਹੈ ਨਾ। ਹੁਣ ਜੇ ਉਹ ਲੀਡਰ ਉਹੋ ਜਿਹਾ ਤੇ ਲੀਡਰ ਨੇ ਸੋਚੀ ਇਸੇ ਕਰਕੇ ਨਾ ਤੇ ਲੋਕ ਲੀਡਰ ਬਦਲਦੇ ਆ ਤੇ ਨਾ ਲੀਡਰ ਹੀ ਆਪਣੀਆਂ ਗੱਲਾਂ ਤੋਂ ਥਿੜਕਦਾ ਵੀ ਜੇ ਮੈਂ ਲੋਕਾਂ ਲਈ ਖੜਾ ਤੇ ਫਿਰ ਮੈਂ ਖੜਾ। ਮੇਰੇ ਖਿਆਲ ਨਾਲ ਜੇ ਇੱਦਾਂ ਹਰੇਕ ਸਟੇਟ ਵਾਲੇ ਨੂੰ ਲੱਗਣ ਲੱਗ ਪਏ ਵੀ ਯਾਰ ਮੈਂ ਖੜਾ ਲੋਕਾਂ ਲਈ, ਤੇ ਲੋਕਾਂ ਨੂੰ ਵੀ ਲੱਗੇ ਵੀ ਅਸੀਂ ਲੀਡਰ ਲਈ ਖੜਨਾ, ਆਪੇ ਹੀ ਸਿਆਪਾ ਨਾ ਪਵੇ। ਨਹੀਂ, ਗੱਲ ਤੁਹਾਡੀ ਠੀਕ ਆ, ਪਰ ਉੱਥੇ ਸਮੱਸਿਆ ਤੇ ਹੋਰ ਵੀ ਆ ਜਾਂਦੀ ਆ ਨਾ। ਅਗਲੇ ਕਹਿ ਵੀ ਸਕਦੇ ਆ ਕਿ ਉਹਨਾਂ ਨੂੰ ਤਾਂ 15-20 ਸਾਲ ਹੋ ਗਏ, ਉਹਨਾਂ ਨੇ ਮੁੱਖ ਮੰਤਰੀ ਬਦਲਿਆ ਨਹੀਂ। ਉੱਤਰਾਖੰਡ ਦੇ ਵਿੱਚ ਜਿੱਥੇ ਹਰ ਵਾਰੀ ਕਰੋਪੀ ਆਉਂਦੀ ਹੈ, ਉੱਥੇ ਤਾਂ ਮੌਸਮ ਬਦਲਣ ਦੇ ਨਾਲ ਹੀ ਮੁੱਖ ਮੰਤਰੀ ਬਦਲ ਜਾਂਦਾ। ਪਤਾ ਕੀ ਕਾਰਨ ਹੈ? ਇਹਦਾ ਮਤਲਬ ਇਹ ਹੋ ਗਿਆ ਵੀ ਜਦੋਂ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ,
ਮੈਂ ਕਈ ਵਾਰ ਇਹ ਸ਼ਬਦ ਵਰਤਦਾ ਹੁੰਦਾ, ਚਲੋ ਆਪਾਂ ਇੱਕ ਵਾਰ ਫੇਰ ਵਰਤ ਲੈਣੇ ਟੀਵੀ ਜੀ। ਬੰਦਾ ਸੋਚਦਾ ਵੀ ਓਕੇ ਜੀ 5 ਸਾਲ ਬਾਅਦ ਲੋਕਤੰਤਰੀ ਤਰੀਕੇ ਨਾਲ ਲੋਕਾਂ ਦੇ ਲਈ ਲੋਕਾਂ ਦੁਆਰਾ ਸਰਕਾਰ ਚੁਣੀ ਜਾਂਦੀ ਹੈ, ਪਰ ਮੈਨੂੰ ਲੱਗਦਾ ਹੁੰਦਾ ਵੀ 4.5 ਸਾਲਾਂ ਤੋਂ ਬਾਅਦ ਲੀਡਰਾਂ ਦਾ ਕੰਮ ਸ਼ੁਰੂ ਹੁੰਦਾ ਵੀ ਓਕੇ ਲੋਕਾਂ ਨੂੰ ਬੁੱਧੂ ਬਣਾਉਣਾ, ਫਿਰ 3-4 ਪਾਸਿਆਂ ਤੋਂ ਉਹ ਕੰਮ ਸ਼ੁਰੂ ਹੋ ਜਾਂਦਾ। 6 ਮਹੀਨੇ ਦਾ ਟਾਈਮ ਹੁੰਦਾ, 6 ਮਹੀਨੇ ਦੇ ਵਿੱਚ ਜਿਹੜਾ ਜ਼ਿਆਦਾ ਵਧੀਆ ਤਰੀਕੇ ਨਾਲ ਬਣਾ ਗਿਆ ਅਗਲੇ 4.5 ਸਾਲ ਉਹਦੇ। ਆ ਗੱਲ ਤਾਂ ਤੁਹਾਡੀ ਠੀਕ ਹੈ। ਮੈਂ ਜਿਹੜੀ ਤੁਹਾਡੀ ਸਟੇਟਮੈਂਟ ਸੀਗੀ ਪੜ੍ਹਦੇ ਤੇ ਇਹੀ ਆ, ਲਿਖਦੇ ਵੀ ਉਹੀ ਸੀ, 3 ਨੰਬਰ ਪੱਕੇ ਆਉਂਦੇ ਵੀ ਉਹਦੇ ਸੀ, 5 ਦੇ ਵਿੱਚੋਂ 4.5 4 ਕਿਉਂਕਿ ਪੱਕੀ ਰਟੀ ਹੁੰਦੀ ਸੀ। ਪਰ ਤੁਸੀਂ ਕਹਿੰਦੇ ਲੋਕਤੰਤਰ ਦੇ ਵਿੱਚ ਲੋਕਾਂ ਦੁਆਰਾ ਲੋਕਾਂ ਲਈ ਚੁਣੀ ਗਈ ਸਰਕਾਰ, ਪਰ ਹੁਣ ਤਾਂ ਹੋਰ ਹੈ ਨਾ ਕਿ ਲੋਕਾਂ ਦੁਆਰਾ ਲੋਕਾਂ ਲਈ ਚੁਣੇ ਗਏ ਵਿਧਾਇਕ ਤੇ ਹਰ 25-27 ਮਹੀਨੇ ਹਾਈ ਕਮਾਂਡ ਦੁਆਰਾ ਲੋਕਾਂ ਲਈ ਚੁਣਿਆ ਗਿਆ ਮੁੱਖ ਮੰਤਰੀ। ਤਾਂ ਜੇ ਕਿਸੇ ਪਾਰਟੀ ਦੀ ਹਾਈ ਕਮਾਂਡ ਨਹੀਂ ਹੈਗੀ ਤਾਂ ਪਾਰਟੀ ਪ੍ਰਧਾਨ ਨੂੰ ਮੁੱਖ ਮੰਤਰੀ ਚੁਣਨ ਲਈ ਦਿੱਤੇ ਗਏ ਸਾਰੇ ਅਧਿਕਾਰ। ਜਾਣੀ ਲੋਕਤੰਤਰ ਦੀ ਪਰਿਭਾਸ਼ਾ ਹੀ ਸਾਡੀਆਂ ਸਿਆਸੀ ਪਾਰਟੀਆਂ ਨੇ ਬਦਲ ਕੇ ਰੱਖ ਦਿੱਤੀ ਹੈ। ਬਸ ਇਹੀ ਇੱਕ ਮੇਰਾ ਖਿਆਲ ਫਰਕ ਆ, ਜਿਹਦਾ ਕਰਕੇ ਆ ਹਰੇਕ ਵਾਰ ਜਦੋਂ ਕੁਦਰਤ ਕਿਤੇ ਕਰੂਪ ਹੁੰਦੀ ਆ ਤੇ ਫਿਰ ਰਾਹ ਨਹੀਂ ਲੱਭਦਾ ਵੀ ਹੁਣ ਜਾਈਏ ਤੇ ਜਾਈਏ ਕਿੱਥੇ। ਜੀ। ਵੈਸੇ ਇਹ ਵੀ ਗੱਲ ਮੈਨੂੰ ਲੱਗਦਾ ਨਹੀਂ ਬਾਟ ਸਾਹਿਬ ਵੀ ਇਹ ਸੱਚੀ ਰਹਿ ਗਈ ਆ ਹੁਣ, ਕਿਉਂਕਿ ਕਈ ਵਾਰ ਇਦਾਂ ਹੁੰਦਾ ਨਾ ਵੀ ਲੋਕ ਤੇ ਚੁਣਦੇ ਆ, ਉਸ ਤੋਂ ਬਾਅਦ ਲੀਡਰ ਚੁਣਿਆ ਵੀ ਜਾਂਦਾ, ਫਿਰ ਲੀਡਰ ਪਾਰਟੀ ਬਦਲ ਲੈਂਦਾ, ਫਿਰ ਉਹ ਕਹਿੰਦੇ ਵੀ ਹਾਂਜੀ ਕਿਹੜੀ ਪਾਰਟੀ, ਜੋ ਕਹਿੰਦੇ ਮੇਰੀ ਨਵੀਂ ਪਾਰਟੀ ਆ। ਉਹ ਕਹਿੰਦੇ ਨਵੀਂ ਪਾਰਟੀ ਦੇ ਗਏ, ਅਸੀਂ ਗੂਗਲ ਤੇ ਚੈੱਕ ਕੀਤਾ ਉਹਦੇ ਤੁਸੀਂ ਪੁਰਾਣੀ ਪਾਰਟੀ ਦੇ ਵੱਜਦੇ ਆ ਜੇ। ਨਹੀਂ ਇਦਾਂ ਦੀ ਗੱਲ ਕੋਈ ਨਹੀਂ, ਥੋੜ੍ਹਾ ਚਿਰ ਚੱਲਦਾ ਰਹਿੰਦਾ, ਫਿਰ ਉਹ ਕਹਿੰਦੇ ਵੀ ਅੱਜ ਕੱਲ੍ਹ ਕਿਹੜੀ ਪਾਰਟੀ, ਨਹੀਂ ਹੁਣ ਮੈਂ ਉਸ ਤੋਂ ਪਹਿਲੀ ਪਾਰਟੀ 'ਚ ਹਾਂ, ਪਰ ਤੁਸੀਂ ਤਾਂ ਪਿਛਲੇ ਨਾਲ ਕਹਿੰਦੇ ਤੁਸੀਂ ਪਿਛਲੀ ਪਾਰਟੀ 'ਚ ਆ। ਨਹੀਂ ਉਹ ਪਾਰਟੀ ਮੈਂ ਛੱਡਤੀ ਆ, ਪਰ ਗੂਗਲ ਤੇ ਕਹਿੰਦਾ ਤੁਸੀਂ ਹਜੇ ਵੀ ਫਲਾਨੀ ਪਾਰਟੀ 'ਚ ਆ। ਉਹ ਹੁਣ ਅਸਤੀਫਾ ਨਹੀਂ ਮਨਜ਼ੂਰ ਕਰਦੇ ਕਰੀਏਗੀ, ਪਰ ਫਾਈਨਲੀ ਕਹਿੰਦੇ ਉਹ ਉਧਰੋਂ ਹੀ ਸਾਹ ਸੌਖਾ ਹੋ ਗਿਆ। ਨਹੀਂ, ਇੱਕ ਗੱਲ ਤਾਂ ਪੱਕੀ ਹੈ ਨਾ, ਕਦੇ ਕਹਿੰਦੇ ਹੁੰਦੇ ਆ ਕਿ ਮਿੱਤਰਾਂ ਦੇ ਨਾਲ ਰਕਾਟ ਬੋਲਦੇ ਆ। ਗੂਗਲ ਨੂੰ ਸਭ ਤੋਂ ਤੇਜ਼ ਸਮਝਿਆ ਜਾਂਦਾ ਕਿ ਤੁਹਾਨੂੰ ਕੁਝ ਨਹੀਂ ਪਤਾ ਲੱਗਦਾ, ਕੜਕੜ ਕਰੋ, ਪਰ ਸਾਡੇ ਲੀਡਰ ਗੂਗਲ ਤੋਂ ਵੀ ਤੇਜ਼ ਹੈ। ਗੂਗਲ ਅਜੇ ਸਾਡੇ ਲੀਡਰਾਂ ਦੀ ਪਾਰਟੀ ਨੂੰ ਅਪਡੇਟ ਨਹੀਂ ਕਰਦੀ, ਪਰ ਸਾਡੇ ਲੀਡਰ ਪਾਰਟੀ ਅਪਡੇਟ ਕਰ ਲੈਂਦੇ ਆ। ਹੁਣ ਤੁਸੀਂ ਦੇਖੋ ਕਿ 2018 ਚ 17 ਚ ਵੋਟਾਂ ਪੈਂਦੀਆਂ, ਸੁਖਪਾਲ ਸਿੰਘ ਖਹਿਰਾ ਸਾਹਿਬ ਐਮਐਲਏ ਚੁਣੇ ਜਾਂਦੇ ਆ। ਉਹਦੇ ਤੋਂ ਬਾਅਦ 18 ਦੇ ਵਿੱਚ ਉਹਨਾਂ ਦਾ ਪਾਰਟੀ ਦੇ ਨਾਲ ਥੋੜ੍ਹਾ ਜਿਹਾ ਮੋਹ ਭੰਗ ਹੋ ਜਾਂਦਾ ਹੈ। 2019 ਦੇ ਵਿੱਚ ਉਹ ਅਸਤੀਫਾ ਦੇ ਦਿੰਦੇ ਆ, ਕਿਉਂਕਿ ਉਹਨਾਂ ਨੇ ਪੰਜਾਬ ਏਕਤਾ ਪਾਰਟੀ ਬਣਾ ਲਈ ਸੀ। ਉਹਦੇ ਤੋਂ ਬਾਅਦ ਅਸਤੀਫਾ ਦੇ ਦਿੰਦੇ, ਇਲੈਕਸ਼ਨ ਵੀ ਲੜਦੇ ਆ, ਕਈ ਕੁਛ ਹੁੰਦਾ। ਤੁਸੀਂ ਦੇਖੋ ਕਿ ਸਾਡੇ ਸਪੀਕਰ ਸਾਹਿਬ ਵੀ ਕਿੰਨੇ ਤੇਜ਼ ਚੱਲਦੇ ਨੇ, ਚਾਂਸ ਵੀ ਕਿੰਨੇ ਦਿੱਤੇ ਜਾਂਦੇ ਆ ਕਿ ਭਾਈ ਤੁਸੀਂ ਆ ਕੇ ਆਪਣਾ ਪੱਖ ਪੇਸ਼ ਕਰੋ ਕਿ ਅਸਤੀਫਾ ਤੁਸਾਂ ਲਿਖਿਆ, ਅਸਤੀਫਾ ਕਿਤੇ ਤੁਹਾਡੇ ਤੋਂ ਕਿਤੇ ਕਿਸੇ ਮੰਦ ਭਾਵਨਾ ਨਾਲ ਤਾਂ ਨਹੀਂ ਲਿਖਾ ਲਿਆ ਤੁਸੀਂ। ਇੱਕ ਹੁੰਦਾ ਵੀ ਤੁਸੀਂ ਲਿਖਿਆ ਕਿ ਲਿਖਿਆ ਗਿਆ ਕਿਤੇ, ਵੀ ਕਿਤੇ ਲਿਖਿਆ ਤਾਂ ਨਹੀਂ ਗਿਆ ਤੁਹਾਡੇ ਤੋਂ। ਹਾਂ ਜੀ, ਲਿਖਿਆ ਗਿਆ ਤੇ ਫਿਰ ਤਾਂ ਦੱਸ ਦਿਓ, ਜੇ ਤੁਸੀਂ ਵਾਕਈ ਲਿਖਿਆ ਫਿਰ ਠੀਕ ਹੈ। ਮੈਂ ਇਹ ਵੀ ਦੇਖਦਾ ਸੀ ਕਿ ਜਿਹੜੇ ਲੀਡਰਾਂ ਨੇ ਪਿਛਲੇ ਸਮੇਂ 'ਚ ਅਸਤੀਫੇ ਦਿੱਤੇ ਆ, ਪਹਿਲਾਂ ਆਮ ਆਦਮੀ ਪਾਰਟੀ ਤੋਂ ਪੰਜਾਬ ਏਕਤਾ ਪਾਰਟੀ, ਫਿਰ ਉਹਦੇ ਤੋਂ ਬਾਅਦ ਕਾਂਗਰਸ ਪਾਰਟੀ, ਕਿ ਉਹ ਢਿੱਲੇ ਬਹੁਤ ਰਹੇ ਪਿਛਲੇ ਸਮੇਂ 'ਚ ਨਾ। ਕਿਉਂਕਿ ਮੈਂ ਨਹੀਂ ਕਹਿੰਦਾ ਸਾਰੇ ਸਿਹਤਯਾਬ ਰਹਿਣ, ਅਸੀਂ ਸੁੱਖ ਮੰਗਦੇ ਆ ਸਾਰਿਆਂ ਦੀ, ਪਰ ਕਈ ਵਾਰੀ ਸਪੀਕਰ ਸਾਹਿਬ ਨੂੰ ਅਗਲਿਆਂ ਨੇ ਲਿਖ ਭੇਜਿਆ ਸੀ ਕਿ ਚਿੱਤ ਨਹੀਂ ਤਕੜਾ, ਸਿਹਤ ਨਹੀਂ ਠੀਕ, ਐਤਕੀ ਨਹੀਂ ਆਇਆ ਜਾਣਾ, ਅਗਲੀ ਵਾਰੀ ਦੇਖਦੇ ਆ। ਮੈਨੂੰ ਲੱਗਦਾ ਵੀ ਹੁਣ ਨਾ ਗੂਗਲ ਵਾਲੇ ਫਿਰ ਤਿਆਰ ਰਹਿਣ, ਕਿਉਂਕਿ ਜਿਸ ਹਿਸਾਬ ਨਾਲ ਮਾਹੌਲ ਚੱਲ ਜਿਹੜੀ ਪਾਰਟੀ 'ਚੋਂ ਗਏ ਨੇ ਉਹਦੇ 'ਚ ਚੱਲਣ ਡਿਆ, ਇਹ ਨਾ ਹੋਏ ਵੀ ਉਧਰੋਂ ਕੰਡਕਟਰ ਜੇ ਪਿਛਲੀ ਵਾਰੀ ਚੜੇ ਤੇ ਸਵਾਰੀ ਅਗਲੀ ਵਾਰੀ ਉਤਰ ਵੀ ਜਾਵੇ ਤੇ ਫਿਰ ਯਾਰ ਇੱਥੇ ਸੀਗਾ ਤੇ ਸਹੀ ਬੰਦਾ ਹੋਣੇ, ਕਹਿੰਦੇ ਨਹੀਂ ਉਹ ਤੇ ਉਤਰ ਗਿਆ ਅੱਡੇ ਤੇ। ਕਿਉਂਕਿ ਇਹ ਵੀ ਰੌਲਾ ਚੱਲ ਪਿਆ, ਹੁਣ ਪਤਾ ਨਹੀਂ ਇਹ 'ਚ ਰੱਬ ਜਾਣੇ ਕਿੰਨਾ ਟਾਈਮ ਅਗਲੇ ਲਾਉਂਦੇ ਕਿੰਨਾ ਨਹੀਂ ਲਾਉਂਦੇ, ਹੈ ਨਾ। ਮਾਲਕ ਅਗਲੇ ਨੇ ਭਾਈ ਸਾਹਿਬ ਜਿਨ੍ਹਾਂ ਨੇ ਕਿਹਾ ਵੀ ਆਪਾਂ ਹੁਣ ਨਵੀਂ ਪੋਲੀਟੀਕਲ ਪਾਰਟੀ ਬਣਾਉਣੀ ਹੈ। ਸੰਧਾਲੀਆ ਸਾਹਿਬ ਦੇਖੋ, ਖਹਿਰਾ ਸਾਹਿਬ ਦਾ ਅਸਤੀਫਾ ਮਨਜ਼ੂਰ ਹੋ ਗਿਆ। ਮੈਂ ਪਹਿਲਾਂ ਉਹ ਨਿਬੇੜਦੇ ਆ ਕਿ ਹੁਣ ਉੱਥੇ ਜ਼ਿਮਨੀ ਚੋਣ ਨਹੀਂ ਹੋਣੀ। ਇਹ ਨਾ ਹੋਵੇ ਕਿ ਭਲੱਥ ਵਿਧਾਨ ਸਭਾ ਹਲਕੇ ਵਾਲੇ ਕਹਿਣ ਇੱਕ ਵਾਰੀ ਹੁਣ ਵੋਟਾਂ ਪੈਣੀਆਂ ਤੇ ਇੱਕ ਵਾਰੀ 22 ਚ ਪੈਣੀਆਂ। ਨਹੀਂ ਉਹ ਕਹਿ ਨਹੀਂ ਸਕਦੇ ਨਾ, ਕਿਉਂਕਿ ਉਹਨਾਂ ਨੂੰ ਤੇ ਆ 2-3 ਮਹੀਨੇ ਮਹਾ ਇਹੋ ਰਟਣ 'ਚ ਹੀ ਲੱਗ ਜਾਣਾ ਟਾਈਮ ਵੀ ਓਕੇ ਹੁਣ ਖਹਿਰਾ ਸਾਹਿਬ ਆਪ ਵਾਲੇ ਨੇਗੇ, ਉਹ ਜਿਹੜੇ ਦੂਜੇ ਭਾਈ ਸਾਹਿਬ ਸੀਗੇ ਉਹ ਹੁਣ ਆਪ ਵਾਲੇ ਆ, ਅੱਛਾ ਉਹ ਕਾਂਗਰਸ ਵਾਲੇ ਨੇਗੇ। ਜਦੋਂ 2-3 ਦਿਨਾਂ ਕੀਤਾ ਤੇ ਉਸਦਾ ਵੀ ਮਾਤਾ ਹੀ ਥਾਪੀ ਕੱਢ ਲੈ ਨਿਆਣਿਆਂ ਦੁਆਰਾ, ਜਾਓ ਦਫਾ ਹੋ, ਮੈਂ ਵੋਟ ਹੀ ਨਹੀਂ ਪਾਉਣੀ, ਮੈਂ ਦੇਖੂ ਉਹਦੇ ਨੂੰ ਹੁਣ ਦੱਸੂ ਕੋਲ ਆਉਂਦੇ ਆ ਤਾਂ ਮੇਰੇ। ਆਹੋ ਹੁਣ ਸੰਧਾਲੀਆ ਸਾਹਿਬ, ਕੈਪਟਨ ਅਮਰਿੰਦਰ ਸਿੰਘ ਹੋਰੀ ਕਾਂਗਰਸ ਪਾਰਟੀ ਦੇ ਲੀਡਰ ਨੇ ਗੂਗਲ ਦੇ ਹਿਸਾਬ ਨਾਲ, ਤੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਸੱਦਾ ਪੱਤਰ ਵੀ ਆਇਆ ਸੀ ਕਿ ਦੇਖੋ ਬੀਬੀ ਸੋਨੀਆ ਗਾਂਧੀ ਨੂੰ ਮਿਲ ਲਓ, ਗੱਲ ਕਿਹੜੀ, ਅਸੀਂ ਤੁਹਾਡੀ ਇੱਜ਼ਤ ਬਹੁਤ ਕਰਦੇ ਹਾਂ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ, ਉਹਨਾਂ ਨੇ ਕਲੀਅਰ ਕਰ ਦਿੱਤਾ, ਉਹ ਕਹਿੰਦੇ ਜੀ ਦੇਖੋ ਪੰਜਾਬ ਦੇ ਵਿੱਚ ਨਵੀਂ ਸਿਆਸੀ ਪਾਰਟੀ ਬਣਾਵਾਂਗਾ, ਬੜੀ ਜਲਦ ਬਣਾਵਾਂਗਾ। ਪੰਜਾਬ ਕਿਉਂਕਿ ਬਾਰਡਰ ਸਟੇਟ ਹੈ, ਪਾਕਿਸਤਾਨ ਨਾਲ ਲੱਗਦਾ, ਇੱਥੋਂ ਦੇ ਲੋਕਾਂ ਦੀ ਸੁਰੱਖਿਆ, ਪੰਜਾਬ ਸੂਬੇ ਦੀ ਸੁਰੱਖਿਆ ਮੇਰੇ ਲਈ ਸਭ ਤੋਂ ਪਹਿਲਾਂ। ਤੇ ਹੁਣ ਉਹਨਾਂ ਨੇ ਵੀ ਕਹਿ ਦਿੱਤਾ ਕਿ ਬੜੀ ਛੇਤੀ ਕੇਂਦਰ ਦੀ ਸਰਕਾਰ ਕਿਸਾਨ ਧਿਰਾਂ ਦੇ ਨਾਲ ਗੱਲਬਾਤ ਸ਼ੁਰੂ ਕਰੂਗੀ। ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਿਸਾਨ ਅੰਦੋਲਨ ਇੱਕ ਪਾਸੇ ਲੱਗੂਗਾ, ਉਹਨਾਂ ਦੀਆਂ ਮੰਗਾਂ ਦੇ ਉੱਤੇ ਕੇਂਦਰ ਸਰਕਾਰ ਦੇ ਨਾਲ ਉਮੀਦ ਹੈ ਕਿ ਸਹਿਮਤੀ ਬਣ ਜਾਣੀ ਹੈ। ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਮੇਰੀ ਅਗਵਾਈ ਦੇ ਵਿੱਚ ਬਣਨ ਵਾਲੀ ਖੇਤਰੀ ਪਾਰਟੀ
ਜੇ ਕਿਸਾਨ ਅੰਦੋਲਨ ਖਤਮ ਹੋ ਜਾਂਦਾ, ਉਹਨਾਂ ਦਾ ਕੋਈ ਸਮਝੌਤਾ ਹੋ ਜਾਂਦਾ, ਤੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਪੰਜਾਬ ਦੇ ਵਿੱਚ ਸਮਝੌਤਾ ਕਰਕੇ ਚੋਣ ਲੜਾਂਗੇ, ਇਲੈਕਸ਼ਨ ਤੋਂ ਪਹਿਲਾਂ, ਇਲੈਕਸ਼ਨ ਤੋਂ ਬਾਅਦ ਨਹੀਂ। ਤੇ ਨਾਲ ਹੀ ਕਹਿ ਦਿੱਤਾ ਕਿ ਜਿਹੜੇ ਅਕਾਲੀਆਂ ਨੂੰ ਛੱਡ ਕੇ ਬੰਦੇ ਆਏ ਆ, ਭਾਵੇਂ ਸੁਖਦੇਵ ਸਿੰਘ ਢੀਂਡਸਾ ਨੇ, ਭਾਵੇਂ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਠਜੋੜ ਕਰਕੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੀ ਲੜਾਈ ਲੜਨੀ ਹੈ। ਬਿਲਕੁਲ ਜੀ। ਨਹੀਂ, ਇਹਦੇ 'ਚ ਇੱਕ ਚੀਜ਼ ਮੈਨੂੰ ਲੱਗਦੀ ਆ ਵੀ ਦੇਖੋ, ਜਿਹੜੇ ਕੈਪਟਨ ਸਾਹਿਬ ਦੇ ਵਿਰੋਧੀ ਬੰਦੇ ਨੇ ਨਾ, ਉਹਨਾਂ ਨੇ ਹੁਣ ਹੋ ਸਕਦਾ ਵੀ ਨਵਾਂ ਉਹ ਨੋਟਪੈਡ ਰੱਖ ਲਿਆ ਹੋਵੇ, ਐ ਭਾਸ਼ਣ ਲਿਖਣਾ ਸ਼ੁਰੂ ਕਰ ਦਿੱਤਾ ਹੋਵੇ, ਇੱਧਰ ਉੱਧਰ ਤਾਰਾਂ ਜੀਆਂ ਜੋੜਦੇ ਹੁਣ, ਫਿਰ ਮਿਟਾ ਕੇ ਕਹਿੰਦੇ ਹੁਣ ਨਹੀਂ ਥੋੜੀ ਹੋਰ ਤੱਤੀ ਜੀ ਲੈਣ ਲਿਆ। ਕਿਉਂਕਿ ਕਾਰਨ ਇਹ ਹੈ ਨਾ, ਪਿਛਲੇ ਦਿਨਾਂ 'ਚ ਰੌਲਾ ਰੱਪਾ ਤੇ ਇੱਥੋਂ ਹੀ ਪਿਆ ਸੀ ਨਾ, ਆ ਕੇ ਕੋਈ ਕਹਿੰਦਾ ਸੀ 25 ਆ 75 ਆ, ਕੋਈ ਕਹਿੰਦਾ ਨਹੀਂ 80 ਆ 20 ਆ, ਕੋਈ ਕਹਿੰਦਾ ਨਹੀਂ 60 ਆ 40, ਚਲੋ ਜਿੰਨਾ ਵੀ ਮੈਂ ਨਾ 50 ਹੀ ਲਾ ਲਓ, ਆਪਾਂ ਕੱਲ੍ਹ ਹੀ ਕਿਸੇ ਨਾਰਾਜ਼ ਕਰਨਾ। ਹੁਣ ਉਹ ਸਾਰੇ ਕੁਛ ਨੂੰ ਜਦੋਂ ਹੁਣ ਇਸ ਸਿਰਫ ਇੱਕ ਬਿਆਨ ਤੋਂ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ, ਮੈਂ ਨਹੀਂ ਕਹਿੰਦਾ ਉਹ 'ਚ ਕੁਛ ਸੱਚਾਈ ਹੈ, ਪਰ ਜੇ ਸਮਝਣ ਦੀ ਗੱਲ ਕਰੀਏ ਤੇ 4.5 ਸਾਲ ਜਿਸ ਪੋਲੀਟੀਕਲ ਪਾਰਟੀ ਨੂੰ ਆਪਾਂ ਨਿੰਦਿਆ, ਜੇ 4.5 ਸਾਲ ਤੋਂ ਵੀ ਆਪਾਂ ਪਿੱਛੇ ਚਲੇ ਜਾਈਏ, ਜਿਨ੍ਹਾਂ ਨੂੰ ਆਪਾਂ ਨਿੰਦਿਆ, ਉਹ ਜੀ ਚੰਗੇ ਨਹੀਂ, ਉਹ ਜੀ ਇਹ ਜੀ ਉਹ ਜੀ, ਅਚਾਨਕ 15-20 ਦਿਨਾਂ ਤੱਕ ਮੰਨ ਲਓ ਜਾਂ ਮਹੀਨੇ ਤੱਕ ਆਪਾਂ ਨੂੰ ਬਹੁਤ ਚੰਗੇ ਲੱਗਣੇ, ਫਿਰ ਆਪਾਂ ਗੱਠਜੋੜ ਵੀ ਕਰ ਲੈਣਾ। ਹੋ ਸਕਦਾ ਜੇ ਅੱਗੇ ਉਹਨਾਂ ਦਾ ਇੱਕ ਪਾਰਟੀ ਨਾਲ 9 ਮਾਸ ਦਾ ਰਿਸ਼ਤਾ ਸੀ, ਇੱਧਰ ਵੀ ਤੇ ਸੇਮ ਹੀ ਰੱਖਣਗੇ, ਕੋਈ ਵੱਖਰਾ ਤੇ ਕਰਨ ਨਹੀਂ ਲੱਗੇ। ਫਿਰ ਜਿਹੜੇ ਬੰਦੇ ਆਪਾਂ ਨਾਰ ਲਾਉਂਦੇ ਆ, ਉਹ ਬੰਦੇ ਉਸੇ ਪਾਰਟੀ 'ਚ ਆਏ ਜਿਨ੍ਹਾਂ ਦੇ ਨਾਲ ਉਹ 80 75 25 ਜਿੰਨੇ ਦਾ ਵੀ ਰੌਲਾ ਰੱਪਾ ਪੈਂਦਾ ਸੀਗਾ, ਉਦੋਂ ਫਿਰ ਉਹ ਕਹਿੰਦੇ ਵੀ ਨਾ ਜੀ ਭਾਈ ਸਾਹਿਬ, ਉਹ ਤਾਂ ਆਪਾਂ ਨੂੰ ਨਾਲ ਜੋੜ ਕੇ ਆਪਾਂ ਨੂੰ ਵੱਖਰੇ ਤੌਰ ਤੇ ਚੱਲਣਾ। ਹੁਣ ਇਹ ਸਾਰੇ ਕੁਛ ਨੂੰ ਜੇ ਆਪਾਂ ਫਿਰ ਵੇਖੀਏ ਕਰਾਂ, ਇੱਕ ਪਾਸੇ ਬੀਜੇਪੀ ਆ, ਦੂਜੇ ਪਾਸੇ ਅਕਾਲੀ ਦਲ ਹੈ, ਤੀਸਰੇ ਪਾਸੇ ਕਾਂਗਰਸ ਪਾਰਟੀ ਦੀ ਕੈਪਟਨ ਸਾਹਿਬ ਦੀ ਆਉਣ ਵਾਲੀ ਪਾਰਟੀ ਜਿਹੜੀ ਵੀ ABC ਪਾਰਟੀ ਹੋਈ। ਹੁਣ ਇਹ ਤਿੰਨੇ ਪਾਰਟੀਆਂ ਜੇ ਤੇ ਵੱਖੋ-ਵੱਖ ਨੇ, ਫਿਰ ਤਿੰਨੋਂ ਹੀ ਆਪੋ ਆਪਣੀ ਥਾਂ ਮਾੜੇ ਆ। ਜੇ ਉਹਨਾਂ ਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਤੈਅ ਬਹਿ ਜਾਂਦੀ ਆ, ਫਿਰ ਉਹਨਾਂ ਦੇ ਵਿੱਚ ਅਛਾਈਆਂ ਨਜ਼ਰ ਆਉਣ ਲੱਗ ਪੈਂਦੇ। ਮੈਨੂੰ ਇਹ ਨਹੀਂ ਸਮਝ ਲੱਗੀ ਵੀ ਇਹ ਫਿਰ ਲੋਕਾਂ ਨੂੰ ਕੀ ਬਣਾਇਆ ਜਾ ਰਿਹਾ, ਜਾਂ ਫਿਰ ਲੋਕਾਂ ਨੂੰ ਆਦਤ ਪੈ ਗਈ ਬਣਨ ਦੀ। ਨਹੀਂ ਦੇਖੋ, ਜੇ ਇੱਕ ਦਿਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪੱਲਾ ਛੱਡ ਕੇ 3 ਮਹੀਨਿਆਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਹੋ ਸਕਦਾ, ਜੇ ਹੋ ਸਕਦਾ ਆ, ਜੇ ਇਸੇ ਤਰੀਕੇ ਆਮ ਆਦਮੀ ਪਾਰਟੀ ਆਖਰੀ ਮੌਕੇ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਇਹ ਕਹਿੰਦੇ ਅਸੀਂ ਨਹੀਂ ਗੱਠਜੋੜ ਕਿਸੇ ਨਾਲ ਕਰਨਾ, ਤੇ ਆਖਰੀ ਮੂਵਮੈਂਟ ਤੇ ਬੈਂਸ ਭਰਾਵਾਂ ਦੇ ਨਾਲ ਗੱਠਜੋੜ ਕਰ ਸਕਦੇ ਆ। ਤੇ ਬੈਂਸ ਭਰਾ ਜਦੋਂ 2 ਜ਼ਿਮਨੀ ਚੋਣਾਂ ਹੋਈਆਂ ਸੀ, ਇੱਕ ਦਾਖੇ ਵਾਲੀ ਤੇ ਇਧਰਲੇ ਪਾਸੇ ਫਗਵਾੜੇ ਵਾਲੀ, ਉਦੋਂ ਇਹ ਕਹਿਣ ਕਿ ਅਸੀਂ ਥੋੜੀ ਕਿਸੇ ਲਈ ਹੁਣ ਸੀਟ ਛੱਡਣੀ ਹੈ, ਅਸੀਂ ਦੋਨੇ ਹੀ ਲੜਨੀ ਹੈ, ਉਹ ਅਗਲੇ ਗੱਠਜੋੜ ਵੀ ਟੁੱਟ ਸਕਦੇ ਆ। ਫਿਰ ਕੁਝ ਵੀ ਹੋ ਸਕਦਾ। ਬ੍ਰਹਮਪੁਰਾ ਸਾਹਿਬ ਨੇ ਵੀ ਤੇ ਇੱਕ ਵਾਰੀ ਕਹਿ ਦਿੱਤਾ ਸੀ ਕਿ ਢੀਂਡਸਾ ਸਾਹਿਬ ਆਪਣੇ ਪੁੱਤ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ, ਉਹਨਾਂ ਨੇ ਧੋਖਾ ਕੀਤਾ, ਪਿੱਠ 'ਚ ਛੁਰਾ ਮਾਰਿਆ, ਮੁੜ ਕੇ ਪਾਰਟੀਆਂ ਇੱਕ ਕਰ ਲਈਆਂ ਸੀ। ਜਾਣੀ ਸਿਆਸਤ ਹੈ, ਤਿਲਕਮੀ ਹੈ, ਲਚਕੀਲੀ ਹੈ। ਜਿਮਨਾਸਟਿਕ ਵਾਲੇ ਖਿਡਾਰੀ ਵੀ ਪੰਜਾਬ ਦੀ ਸਿਆਸਤ ਨੂੰ ਦੇਖਣ ਦਾ ਹੈਰਾਨ ਹੋ ਜਾਣ। ਹਾਂ, ਜੇ ਕੋਈ ਜਿਮਨਾਸਟਿਕ ਵਾਲਾ ਖਿਡਾਰੀ ਕਿਤੇ ਹਾਰਦਾ ਹੈ, ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਬਿੰਗ ਵਾਲ ਜਿਹਾ ਪਾ ਕੇ ਜਿਮਨਾਸਟਿਕ ਵਾਲੀ ਖੇਡ ਨੂੰ ਕਿੱਦਾਂ ਖੇਡਣਾ ਹੈ। 2 ਮਹੀਨੇ ਪੰਜਾਬ ਲਾਵੇ, ਪੰਜਾਬ ਲਾਉਣ ਦੀ ਵੀ ਲੋੜ ਨਹੀਂ, ਇੰਟਰਨੈਟ ਦੇ ਉੱਤੇ ਪੰਜਾਬ ਦੀ ਸਿਆਸਤ ਨੂੰ ਸਰਚ ਕਰੀ ਜਾਵੇ, ਅਗਲੀ ਵਾਰੀ ਓਲੰਪਿਕ ਦੇ ਵਿੱਚ ਮੈਡਲ ਜਿੱਤ ਕੇ ਉਹ ਇਹ ਗੱਲ ਦੀ ਗਰੰਟੀ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਹੋਰੀ, ਤੁਸੀਂ ਗੱਲ ਠੀਕ ਕੀਤੀ ਹੈ ਕਿ ਕੌਣ ਨਾਲ ਜਾਊਗਾ, ਕਿੱਧਰਲੇ ਪਾਸੇ ਨੂੰ ਜਾਊਗਾ। ਦੇਖੋ, ਤੁਸੀਂ ਪਿਛਲੇ ਦਿਨਾਂ ਦੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਿਆਨ ਦੇਖੋ, ਉਹਨਾਂ ਬਿਆਨਾਂ ਦੇ ਵਿੱਚੋਂ ਸਭ ਤੋਂ ਵੱਡੀ ਝਲਕ ਕੀ ਹੈ ਕਿ ਪੰਜਾਬ ਦੀ ਸੁਰੱਖਿਆ ਨੂੰ ਖਤਰਾ ਹੈ। ਪੰਜਾਬ ਦੇ ਵਿੱਚ ਸਲੀਪਰ ਸੈੱਲ ਨੇ, ਪਾਕਿਸਤਾਨ ਦੀ ISI ਤੇ ਕੁਝ ਖਾਲਿਸਤਾਨੀ ਧਿਰਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਦੁਬਾਰਾ ਅੱਤਵਾਦ ਲਿਆਉਣਾ ਚਾਹੁੰਦੀਆਂ, ਤੇ ਪੰਜਾਬ ਨੂੰ ਫੌਰੀ ਤੌਰ ਦੇ ਉੱਤੇ ਉਸ ਬਾਹਰੀ ਦਖਲਅੰਦਾਜ਼ੀ ਤੋਂ ਬਚਾਉਣਾ ਜ਼ਰੂਰੀ ਹੈ। ਬੇਰੁਜ਼ਗਾਰੀ ਕੀ ਹੈ, ਖੇਤੀਬਾੜੀ ਦਾ ਕੀ ਹੈ, ਪਾਣੀ ਦਾ ਮਸਲਾ ਕੀ ਹੈ, ਉਹ ਸਾਰੀਆਂ ਚੀਜ਼ਾਂ ਦੀ ਥਾਂ ਦੇ ਉੱਤੇ ਜਦੋਂ ਤੁਸੀਂ ਇੱਕ ਤਰ੍ਹਾਂ ਦੀ ਤੈਅ ਬਿਠਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਆਹ ਮਸਲਾ ਤੁਹਾਡੇ ਲਈ ਇੰਪੋਰਟੈਂਟ ਹੈ, ਆਹ ਮਸਲਾ ਤੁਹਾਡੇ ਲਈ ਵੱਡਾ ਹੈ। ਪੰਜਾਬ ਦੇ ਵਿੱਚ ਭਾਜਪਾ ਨੂੰ ਛੱਡ ਕੇ ਕਿਸੇ ਵੀ ਧਿਰ ਨੇ ਜਦੋਂ BSF ਦੇ ਅਧਿਕਾਰ ਖੇਤਰ ਨੂੰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕੀਤਾ, ਕਿਸੇ ਨੇ ਹੱਕ 'ਚ ਤਾਂ ਨਹੀਂ ਹਾਕ ਮਾਰੀ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮਾਰੀ। ਜਾਣੀ ਕਿ ਸਿਆਸਤ ਤਾਂ ਇਸੇ ਚੀਜ਼ ਦੀ ਹੁੰਦੀ ਹੈ ਨਾ ਕਿ ਤੁਸੀਂ ਲੋਕਾਂ ਦੇ ਮਨਾਂ ਦੇ ਵਿੱਚ ਕਿਹੜੇ ਮੁੱਦੇ ਨੂੰ ਵੱਡਾ ਕਰਕੇ ਬਿਠਾਉਂਦੇ ਹੋ। ਤੁਸੀਂ ਪਾਣੀਆਂ ਦੇ ਮੁੱਦੇ ਨੂੰ ਵੱਡਾ ਕਰਦੇ ਹੋ, ਤੁਸੀਂ ਪੰਜਾਬੀ ਬੋਲਦੇ ਇਲਾਕਿਆਂ ਦੇ ਮੁੱਦੇ ਨੂੰ ਵੱਡਾ ਕਰਦੇ ਹੋ, ਤੁਸੀਂ ਚੰਡੀਗੜ੍ਹ ਦੇ ਮੁੱਦੇ ਨੂੰ ਵੱਡਾ ਕਰਦੇ ਹੋ, ਜਾਂ ਲੋਕਾਂ ਦੀ ਭੁੱਖ ਨੂੰ ਵੱਡਾ ਕਰਦੇ ਹੋ। ਹੁਣ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦਾ ਬਰਤਾਂਤ ਸਿਰਜਿਆ ਗਿਆ, ਉਹ ਬਰਤਾਂਤ ਤਾਂ ਇਹੀ ਦੱਸਦਾ ਨਾ ਕਿ ਭਾਈ ਨੈਸ਼ਨਲ ਸਿਕਿਉਰਿਟੀ ਦਾ ਮੁੱਦਾ ਵੱਡਾ, ਸਰਹੱਦ ਪਾਰੋਂ ਹੁੰਦੀ ਦਖਲਅੰਦਾਜ਼ੀ ਦਾ ਮੁੱਦਾ ਵੱਡਾ, ਡਰੋਨ ਦੇ ਰਾਹੀਂ ਆਉਂਦੇ ਨਸ਼ੇ ਤੇ ਹਥਿਆਰ ਦਾ ਮੁੱਦਾ ਵੱਡਾ। ਇਸ ਕਰਕੇ ਸਭ ਤੋਂ ਪਹਿਲਾਂ ਤਾਂ ਪੰਜਾਬ ਨੂੰ ਉਹਦੇ ਤੋਂ ਬਚਾਈਏ, ਅੰਦਰ ਕੀ ਖੱਖੜੀਆਂ ਕਰੇਲੇ ਆ ਬਾਅਦ ਚ ਦੇਖਾਂਗੇ। ਤੇ ਇਹ ਮਸਲਾ ਵਪਾਰੀ ਵਰਗ ਦੇ ਲਈ ਇੰਪੋਰਟੈਂਟ ਹੁੰਦਾ, ਜਿਨ੍ਹਾਂ ਨੇ ਕਾਰੋਬਾਰ ਕਰਨਾ ਹੈ, ਦੁਕਾਨਦਾਰਾਂ ਲਈ ਇੰਪੋਰਟੈਂਟ ਹੁੰਦਾ, ਉਦਯੋਗਪਤੀਆਂ ਦੇ ਲਈ ਇੰਪੋਰਟੈਂਟ ਹੁੰਦਾ, ਸ਼ਹਿਰੀ ਵਰਗ ਦੇ ਲਈ ਇੰਪੋਰਟੈਂਟ ਹੁੰਦਾ। ਇਹ ਗੱਲ ਤਾਂ ਮੰਨਣੀ ਪਊਗੀ ਕਿ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਨੁਕਸਾਨ ਹੋਇਆ ਪੰਜਾਬ 'ਚ ਖੇਤੀਬਾੜੀ ਅੰਦੋਲਨ ਕਰਕੇ। ਪਰ ਜੇ ਆਪਾਂ ਇਹ ਕਹੀਏ ਕਿ ਜਿਹੜੀਆਂ 23 ਸੀਟਾਂ ਅਕਾਲੀ ਦਲ ਦੇ ਨਾਲ ਸਮਝੌਤਾ ਕਰਕੇ ਲੈਂਦੇ ਸੀ ਤੇ 18-19 ਇੱਕ ਵਾਰੀ ਜਿੱਤ ਵੀ ਗਏ ਸੀ, ਕਿ ਉੱਥੇ ਉਹ ਬਿਲਕੁਲ ਚੋਪੜੀ ਗਈ ਹੈ, ਇਹ ਵੀ ਗੱਲ ਨਹੀਂ।
ਕੁਝ ਵੋਟਰ ਤਾਂ ਉਹਨਾਂ ਦੇ ਹੈਗੇ ਆ ਨਾ। ਤੇ ਜੇ ਕੈਪਟਨ ਅਮਰਿੰਦਰ ਸਿੰਘ ਪਾਰਟੀ ਬਣਾਉਂਦੇ ਆ, ਉਹ ਪਿੰਡੂ ਖੇਤਰਾਂ ਦੇ ਵਿੱਚ ਪ੍ਰਭਾਵਸ਼ਾਲੀ ਹੋਣਗੇ, ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਕੁਛ ਨਾ ਕੁਛ ਚਾਹੀਦਾ। ਇਸ ਕਰਕੇ ਉਹ ਲੋੜ ਦਾ ਗੱਠਜੋੜ ਹੈ। ਬਾਕੀ ਪਾਰਟੀ ਨੂੰ ਫੰਡ ਚਾਹੀਦੇ ਹੁੰਦੇ, ਕਈ ਕੁਛ ਚਾਹੀਦੇ ਹੁੰਦੇ। ਜੇ ਭਾਰਤੀ ਜਨਤਾ ਪਾਰਟੀ ਨਾਲ ਜੁੜਦੇ ਆ, ਇਲੈਕਸ਼ਨ ਤੋਂ ਪਹਿਲਾਂ ਜੁੜਦੇ ਆ, ਅਗਲਿਆਂ ਦੀ ਕੇਂਦਰ ਦੇ ਵਿੱਚ ਸਰਕਾਰ ਆ, 2-4 ਪ੍ਰੋਜੈਕਟ ਨਵੇਂ ਲਿਆਉਂਦੇ ਆ, ਮੋਹਰਲੀ ਕੁਰਸੀ ਤੇ ਬੈਠੇ ਹੁੰਦੇ ਆ। ਇੱਕ ਵੇਲੇ ਜਿਹੜਾ ਲੱਗਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਪੰਜਾਬ ਦੀ ਰਾਜਨੀਤੀ ਚੋਂ ਮਨਫੀ ਹੋ ਜਾਣਗੇ। ਤੁਸੀਂ ਕਿਹਾ ਸੀ ਕਿ ਕਾਂਗਰਸ ਇਲੈਕਸ਼ਨ ਲੜੂ, ਆਪ ਇਲੈਕਸ਼ਨ ਲੜੂ, ਸਾਰੀਆਂ ਪਾਰਟੀਆਂ ਇਲੈਕਸ਼ਨ ਲੜਨੀਆਂ। ਜੇ 4-5-6 ਧਿਰੀ ਇਲੈਕਸ਼ਨ ਹੁੰਦੀ ਹੈ, ਜਿੱਤਣ ਦੀਆਂ ਗੱਲਾਂ ਤਾਂ ਚਲੋ ਵੱਖਰੀਆਂ ਹੁੰਦੀਆਂ ਨੇ, ਬਹੁਤ ਸਾਰੀਆਂ ਸੀਟਾਂ ਦੇ ਉੱਤੇ ਸਮੀਕਰਨ ਤਾਂ ਤਬਦੀਲ ਹੋ ਹੀ ਜਾਣਗੇ। ਇਹ ਪਰ ਰੌਲਾ ਤੇ ਉਹੀ ਹੈ ਨਾ। ਫਿਰ ਇਹ ਦੇਖੋ, ਜਦੋਂ ਹੁਣ ਮੈਂ ਗੱਲ ਕਰਨੀ, ਫਿਰ ਤੁਸੀਂ ਭੁੜਕ ਡੰਡਿਓ ਪਾਰ ਹੋਣਾ ਵੀ ਇਦਾਂ ਕਿਦਾਂ ਤੂੰ ਜਿੱਤ ਜਾਏਗਾ। ਉਹ ਤਾਂ ਹੋਣਾ ਹੀ ਹੈ। ਇਦਾਂ ਹੀ ਮੈਂ ਜਿੱਤਨੇ $5। ਮੈਂ ਤੈਨੂੰ ਪਹਿਲਾਂ ਕਿਹਾ ਸੀ ਵੀ ਜਿਹੜੀ ਸਾਡੀ ਲੀਡਰ ਜਮਾਤ ਹੈ ਨਾ, ਇਹਨਾਂ ਕੋ ਬੜੇ ਰਾਹ ਰਸਤੇ ਹੁੰਦੇ। ਗਿਰਗਿਟ ਇੱਕ ਦਿਨ ਮਿਲਿਆ ਮੈਨੂੰ, ਮੈਂ ਕਿੱਦਾਂ ਹੋਏ, ਕਹਿੰਦਾ ਭਾਜੀ ਮੇਰਾ ਔਖਾ ਜੇ, ਮੇਰੇ ਦੇ ਰੰਗ ਮੁੱਕ ਗਏ ਬਦਲ ਕੇ ਜਿੰਨੇ ਕਹਿੰਦਾ ਇਹ ਬਦਲ ਲੈਂਦੇ। ਹੁਣ ਦੇਖੋ ਇਹ ਜਿੰਨਾ ਸਾਰਾ ਕੁਝ ਘੇਰੇ ਘੁੰਮਣ ਲੱਗ ਪਿਆ, ਇਹ ਬਿਲਕੁਲ ਮੇਰੇ ਖਿਆਲ ਨਾਲ ਜੇ ਕਿਸੇ ਬੰਦੇ ਨੇ ਸਿਆਸਤ ਸਮਝਣੀ ਹੋਵੇ ਨਾ, ਤੇ ਉਹਨੂੰ ਉਹ ਚੱਕਰ ਘਟਾਉਣ ਵਾਲੀ ਕੋਈ ਦਵਾਈ ਖਾਣੀ ਪੈਂਦੀ। ਪਹਿਲਾਂ ਕਹਿੰਦਾ ਬੰਦਾ ਹੁਣ ਥੋੜਾ ਦਿਮਾਗ ਟਿਕਾਣੇ ਆਇਆ, ਅੱਛਾ ਆਹ ਗੱਲ ਇੰਨੀ ਮੈਨੂੰ ਸਮਝ ਆ ਗਈ, ਤੇ ਇੰਨੀ ਮੈਨੂੰ ਅਜੇ ਵੀ ਨਹੀਂ ਆਉਣ ਡਈ। ਹੁਣ ਇਹ ਜਿੰਨਾ ਖਲਾਰਾ ਵੱਧ ਤੋਂ ਵੱਧ ਘੁੰਮੂਗਾ ਨਾ, ਉਹਨਾਂ ਹੀ ਮੇਰੇ ਖਿਆਲ ਨਾਲ ਇਹ ਕੰਮ ਉਲਝਣਾ। ਤੇ ਜਿੰਨਾ ਉਲਝਾਉਣ 'ਚ ਕਾਮਯਾਬ ਹੋ ਗਏ, ਉਹਨਾਂ ਜਿਹਦੀ ਮੈਂ ਗੱਲ ਅੱਗੇ ਸਿਆਸਤ ਦੀ ਕਹੀ ਸੀ ਵੀ ਭਾਈ ਸਾਹਿਬ 4.5 ਸਾਲ ਹੁੰਦੇ ਆ, ਮਗਰਲੇ 6 ਮਹੀਨੇ ਮੂਰਖ ਬਣਾਉਣਾ। ਤੇ ਜਿਹੜਾ ਵਧੀਆ ਤਰੀਕੇ ਨਾਲ ਬਣਾ ਗਿਆ ਉਹਦੀ ਸਰਕਾਰ ਹੈ। ਕਿਉਂਕਿ ਦੇਖੋ ਨਾ, ਇੱਕ ਤੁਸੀਂ ਮੁੱਦਾ ਛੇੜਿਆ ਸੀ, ਉਹ ਮੇਰੇ ਦਿਮਾਗ 'ਚ ਕੁਦਰਤੀ ਆਇਆ ਵੀ 4.5 ਸਾਲ ਕੈਪਟਨ ਸਾਹਿਬ ਮੁੱਖ ਮੰਤਰੀ ਰਹੇ। ਉਦੋਂ ਨਾ ਤਾਂ ਪਾਕਿਸਤਾਨ ਵਾਲਿਆਂ ਨੂੰ ਚੇਤਾ ਆਇਆ, ਨਾ ਕੋਈ ਅਚਾਨਕ ਕਿਸੇ ਨੂੰ ਕੋਈ ਖਤਰੇ ਵਾਲੀ ਗੱਲ ਹੀ ਹੋਈ। ਜਦੋਂ ਇਹ ਕੁਰਸੀ ਹਿੱਲ ਗਈ, ਅਚਾਨਕ ਖਤਰਾ ਹੋ, ਜਾਂ ਤੇ ਉਹ ਕੁਰਸੀ ਦੇ 4 ਪਾਵਿਆਂ ਦੇ ਥੱਲੇ ਕਿਤੇ ਖਤਰਾ ਲੁਕਿਆ ਸੀ ਵੀ ਉਹ ਤੈਨੂੰ ਮੈਂ ਕਿਹਾ ਹੈ ਗੁਰੂਆ ਕੁਰਸੀ ਨਹੀਂ ਚੁੱਕਣੀ, ਤੂੰ ਚੁੱਕਤੀ ਕੰਮ ਖਰਾਬ ਹੋ ਗਿਆ, ਜਾਂ ਤੇ ਇਦਾਂ ਸੀ। ਤੇ ਜਾਂ ਫਿਰ ਚਲੋ ਨਹੀਂ ਗੱਲ ਹੀ ਕਹਿਣਾ ਕੁਛ ਨਹੀਂ, ਆਪਾਂ ਕਹਿਣਾ ਹੀ ਕੁਛ ਨਹੀਂ। ਸੰਧਾਲੀਆ ਸਾਹਿਬ, ਇੱਥੇ ਇੱਕ ਗੱਲ ਬਹੁਤ ਇੰਪੋਰਟੈਂਟ ਦੇਖਣ ਵਾਲੀ ਹੈ। ਉਹਨਾਂ ਨੇ ਵੈਸੇ ਹਿੰਮਤ ਆ, ਸਿਆਸੀ ਹਿੰਮਤ ਹੈ ਉਹਨਾਂ ਦੀ, ਕਿ ਉਹਨਾਂ ਨੇ ਬੀਜੇਪੀ ਉੱਥੇ ਲਿਖਿਆ ਪੰਜਾਬ ਦੀਆਂ ਚੋਣਾਂ ਹੋਣ ਤੇ ਕੋਈ ਬੰਦਾ ਜਿਹਨੇ ਅਜੇ ਪਾਰਟੀ ਬਣਾਉਣੀ ਹੈ, ਉਹ ਇਹ ਕਹਿ ਕੇ ਚੱਲੇ ਕਿ ਮੈਂ ਬੀਜੇਪੀ ਨਾਲ ਗੱਠਜੋੜ ਕਰ ਸਕਦਾ। ਪਰ ਉਹਨਾਂ ਨੇ ਵੀ ਬ੍ਰੈਕਟਡ ਕੀਤਾ ਕਿ ਪਹਿਲਾਂ ਖੇਤੀ ਅੰਦੋਲਨ ਦਾ ਮੁੱਦਾ ਹੱਲ ਹੋਏਗਾ, ਕੇਂਦਰ ਸਰਕਾਰ ਗੱਲ ਕਰੇਗੀ, ਉਸ ਮੁੱਦੇ ਦੇ ਉੱਤੇ ਸਭ ਕੁਝ ਨਿਬੜੂਗਾ। ਪਤਾ ਉਹਨਾਂ ਨੂੰ ਵੀ ਹੈਗਾ। ਜਾਨੀ ਜੇ ਆਪਾਂ ਕਹੀਏ ਨਾ ਕਿ ਆਖਰੀ 4 ਮਹੀਨਿਆਂ 'ਚ, 3 ਮਹੀਨਿਆਂ 'ਚ, 2 ਮਹੀਨਿਆਂ 'ਚ ਕੋਈ ਵੀ ਗੱਠਜੋੜ ਕੁਝ ਵੀ ਕਰ ਲੂ। ਵੈਸੇ ਪੰਜਾਬ ਦੇ ਲੋਕ ਜਿਹੜੇ ਆ, ਇਹ ਇਦਾਂ ਦੇ ਆ ਕਿ 92 'ਚ ਵੋਟਾਂ ਪਈਆਂ ਸੀ ਤੇ ਮੁੜ ਕੇ 97 'ਚ ਪੈਣੀਆਂ ਸੀ। ਆਖਰੀ 4-5 ਮਹੀਨੇ ਕਦੇ ਖੇਤੀ ਬਿੱਲ ਮਾਫ ਕਰਦੇ, ਕਦੇ ਕੁਛ ਕਰਦੇ। ਜਦੋਂ ਬੀਬੀ ਭੱਠਲ ਮੁੱਖ ਮੰਤਰੀ ਸਨ, ਟਰਾਈ ਬੜੀ ਕੀਤੀ, ਪਰ ਸਰਕਾਰ ਲੋਕਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਬਣਾਤੀ ਸੀ। ਫਿਰ 2002 'ਚ ਆਖਰੀ 6 ਮਹੀਨੇ ਅਕਾਲੀ ਦਲ ਵਾਲਿਆਂ ਨੇ ਟਰਾਈ ਬੜੀ ਕੀਤੀ ਕਿ ਭਾਈ ਠੀਕ ਹੈ, ਟੌੜਾ ਸਾਹਿਬ ਛੱਡ ਗਿਆ, ਪਰ ਆਪਾਂ ਲੋਕਾਂ ਨੂੰ ਆਹ ਸਹੂਲਤਾਂ ਦੇ ਦਿੰਨੇ ਆ। ਪਰ ਲੋਕਾਂ ਨੇ 2002 ਦੇ ਵਿੱਚ ਸਰਕਾਰ ਜਿਹੜੀ ਆ ਕੈਪਟਨ ਸਾਹਿਬ ਦੀ ਬਣਾਤੀ ਸੀ। ਆਖਰੀ 6 ਮਹੀਨੇ ਜਦੋਂ 2007 ਦੀਆਂ ਚੋਣਾਂ ਸੀ, ਕੈਪਟਨ ਸਾਹਿਬ ਨੇ ਕਸਰ ਕੋਈ ਨਹੀਂ ਛੱਡੀ। ਜਿਹੜੀਆਂ ਪਹਿਲਾਂ ਸਹੂਲਤਾਂ ਕੁਝ ਖਿੱਚੀਆਂ ਵੀ ਸੀ, ਮੁੜ ਕੇ ਫੇਰ ਦੇਤੀਆਂ, ਪੈਸੇ ਵੀ ਬੜੇ ਬੰਡੇ ਛਿੜਕ ਦਿੱਤੇ ਸੀ। ਪਰ ਲੋਕਾਂ ਨੇ 2007 ਦੇ ਵਿੱਚ ਸਰਕਾਰ ਜਿਹੜੀ ਹੈ ਉਹ ਬਾਦਲ ਸਾਹਿਬ ਦੀ ਬਣਾਤੀ ਸੀ। ਤੇ ਐਤਕੀ 2017 ਦੇ ਵਿੱਚ ਕੋਈ ਸੰਗਤ ਦਰਸ਼ਨਾਂ ਦੀ ਕਸਰ ਸੀ, ਕੋਈ ਪੈਸੇ ਦੇਣ ਦੀ ਕਸਰ ਸੀ, ਕੋਈ ਲੋਕਾਂ ਨੂੰ ਮਿਲਣ ਦੀ ਕਸਰ ਸੀ, ਕੋਈ ਰੈਲੀਆਂ ਦੀ ਕਸਰ ਸੀ ਕਿ ਭਾਈ ਆ ਵੀ ਕਰ ਦਿਆਂਗੇ, 95, 92, 93% ਵਾਅਦੇ ਪੂਰੇ ਕਰਤੇ। ਪਰ ਪੰਜਾਬ ਦੇ ਲੋਕਾਂ ਨੇ ਸਰਕਾਰ ਉਲਟਾਤੀ ਸੀ। ਇਸ ਕਰਕੇ ਹੁਣ ਤਾਂ ਵੈਸੇ ਵੀ ਪਿਛਲੇ 1 ਸਾਲ ਦੇ ਖੇਤੀਬਾੜੀ ਅੰਦੋਲਨ ਦੇ ਵਿੱਚੋਂ ਜੋ ਕੁਝ ਨਿਕਲਿਆ, ਉਹਨੇ ਸਾਫ਼ ਹੀ ਕਰ ਦਿੱਤਾ ਕਿ ਭਾਈ ਐਤਕੀ ਪਹਿਲਾਂ ਵਾਂਗੂ ਗੱਲ ਨਹੀਂ ਹੋਣੀ। ਹਾਂ, ਲੋਕਾਂ ਦੇ ਉੱਤੇ ਪ੍ਰਭਾਵ ਹੁੰਦਾ, ਇਹ ਇਦਾਂ ਦਾ ਸਿਰਜ ਦਿੰਦੇ ਆਲੇ ਦੁਆਲੇ ਮਾਹੌਲ, ਪੋਸਟਰਾਂ ਦਾ, ਬੈਨਰਾਂ ਦਾ, ਅਖਬਾਰਾਂ ਰਾਹੀਂ, ਟੀਵੀ ਰਾਹੀਂ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਮੈਨੇਜ ਹੋ ਜਾਂਦੀਆਂ। ਬਾਕੀ ਸੰਧਾਲੀਆ ਸਾਹਿਬ, ਇੱਕ ਗੱਲ ਬੜੀ ਕਲੀਅਰ ਹੈ। ਉਹ ਗੱਲ ਇਹ ਬੜੀ ਕਲੀਅਰ ਹੈ ਕਿ ਸੁਖਦੇਵ ਸਿੰਘ ਢੀਂਡਸਾ ਸਾਹਿਬ ਤੇ ਬ੍ਰਹਮਪੁਰਾ ਸਾਹਿਬ ਨੂੰ ਕੋਈ ਸਹਾਰਾ ਚਾਹੀਦਾ। ਉਹਨਾਂ ਨੂੰ ਪਹਿਲਾਂ ਆਪ ਵਾਲੀ ਗੱਲ ਲੱਗਦੀ ਸੀ, ਆਪ ਵਾਲੇ ਪੱਲਾ ਛੜਾ ਗਏ। ਸੁਖਪਾਲ ਸਿੰਘ ਖਹਿਰਾ ਹੋਰੀ ਸੀ, ਕਈ ਬੰਦੇ ਸੀ ਜਿਹੜੇ ਲੱਗਦਾ ਸੀ ਕਿ ਭਾਈ ਆਪਾਂ ਕੋਈ ਤੀਸਰਾ ਚੌਥਾ ਬਦਲ ਦੇ ਦਿਆਂਗੇ, ਉਹ ਬੰਦੇ ਕਿਸੇ ਵੱਡੀ ਪਾਰਟੀ 'ਚ ਫਿੱਟ ਹੋ ਗਏ। ਹੁਣ ਢੀਂਡਸਾ ਸਾਹਿਬ ਕੋਸ਼ਿਸ਼ ਤਾਂ ਕਰਦੇ ਆ, ਪਰ ਇਕੱਲੇ ਆ। 2-4 ਸਾਥੀ ਵੀ ਉਹਨਾਂ ਦੇ ਛੱਡ ਚੁੱਕੇ ਆ। ਸੇਵਾ ਸਿੰਘ ਸੇਖਵਾਂ ਸਾਹਿਬ ਚਲੇ ਗਏ, ਅਜਨਾਲਾ ਸਾਹਿਬ ਪਹਿਲਾਂ ਹੀ ਚਲੇ ਗਏ। ਜਿਹੜੇ ਢੀਂਡਸਾ ਸਾਹਿਬ ਦੇ ਨਾਲ ਵੀ ਤੁਰੇ ਸੀ, ਉਹਨਾਂ ਦੇ ਵਿੱਚੋਂ ਵੀ ਕਈ ਬੰਦੇ ਚੁੱਪ ਕਰਕੇ ਬਹਿ ਗਏ ਕਿ ਭਾਈ ਨਹੀਂ, ਤੁਸੀਂ ਹੁਣ ਠੀਕ ਤਰੀਕੇ ਨਹੀਂ ਚੱਲਦੇ। ਲੋੜ ਉਹਨਾਂ ਨੂੰ ਵੀ ਹੈ, ਲੋੜ ਕੈਪਟਨ ਸਾਹਿਬ ਨੂੰ ਵੀ ਹੈ। ਦੋਨੇ ਧਿਰਾਂ ਜੁੜ ਸਕਦੀਆਂ। ਅਜੇ ਉਹਨਾਂ ਵੱਲੋਂ ਕੋਈ ਬਿਆਨ ਨਹੀਂ ਆਇਆ, ਪਰ ਜੁੜ ਸਕਦੀਆਂ। ਇੱਕ ਢੀਂਡਸਾ ਸਾਹਿਬ ਦਾ ਬਿਆਨ ਜਦੋਂ ਕੈਪਟਨ ਸਾਹਿਬ ਨੇ ਗੱਦੀ ਛੱਡੀ, ਚੇਤੇ ਕਰਿਓ। ਇਹਦੇ ਤੋਂ ਇਲਾਵਾ ਭਾਜਪਾ ਨੂੰ ਇੱਕ ਵੱਡਾ ਚਿਹਰਾ ਚਾਹੀਦਾ। ਮਿਸ਼ਨ ਯੂਪੀ ਕਿਸਾਨਾਂ ਦਾ, ਉਹਦੇ ਤੋਂ ਉਹਨਾਂ ਨੇ ਬਚਣਾ ਹੈ। ਜੇ ਕਿਸਾਨ ਅੰਦੋਲਨ 'ਚ, ਹਾਲਾਂਕਿ ਦਿੱਲੀ ਬਹੁਤ ਦੂਰ ਹੈ, ਪਰ ਜੇ ਕਿਤੇ ਇਸ ਮਸਲੇ ਨੂੰ ਉਹ ਗੋਲ ਕਰਕੇ, ਉਸ ਮਸਲੇ ਨੂੰ ਹੱਲ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਨਾਲ ਲੈ ਕੇ ਆਉਂਦੇ ਆ, ਘੱਟੋ ਘੱਟ ਇੱਕ ਧਿਰ ਵਜੋਂ ਹਾਜ਼ਰੀ ਜ਼ਰੂਰ ਲੱਗ ਜੂਗੀ। ਜਿੱਤ ਹਾਰ ਤਾਂ ਬਾਅਦ ਦੀ ਗੱਲ ਹੈ। ਜੇ ਬਸ ਧਿਰ ਹੈ ਕਿ ਹਾਂਜੀ, ਉਹ ਕੁੱਲ ਮਿਲਾ ਕੇ ਹੁਣ ਪੰਜਾਬ ਵਾਲੇ ਆ, ਉਹ ਧਿਰਾਂ ਅੱਗੇ ਨੂੰ ਰੱਖਣ ਦੀ ਆਦਤ ਪੈ ਗਈ। ਇੱਕ ਧਿਰ ਹੋਰ ਸਹੀ ਹੈ ਨਾ,
ਚਲੋ ਇਹ ਠੀਕ ਹੈ, ਆਪਣੇ ਹਿਸਾਬ ਨਾਲ ਇਹ ਸਾਰਾ ਕੁਝ ਚਲਾਈ ਜਾਣ। ਕੁੱਲ ਮਿਲਾ ਕੇ ਦੇਖੋ ਜੀ, ਅਸੀਂ ਤਾਂ ਅੱਗੇ ਬੇਨਤੀ ਕਰਦੇ ਹੁੰਦੇ ਆ ਵੀ ਕਿਸੇ ਵੀ ਚੀਜ਼ ਦੇ ਉੱਪਰ ਇਮੀਡੀਏਟ ਰਿਐਕਟ ਨਾ ਕਰਿਆ ਕਰੋ। ਥੋੜੇ ਦਿਨਾਂ 'ਚ ਕਈ ਗੱਲਾਂ ਨਿਕਲ ਆਉਂਦੀਆਂ ਨੇ। ਹੁਣ ਜਦੋਂ ਆਹ ਗੱਲ ਇੱਕ ਨਵੀਂ ਨਿਕਲਦੀ ਆਉਂਦੀ ਹੈ, ਚਲੋ ਇਹ ਤੇ ਮੈਨੂੰ ਵੀ ਥੋੜੀ ਗੱਲ ਸਮਝ ਲੱਗਣ ਲੱਗ ਪਈ ਹੈ ਵੀ ਜੇ ਸਾਲ ਹੋ ਗਿਆ ਤੇ ਪੰਜਾਬ ਦੇ ਬੀਜੇਪੀ ਵਾਲੇ ਲੀਡਰ ਸਾਹਿਬਾਨ ਕਿਸੇ ਨੂੰ ਪੁੱਛ ਕੇ ਦੇਖ ਲਓ, ਅੱਜ ਦੀ ਡੇਟ ਦੇ ਵਿੱਚ ਬਾਹਰ ਭਾਵੇਂ ਨਿਕਲਿਆ ਨਹੀਂ ਜਾਂਦਾ, ਰਿਸ਼ਤੇਦਾਰੀ 'ਚ ਜਾਇਆ ਨਹੀਂ ਜਾਂਦਾ, ਉਹਦੇ ਬਾਵਜੂਦ ਕਹਿੰਦੇ ਦੇਖਿਓ ਤੁਸੀਂ ਆਪਣੀ ਸਰਕਾਰ ਬਣਨੀ। ਇਹਦਾ ਮਤਲਬ ਕੋਈ ਤੇ ਐਸੀ ਦਵਾਈ, ਕੋਈ ਐਸਾ ਨੁਸਖਾ, ਕੋਈ ਐਸੀ ਪੁੜੀ ਤੇ ਹੈਗੀ ਜਿਹੜੀ ਦਿੱਲੀ ਜਾ ਕੇ ਘੋਲ ਕੇ ਪਾਣੀ 'ਚ ਪਿਆਉਂਦੇ ਤੇ ਬੰਦਾ ਕਹਿੰਦਾ ਉਹ ਹੁਣ ਬਣੀ ਉਹ ਗੱਲ। ਹੋ ਸਕਦਾ ਕੈਪਟਨ ਸਾਹਿਬ ਬਾਬਾ ਦਿਨ ਦਿੱਲੀ ਲਾ ਕੇ ਆਏ, ਕੀ ਪਤਾ ਉਹਨੇ ਆਖਿਆ ਨਹੀਂ ਕੈਪਟਨ ਸਾਹਿਬ ਬਾਕੀ ਛੱਡ ਉਦੋਂ ਹੀ ਗੱਲਾਂ, ਉਹ ਨਹੀਂ ਗੱਲ ਨਹੀਂ, ਆਹ ਫੜੋ ਇੱਕ ਰਾਂ ਦੀ। ਉਦੋਂ ਬਾਅਦ ਉਹਨਾਂ ਆਖਿਆ ਨਹੀਂ ਵਾਕਈ ਗੱਲ ਠੀਕ। ਹੋ ਸਕਦਾ ਵੀ ਕੋਈ ਇਦਾਂ ਦੀ ਦਵਾਈ ਨੁਸਖਾ ਹੋਵੇ। ਤੇ ਮੈਂ ਜਿੱਦਾਂ ਸ਼ੁਰੂ ਇਸੇ ਕਰਕੇ ਕੀਤਾ ਸੀ ਵੀ ਸਕਿੰਟਾਂ ਵਾਲੀ ਸੂਈ ਜਦੋਂ ਚੱਲਦੀ ਆ, ਆਪਾਂ ਜੇ ਇੱਕ ਤੇ ਆਪਾਂ ਨੂੰ ਪਤਾ ਵੀ ਅੱਗੇ 2 ਆਉਣਾ ਕਿ ਨਹੀਂ ਆਉਣਾ, ਪਰ ਜਿੱਦਣ 2 ਤੇ ਚੱਲ ਗਏ ਉਦੋਂ ਇੱਕ ਦਾ ਚੇਤਾ ਵੀ ਭੁੱਲ ਜਾਣਾ। ਸੰਧਾਲੀਆ ਸਾਹਿਬ ਗੱਲ ਤੁਹਾਡੀ ਠੀਕ ਹੈ। ਅਜੇ ਤੱਕ ਇਹ ਗੱਲ ਜਿਹੜੀ ਹੈ ਦੋਨੋਂ ਤਿੰਨੋਂ ਧਿਰਾਂ, ਢੀਂਡਸਾ ਸਾਹਿਬ, ਬ੍ਰਹਮਪੁਰਾ ਸਾਹਿਬ, ਕੈਪਟਨ ਸਾਹਿਬ ਤੇ ਬੀਜੇਪੀ ਵਾਲੇ ਸਾਹਿਬ ਜਿੰਨੇ ਵੀ ਨੇ, ਉਹ ਇੱਕ ਗੱਲ ਚੇਤਾ ਰੱਖਣ ਕਿ ਕੈਪਟਨ ਸਾਹਿਬ 4.5 ਸਾਲ ਰਾਜ ਕਰ ਚੁੱਕੇ ਆ। ਲੋਕਾਂ ਨੂੰ ਉਹਨਾਂ ਤੋਂ ਕੁਝ ਉਮੀਦਾਂ ਸੀ ਜਿਹਨਾਂ ਦੇ ਉੱਤੇ ਬਹੁਤੇ ਖਰੇ ਨਹੀਂ ਉਤਰੇ, ਨਹੀਂ ਤਾਂ ਗੱਦੀਆਂ ਨਹੀਂ ਸੀ ਲਿਥਣੇ। ਹੁਣ ਬਹੁਤੀ ਉਹਨਾਂ ਦੇ ਅੰਦਰ ਗੁੱਸੇ ਦੀ ਭਾਵਨਾ ਹੈ। ਨਵਜੋਤ ਸਿੱਧੂ ਦੇ ਖਿਲਾਫ, ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਖਿਲਾਫ ਉਹਨਾਂ ਨੂੰ ਐਂ ਲੱਗਦਾ ਕਿ ਮੈਂ ਇੱਕ ਵਾਰੀ ਵਿਖਾਉਣਾ ਹੀ, ਨਹੀਂ ਤਾਂ ਪੰਜਾਬ ਦੇ ਲਈ ਕੋਈ ਬਹੁਤੇ ਵਿਜ਼ਨ ਵਾਲੀ ਗੱਲ ਤਾਂ ਹੈ ਨਹੀਂ। ਦੂਸਰਾ, ਕੈਪਟਨ ਅਮਰਿੰਦਰ ਸਿੰਘ ਕਿੰਨੀ ਕੁ ਸਰਗਰਮੀ ਕਰਨ ਦੇ ਵਿੱਚ ਕਾਮਯਾਬ ਰਹਿਣਗੇ। 117 ਹਲਕੇ ਨੇ, ਦਿਨ ਕਿੰਨੇ ਰਹਿੰਦੇ ਆ ਪੰਜਾਬ 'ਚ? ਕੀ ਇੱਕ ਹਲਕੇ ਨੂੰ, ਪੰਜਾਬ ਦੇ ਨੂੰ ਇੱਕ ਦਿਨ ਵੀ ਦੇ ਪਾਉਣਗੇ? ਇੱਕੋ ਦਿਨ ਦਾ ਮੰਨ ਲਓ ਇੱਕ ਰੈਲੀ। ਦੂਸਰਾ, ਜਿਹੜੇ ਬੰਦੇ ਉਹਨਾਂ ਦੇ ਨਾਲ ਵੀ ਨੇ, ਕੀ ਅੱਜ ਉਹਨਾਂ ਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜੇ ਇੱਕ ਹੋਕਾ ਦੇਣਗੇ, ਇੱਕ ਬਿਆਨ ਦੇਣਗੇ, ਜਾਂ ਉਹਨਾਂ ਦੇ ਇੱਕ ਸਲੋਗਨ ਦੇ ਉੱਤੇ ਪੰਜਾਬ ਦੇ ਲੋਕ ਹੁਣ ਕਹਿਣਗੇ ਲੈ ਵੀ ਸਾਡੀਆਂ ਮੁਸ਼ਕਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਹੀ ਹੱਲ ਕਰ ਸਕਦੇ ਆ? ਜਿਹੜੀਆਂ ਬੇਰੁਜ਼ਗਾਰਾਂ ਦੀਆਂ ਜਥੇਬੰਦੀਆਂ, ਜਿਹੜੀਆਂ ਕਿਸਾਨਾਂ ਦੀਆਂ ਜਥੇਬੰਦੀਆਂ, ਜਿਹੜੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ, ਜਿਹੜੇ ਕੱਚੇ ਪੱਕੇ ਮੁਲਾਜ਼ਮ ਨੇ, ਆਮ ਲੋਕ ਬਹੁਤ ਕੁਝ ਭਾਲਦੇ ਸੀ 2017 ਜਦੋਂ ਵੋਟਾਂ ਪਾਈਆਂ, ਪਰ ਬਹੁਤੇ ਭਾਲਦੇ ਹੀ ਰਹਿ ਗਏ, ਉਹਨਾਂ ਦੀ ਭਾਲ ਮੁੱਕੀ ਨਹੀਂ। ਇਸ ਕਰਕੇ ਪਹਿਲਾਂ ਵਾਲਾ ਜਮਾਤ ਰੰਗ ਤਾਂ ਹੈ ਨਹੀਂ। ਬਾਕੀ ਉਹਨਾਂ ਦੇ ਕੋਲੇ, ਸਾਰਿਆਂ ਦੇ ਕੋਲੇ ਚਾਰੇ ਤਰ੍ਹਾਂ ਕੋਈ ਬਦਲ ਵੀ ਹੈ ਨਹੀਂ। ਦੇਖਦੇ ਆ ਕਿੱਦਾਂ ਕੰਮ ਚੱਲਦਾ ਹੈ। ਇੱਕ ਬੇਨਤੀ ਮੈਂ ਹੋਰ ਕਰਾਂ, ਉਹ ਆ ਪੰਜਾਬ ਦੀ ਬੀਜੇਪੀ ਵਾਲੀ ਲੀਡਰਸ਼ਿਪ ਨੂੰ ਵੀ ਜਦੋਂ ਤਾਂ ਗੱਠਜੋੜ ਮੇਰੇ ਖਿਆਲ ਨਾਲ 22-23 ਸਾਲ ਪੁਰਾਣਾ ਚੱਲਿਆ ਨਾ, ਤੇ ਉਦੋਂ ਤੇ ਵੱਡੇ ਬਾਲ ਸਾਹਿਬ ਦਾ ਅਜੇ ਵੀ ਪ੍ਰਭਾਵ ਆ ਵੀ ਉਹ ਮਿਲ ਪੈਂਦੇ ਆ। ਕੋਈ ਜਾਵੇ ਤੇ ਉਹ ਆਂਦੇ ਵੀ ਕੋਈ ਗੱਲ ਨਹੀਂ, ਆਓ ਕਾਕਾ ਬੈਠੋ, ਚਾਹ ਪੀਓ, ਲੱਸੀ ਪੀਓ, ਕਿਹੜੀ ਚੀਜ਼ ਕੰਮ ਕੀ, ਕੋਈ ਨਹੀਂ ਆਪਾਂ ਕਰ ਲੈਨੇ, ਏਡੀ ਕਿਹੜੀ ਗੱਲ ਹੈ। ਉਹ ਤਾਂ ਚਲੋ ਉਹਨਾਂ ਨੂੰ ਸਾਂਝ ਆ ਤੇ ਉੱਥੋਂ ਟੁੱਟ ਗਈ ਸੀ। ਉੱਥੇ ਵੀ ਆਪਾਂ ਕਈ ਰੈਲੀਆਂ ਵੇਖੇ, ਸਾਨੂੰ ਕੋਈ ਪੁੱਛਦਾ ਹੀ ਨਹੀਂ ਜੀ, ਸਾਨੂੰ ਕੋਈ ਭਾਉਂਦਾ ਹੀ ਨਹੀਂ ਜੀ, ਅਸੀਂ ਉਦੋਂ ਗਏ ਆ ਜੀ, ਸਾਡੇ ਤੋਂ ਪਹਿਲਾਂ ਹੀ ਕੰਮ ਚਲਾ ਲਿਆ ਜੀ। ਇੱਧਰ ਤਾਂ ਜੇ ਬੜਾ ਤੱਤੀ ਤਾਜੀ ਉਦਾਹਰਨ ਹੈ, ਕਿਸੇ ਕਾਂਗਰਸੀ ਐਮਐਲਏ ਨੂੰ ਪੁੱਛ ਲੈਣਾ ਵੀ ਯਾਰ ਉਹ ਸਿਸਟਮ ਵਾਲੇ ਗੇਟ ਤੋਂ ਮੋੜ ਆਏ ਆ, ਪਤਾ ਨਹੀਂ ਕੋਈ ਲੰਘਣ ਹੀ ਨਹੀਂ ਦਿੰਦਾ। ਜਿਨ੍ਹਾਂ ਦੀ ਆਪਣੀ ਪਾਰਟੀ 'ਚ ਉਹਨਾਂ ਦੇ ਆਪਣੇ ਜਿਹੜੇ ਐਮਐਲਏ ਤੇ ਮੰਤਰੀ ਸੀਗੇ, ਉਹਨਾਂ ਨੂੰ ਕੋਈ ਨਹੀਂ ਸੀ ਲੰਘਣ ਦਿੰਦਾ। ਜਿਨ੍ਹਾਂ ਨਾਲ ਸਿਰਫ ਗੱਠਜੋੜ ਹੀ ਹੋਇਆ, ਉਹਨਾਂ ਲਈ ਗੇਟ ਖੁੱਲੂ ਕਿ ਨਹੀਂ ਖੁੱਲੂ, ਇਹ ਤਾਂ ਹੁਣ ਨਹੀਂ ਬੜਾ। ਮੈਂ ਤਾਂ ਕਿਹਾ ਵੀ ਇਹ ਨਾ ਹੋਏ ਮੁੜ ਕੇ ਚੇਤਾ ਹੀ ਭੁੱਲ ਜਾਂਦਾ ਤਾਂ ਕਿਸੇ ਵੇਲੇ ਵੀ ਯਾਰ ਉਹ ਤੇਰਾ ਭੁੱਲ ਯਾਦ ਗੱਲ ਸੋਚੀ ਨਹੀਂ ਉਦੋਂ। ਨਹੀਂ, ਕਈ ਵਾਰ ਇਹ ਵੀ ਹੁੰਦਾ ਕਿ ਇੱਕ ਬੰਦਾ ਪਹਿਲਾਂ ਗੇਟ ਖੜਕਾਉਂਦਾ ਹੋਵੇ, ਦੂਜਾ ਆ ਜਾਵੇ, ਕਦੋਂ ਦਾ ਆਇਆ ਹੋ ਗਿਆ, ਅੱਧਾ ਘੰਟਾ ਹੁੰਦਾ ਖੜਕਾਉਂਦੇ ਨੂੰ, ਹੁਣੇ ਆਇਆ ਜੇ ਪਹਿਲੀ ਵਾਰੀ ਠੁੱਕ ਕੀਤੀ ਆ ਜਿਹੜੀ ਤੈਨੂੰ ਸੁਣੀ ਆ। ਅੱਛਾ ਚਲੋ ਆਪਾਂ ਹੁਣ WhatsApp ਘੁਮਾ ਕੇ ਜੇ ਗੱਠਜੋੜਾਂ ਦੀ ਗੱਲ ਕਰੀਏ, ਗੱਠਜੋੜ ਦੀ ਹੋਰ ਵੀ ਚਰਚਾ ਚੱਲਦੀ, ਪਤਾ ਨਹੀਂ ਹੋਵੇ ਨਾ ਹੋਵੇ, ਪਰ ਇਸੇ ਮਹੀਨੇ ਦੇ ਵਿੱਚ 26-27 ਤਰੀਕ ਦੇ ਲਾਗੇ ਬੰਨੇ ਸ਼ਾਇਦ ਚੰਨੀ ਸਾਹਿਬ ਲੁਧਿਆਣੇ ਜਾਣਾ, ਤੇ ਬੈਂਸ ਭਰਾਵਾਂ ਦੀ ਚਰਚਾ ਚੱਲਦੀ ਹੈ ਵੀ ਸ਼ਾਇਦ ਕਿਤੇ ਨਾ ਕਿਤੇ ਉਹ ਕਾਂਗਰਸ ਪਾਰਟੀ ਦੇ ਨੇੜੇ ਲੱਗ ਕੇ ਕੋਈ ਗੱਠਜੋੜ ਦੀ ਗੱਲ ਕਰ ਸਕਦੇ। ਕੋਈ ਸਪਸ਼ਟ ਨਹੀਂ ਹੈਗਾ, ਕੋਈ ਪੁਸ਼ਟੀ ਨਹੀਂ ਕਰਦੀ ਇਹ ਚੀਜ਼। ਇਹ ਘੁਮਾ ਕੇ ਫਿਰ ਉਹ ਸੂਤਰ ਹੀ ਬੋਲਦੇ ਨੇ ਜਿਹੜੇ ਪਿਛਲੇ ਦਿਨ ਅਸਤੀਫਾ ਦੇ ਗਏ ਸੀ, ਭਰਾਵਾ ਸਾਨੂੰ ਨਹੀਂ ਪਤਾ ਲੱਗਦਾ ਕਿਹੜਾ ਮੁੱਖ ਮੰਤਰੀ ਆ। ਹੁਣ ਉਹ ਸੂਤਰ ਕਹਿੰਦੇ ਆ ਵੀ ਸ਼ਾਇਦ ਕਿਤੇ ਨਾ ਕਿਤੇ ਇੱਧਰ ਕੋਈ ਨਾ ਕੋਈ ਸੂਤਰ ਆ ਜਾਵੇ। ਸੰਧਾਲੀਆ ਸਾਹਿਬ, ਲੋਕ ਇਨਸਾਫ ਪਾਰਟੀ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਸਾਰੇ ਪੰਜਾਬ ਦੇ ਵਿੱਚ ਅਸੀਂ ਆਧਾਰ ਬਣਾਈਏ, ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਜੁਗਾੜ ਕਰੀਏ, ਪਰ ਲੁਧਿਆਣੇ ਦੀਆਂ 2 ਸੀਟਾਂ ਤੋਂ ਇਲਾਵਾ ਕਿਤੇ ਸੂਤ ਨਹੀਂ ਆਇਆ। ਲੋਕ ਸਭਾ ਦੀ ਚੋਣ ਲੜਦੇ ਆ, 2 ਲੱਖ ਤੋਂ ਉੱਪਰ ਵੋਟਾਂ ਲੈ ਜਾਂਦੇ ਆ। ਕਾਂਗਰਸ ਪਾਰਟੀ ਨੂੰ ਇੱਕ ਗੱਲ ਨਜ਼ਰ ਆਉਂਦੀ ਹੈ ਕਿ ਅਕਾਲੀ ਦਲ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਦਾਂ ਸਰਗਰਮ ਹੋਇਆ, ਜਾਂ ਲੁਧਿਆਣੇ ਜ਼ਿਲ੍ਹੇ 'ਚ ਟਿਕਟਾਂ ਵੰਡਤੀਆਂ, ਬਸਪਾ ਨਾਲ ਗੱਠਜੋੜ ਕਰ ਲਿਆ, ਉਹਦੇ ਤੋਂ ਇਲਾਵਾ ਰੋਡ ਸ਼ੋਅ ਸੁਖਬੀਰ ਸਿੰਘ ਬਾਦਲ ਹੋਰੀ ਕਰੀ ਜਾਂਦੇ ਆ। ਮਨਪ੍ਰੀਤ ਸਿੰਘ ਬਾਦਲ ਹੋਰੀ ਤਾਂ ਹੁਣ ਗਏ ਸੀ ਇਹ ਸੁਣਨ ਕਿ ਭਾਈ ਤੁਹਾਡੇ ਸਰਕਾਰੀ ਦਫ਼ਤਰਾਂ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਹੈ। ਅਕਾਲੀ ਦਲ ਵਾਲੇ ਪਹਿਲਾਂ ਹੀ ਚਲੇ ਗਏ ਸੀ, ਕੇਜਰੀਵਾਲ ਸਾਹਿਬ ਆ ਗਏ। ਕਾਂਗਰਸ ਪਾਰਟੀ ਨੂੰ ਥੋੜੀ ਜਿਹੀ ਆਪਣੀ ਕਮਜ਼ੋਰੀ ਉੱਥੇ ਨਜ਼ਰ ਆਉਂਦੀ ਹੈ ਕਿ ਔਖਾ ਹੋ ਜੂ, ਕੋਈ ਨਾ ਕੋਈ ਧਿਰ ਚਾਹੀਦੀ ਹੈ। ਹੁਣ ਪ੍ਰਗਟ ਸਿੰਘ ਹੋਰਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਅਹਿਮੀਅਤ ਮਿਲੀ ਹੈ, ਜਨਰਲ ਸਕੱਤਰ ਨੇ, ਕੈਬਨਿਟ ਮਿਨਿਸਟਰ ਨੇ। ਬੈਂਸ ਭਰਾਵਾਂ ਦੇ ਨਾਲ ਪ੍ਰਗਟ ਸਿੰਘ ਹੋਰਾਂ ਦੀ ਯਾਰੀ ਬੜੀ ਹੈ, ਚਾਹੇ ਉਹ ਸਿਆਸੀ ਤੌਰ ਦੇ ਉੱਤੇ ਪੁੱਗਦੀ ਹੈ ਕਿ ਨਹੀਂ ਪੁੱਗਦੀ, ਇੱਕ ਵੱਖਰੀ ਗੱਲ ਹੈ। ਉਮੀਦ ਇਹ ਪ੍ਰਗਟ ਕੀਤੀ ਜਾ ਰਹੀ ਹੈ, ਕਈ ਲੋਕ ਤਾਂ ਕਹਿੰਦੇ ਆ ਕਿ ਲੋਕ ਇਨਸਾਫ ਪਾਰਟੀ ਉਹਨਾਂ ਨੇ ਸ਼ਾਮਲ ਕਰ ਲੈਣੀ, ਪਰ ਉਹਦੀ ਸੰਭਾਵਨਾ ਕੋਈ ਨਹੀਂ। ਉਹ ਆਪਣੀ ਹੋਂਦ ਵੱਖਰੀ ਰੱਖ ਸਕਦੇ ਆ। ਅਜੇ ਤੱਕ ਬੈਂਸ ਭਰਾਵਾਂ ਨੇ ਇਹਦੀ ਪੁਸ਼ਟੀ ਵੀ ਕੋਈ ਨਹੀਂ ਕੀਤੀ। ਵੱਖਰੀ ਹੋਂਦ ਰੱਖ ਕੇ ਵੀ ਉਹ ਚੋਣ ਲੜ ਸਕਦੇ ਆ। ਹੋ ਸਕਦਾ ਸੀਟਾਂ 3 ਲੈ ਜਾਣ ਕਿ ਭਾਈ 2 ਤਾਂ ਦੋਨਾਂ ਭਰਾਵਾਂ ਦੀਆਂ, ਕਿਉਂਕਿ ਚਿਰਾਂ ਦੇ ਐਮਐਲਏ ਨੇ, 1-2 ਸੀਟਾਂ ਹੋਰ ਮਿਲ ਸਕਦੀਆਂ ਉਹਨਾਂ ਨੂੰ।
ਅਗਲੇ ਵੀ ਚਾਹਣਗੇ ਕਿ ਭਾਈ ਵਿਧਾਨ ਸਭਾ ਦੇ ਵਿੱਚ ਜੇ ਸਾਡੇ 4 ਆਪਣੇ ਮੈਂਬਰ ਹੋਣਗੇ ਤਾਂ ਕਿਆ ਹੀ ਬਾਤਾਂ, ਅਗਲੀ ਵਾਰੀ ਜੇ ਕਿਤੇ ਸਰਕਾਰ ਦਾ ਦਾਅ ਲੱਗ ਜਾਵੇ, ਕਿਉਂਕਿ ਐਤਕੀ ਪਤਾ ਕਿਸੇ ਦਾ ਨਹੀਂ, ਇੱਕ ਅੱਧੀ ਮਿਨਿਸਟਰੀ ਦਾ ਕਿਤੇ ਨਹੀਂ ਗਈ, ਕਿਆ ਬਾਤਾਂ। ਇਹਦੇ ਤੋਂ ਇਲਾਵਾ ਜਿਸ ਤਰੀਕੇ ਪਿਛਲੇ ਦਿਨਾਂ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਹੋਰਾਂ ਤੇ ਕੇਸ ਦਰਜ ਹੋਏ ਆ, ਜਿਸ ਤਰੀਕੇ ਮਨਵਿੰਦਰ ਸਿੰਘ ਗਿਆਸਪੁਰਾ ਹੋਰਾਂ ਵਰਗੇ ਕੁਝ ਇੱਕ ਜਿਹੜੇ ਉਹਨਾਂ ਦੇ ਨੇੜਲੇ ਸਾਥੀ ਉਹਨਾਂ ਨੂੰ ਛੱਡ ਕੇ ਗਏ ਆ, ਤੇ ਹੁਣ ਗੱਠਜੋੜ ਵੀ ਕਿਹਦੇ ਨਾਲ ਕਰਨਾ, ਖਹਿਰਾ ਸਾਹਿਬ ਚਲੇ ਗਏ ਆ, ਆਮ ਆਦਮੀ ਪਾਰਟੀ ਦੇ ਨਾਲ ਤਾਂ ਡਿਫਰੈਂਸਸ ਇੰਨੇ ਵੱਧ ਗਏ ਕਿ ਸੰਭਾਵਨਾ ਹੀ ਕੋਈ ਨਹੀਂ। ਹੋਰ ਕੋਈ ਧਿਰ ਬਸਪਾ ਪਿਛਲੀ ਵਾਰੀ ਨਾਲ ਸੀਗੇ ਲੋਕ ਸਭਾ ਦੀ ਚੋਣ ਵੇਲੇ, ਅਗਲੇ ਅਕਾਲੀ ਦਲ ਦੇ ਨਾਲ ਜਾ ਰਹੇ ਆ, ਭਾਜਪਾ ਦੇ ਨਾਲ ਤਾਂ ਗੱਠਜੋੜ ਕਰਨੋਂ ਰਹੇ। ਇਸ ਕਰਕੇ ਕੋਈ ਨਾ ਕੋਈ ਥਾਂ ਉਹਨਾਂ ਨੂੰ ਵੀ ਚਾਹੀਦੀ ਹੈ। ਤੇ ਲੁਧਿਆਣੇ ਦੀ ਰਾਜਨੀਤੀ ਦੇ ਵਿੱਚ ਜਿਸ ਤਰੀਕੇ ਦੀਆਂ ਕਰਵਟਾਂ ਲਈਆਂ ਜਾ ਰਹੀਆਂ, ਉਹਦੇ ਨਾਲ ਜੇ ਕਾਂਗਰਸ ਪਾਰਟੀ ਲੁਧਿਆਣੇ ਦੇ ਵਿੱਚ ਬੈਂਸ ਭਰਾਵਾਂ ਦੇ ਨਾਲ ਗੱਠਜੋੜ ਕਰ ਲੈਂਦੀ ਹੈ, 3-4 ਸੀਟਾਂ ਉਹਨਾਂ ਨੂੰ ਦੇ ਕੇ, ਤਾਂ ਫਿਰ ਹੋ ਸਕਦਾ ਭਾਈ ਕਿ ਲੁਧਿਆਣਾ ਸ਼ਹਿਰ ਦੇ, ਲੁਧਿਆਣੇ ਜ਼ਿਲ੍ਹੇ ਦੇ ਸਮੀਕਰਨ ਬਦਲ ਜਾਣ। 2,12,000 ਵੋਟਾਂ ਸਿਮਰਜੀਤ ਸਿੰਘ ਬੈਂਸ ਹੋਰਾਂ ਨੂੰ ਲੋਕ ਸਭਾ 'ਚ ਪਈਆਂ ਸੀ, ਉਹ ਦੋਨਾਂ ਦੇ ਹਲਕਿਆਂ ਦੀਆਂ ਨਹੀਂ ਸੀ, 4-5-6 ਹਲਕੇ ਜਿਹੜੇ ਹੋਰ ਸੀ ਉੱਥੋਂ ਵੀ ਚੋਖੀਆਂ ਵੋਟਾਂ, ਨਤੀਜੇ ਬਦਲ ਸਕਦੇ ਆ। ਇਹ ਤਾਂ ਹੁਣ ਕਾਂਗਰਸ ਪਾਰਟੀ ਦੀ ਦੇਖੋ ਨਾ ਵੀ ਇਹ ਉਹਨਾਂ ਦੀ ਸਿਆਣਪ ਕਰਦੇ ਕਿ ਨਹੀਂ ਕਰਦੇ। ਮੈਂ ਨਾ ਆਪਾਂ ਮੋਟੇ ਚਾਹ ਤਾਜੇ ਇੰਨੀ ਲੰਮ ਚੜਾਚ ਨਹੀਂ ਪੈਂਦੇ, ਕਿਸੇ ਵੇਲੇ ਲੋਕਲ ਦੇਸੀ ਉਦਾਹਰਨ ਸਮਝ ਆ ਜਾਂਦੀ ਹੈ। ਦੇਸੀ ਉਦਾਹਰਨ ਇਹ ਆ ਵੀ ਜੇ ਮੰਨ ਲਓ ਵੀ ਇੱਕ ਅਕਾਲੀ ਦਲ ਬੰਦਾ ਖੜਾ ਕਰੂ, ਇੱਕ ਬੈਂਸ ਭਰਾਵਾਂ ਦਾ, ਉਹ ਇੱਕ ਕਾਂਗਰਸ ਦਾ ਹੋਣਾ ਹੈ, ਉਹ ਕਾਂਗਰਸ ਵਾਲਾ ਨਹੀਂ ਹੋਊਗਾ ਤੇ ਅਗਲੇ ਜੇ ਇੱਧਰ ਭੁਗਤ ਜਾਣਗੇ ਤੇ ਬੈਂਸ ਸਾਹਿਬ ਮਜ਼ਬੂਤ ਹੋ ਕੇ ਸਿੰਪਲ ਜਿਹਾ ਕੈਲਕੂਲੇਸ਼ਨ ਹੋ ਸਕਦਾ ਵੀ ਅਗਲਿਆਂ ਦੀ ਤੈਅ ਬਹਿੰਦੀ ਕਿ ਨਹੀਂ ਬਹਿੰਦੀ। ਇਹ ਆਪਾਂ ਚਲੋ 26-27 ਢੀਕ ਲੈਨੇ, ਇਦਾਂ ਹੀ ਰਹਿ ਗਈ ਗੱਲ, ਇਦਾਂ ਰਹਿ ਗਈ। ਬਾਕੀ ਹੁਣ ਚਲੋ ਜੇ ਆਪਾਂ ਹੋਰ ਪੰਜਾਬ ਵਾਲੇ ਪਾਸੇ ਨੂੰ ਗੇੜਾ ਮਾਰੀਏ ਤੇ ਜੋਸ਼ੀ ਸਾਹਿਬ ਵਾਵਾ ਗਰਮ ਹੋਏ। ਉਹ ਕਹਿੰਦੇ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ, ਮੈਂ ਤੇ ਆਪ ਦੇਖ ਲੈਣਾ ਹੱਥ ਹੁੱਥ ਵੀ, ਮੈਂ ਦੇਖੀ ਇਹ ਰੇਖਾ ਹੈ ਨਹੀਂ ਆ ਮੁੱਖ ਮੰਤਰੀ ਵਾਲੀ, ਨਾ ਬਿਲਕੁਲ ਨਹੀਂ ਹੈਗੀ। ਕਹਿੰਦੇ ਉਹ 2-2.5 ਸਾਲ ਮੰਤਰੀ ਵੀ ਰਹੇ ਆ, ਕੁਛ ਨਹੀਂ ਕੀਤਾ, MLA ਵੀ ਰਹੇ, ਕੁਛ ਨਹੀਂ ਕੀਤਾ। ਮੁੱਖ ਮੰਤਰੀ ਤੁਸੀਂ ਬਣਾਉਣ ਦੀ ਗੱਲ ਕਰਦੇ ਹੋ, ਬਣ ਹੀ ਨਹੀਂ ਸਕਦਾ ਬੰਦਾ, ਕਿਤੇ ਰੇਖਾ ਹੈ ਨਹੀਂ। ਆਪਣੇ ਨਵਜੋਤ ਸਿੰਘ ਸਿੱਧੂ ਨਹੀਂ, ਆਹੋ ਹੋਰ ਉਹਨਾਂ ਕਿਹਦੀ ਗੱਲ ਕਰਨੀ, ਅੰਮ੍ਰਿਤਸਰ ਚੋਂ ਜੋਸ਼ੀ ਸਾਹਿਬ ਬੋਲਣ ਇਦਾਂ ਦੀ ਉਦਾਹਰਨ ਦੇਣ ਤੇ ਹੋਰ ਕਿਹਦੀ ਦੇਣਗੇ। ਨਹੀਂ ਗੱਲ ਤਾਂ ਠੀਕ ਹੈ। ਫਿਰ ਮੈਨੂੰ ਲੱਗਦਾ ਕਿ ਜੇ ਇਦਾਂ ਦਾ ਕੰਮ ਕਿਤੇ ਸੂਤ ਆਉਂਦਾ, ਲੋਕਾਂ ਨੂੰ ਪਹਿਲਾਂ ਹੀ ਦੱਸ ਦੇਣ, ਜੂਨ ਸ਼ਸ਼ੋ 5 ਦੇ ਵਿੱਚ ਪਾਇਆ ਕਿ ਭਾਈ ਅਗਲਾ ਮੁੱਖ ਮੰਤਰੀ ਹੋਣਾ ਕੌਣ ਹੈ, ਇਹ ਦੱਸਣ ਦੀ ਜਗ੍ਹਾ ਕਿ ਭਾਈ ਆਹ ਨਹੀਂ ਬਣ ਸਕਦਾ, ਇਹ ਦੱਸ ਦਿਓ ਕਿ ਬਣ ਕਿਹੜਾ ਸਕਦਾ। 5-7 ਤਾਂ ਬੰਦੇ ਨੇ, ਮਿੰਟ 5-5 ਲੈ ਕੇ ਉਹਨਾਂ ਦੇ ਮਾੜੇ-ਮਾੜੇ ਹੱਥ ਦੇਖੋ, ਇੰਨੇ ਫਲੈਕਸਾਂ ਦਾ ਪੈਸਾ ਬਚੇ, ਪੋਸਟਰਾਂ ਦਾ ਪੈਸਾ ਬਚੇ, ਇਲੈਕਸ਼ਨ ਦਾ ਕੰਮ ਇੱਧਰ ਉੱਧਰ ਹੋਵੇ, ਜਿਨ੍ਹਾਂ ਨੇ ਇੰਨੇ ਜ਼ਿਆਦਾ ਪੈਸੇ ਖਰਚਣੇ ਉਹੀ ਪੰਜਾਬ ਦੀ ਭਲਾਈ ਦੇ ਉੱਤੇ ਲੱਗਣ। ਹਾਂ ਚਲੋ ਮੁੱਖ ਮੰਤਰੀ ਦੀ ਰੇਖਾ ਉਹਨਾਂ ਦੇ ਕਿਸਮਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਹੋਵੇ ਨਾ ਹੋਵੇ, ਲੋਕ ਤਾਂ ਇਹ ਵੀ ਕਹਿੰਦੇ ਸੀ ਪ੍ਰਧਾਨਗੀ ਦੀ ਰੇਖਾ ਵੀ ਹੈ ਨਹੀਂ, ਪ੍ਰਧਾਨਗੀ ਅਗਲਾ ਲੈ ਲਿਆ। ਤੇ ਹੁਣ ਜੋਸ਼ੀ ਸਾਹਿਬ ਤਾਂ ਇਹ ਵੀ ਕਹਿੰਦੇ ਆ ਕਿ ਭਾਈ ਆ ਰੋਜ਼-ਰੋਜ਼ ਜਿਹੜੇ ਜਾਮ ਲੱਗਣੇ ਆ, ਟ੍ਰੇਨਾਂ ਜਿਹੜੀਆਂ ਰੁਕਦੀਆਂ, ਇਹਦੇ ਨਾਲ ਵਪਾਰੀਆਂ ਦਾ, ਦੁਕਾਨਦਾਰਾਂ ਦਾ ਨੁਕਸਾਨ ਹੁੰਦਾ। ਜੇ ਕਿਸਾਨ ਅੰਦੋਲਨ ਦੇ ਵਿੱਚ ਨਿੱਤ ਦਿਹਾੜੇ ਇਦਾਂ ਹੋਇਆ ਤਾਂ ਫਿਰ ਔਖਾ ਹੋ ਜਾਊਗਾ, ਲੋਕਾਂ ਦੀ ਸਿਮਤੀ ਜਿਹੜੀ ਹੈ ਹੌਲੀ-ਹੌਲੀ ਉਹ ਖਤਮ ਹੋ ਸਕਦੀ ਹੈ। ਵੈਸੇ 6 ਮਹੀਨਿਆਂ ਬਾਅਦ ਟ੍ਰੇਨਾਂ ਰੁਕੀਆਂ ਸੀ ਮੇਰਾ ਖਿਆਲ ਹੈ, ਤੇ ਮਹੀਨੇ 'ਚ ਇੱਕ ਅੱਧੀ ਵਾਰੀ ਕਿਤੇ ਉਹ ਜਾਮ ਦਾ ਜਾਂ ਬੰਦ ਦਾ ਐਲਾਨ ਕਰਦੇ ਆ। ਤਾਂ ਜੇ ਇਹਦੇ ਨਾਲ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਫਿਰ ਤਾਂ ਵਿਚਾਰਨਾ ਪਊਗਾ। ਦੇਖੋ ਗੱਲ ਇਹ ਆ, ਜੋਸ਼ੀ ਸਾਹਿਬ ਅੱਜ-ਕੱਲ੍ਹ BJP 'ਚ ਨਹੀਂ ਹੈਗੇ, ਅੱਜ-ਕੱਲ੍ਹ ਉਹ ਅਕਾਲੀ ਦਲ 'ਚ ਨੇ ਜੀ। ਤੇ ਅਕਾਲੀ ਦਲ ਦੀ ਜਿਸ ਹਿਸਾਬ ਦੀ ਸਰਗਰਮੀ ਆ, ਉਹ ਹੁਣ ਪਾਰਟੀ ਦਾ ਅਸਰ ਤੇ ਥੋੜਾ ਬਹੁਤ ਹੁੰਦਾ ਹੀ ਹੈ ਨਾ। ਉਹ ਕਹਿੰਦੇ ਵੀ ਯਾਰ ਇਦਾਂ ਕਿਦਾਂ ਰੋਜ਼ ਪ੍ਰਧਾਨ ਜੀ ਨੂੰ ਕਦੇ ਉੱਥੇ ਕਾਲੇ ਝੰਡੇ, ਕਦੇ ਉੱਥੇ ਕਾਲੇ ਝੰਡੇ, ਇਹਦਾ ਨਹੀਂ ਕਰਨਾ ਚਾਹੀਦਾ, ਥੋੜਾ ਸਾਨੂੰ ਖੁੱਲ੍ਹ ਕੇ ਖੇਡਣ ਦਿਓ। ਹੁਣ ਦੇਖੋ ਮੈਨੂੰ ਲੱਗਦਾ ਵੀ ਪ੍ਰਧਾਨ ਜੀ ਸੁਖਬੀਰ ਬਾਦਲ ਸਾਹਿਬ, ਉਹਨਾਂ ਦਾ ਹੱਥ ਵੀ ਕਦੇ ਵੇਖਿਆ ਹੋਣਾ ਜੋਸ਼ੀ ਸਾਹਿਬ, ਹੋ ਪ੍ਰਧਾਨ ਜੀ ਆਹ ਤੇ ਰੇਖਾ ਹੀ ਸਿੱਧੀ ਸੀ, ਇਹ ਮਾੜੀ ਤੇ ਤੁਹਾਡੇ ਹੱਥ 'ਚ ਮਾਰਾ, ਕਿਹੜੇ ਕੰਮ 'ਚ ਪਏ ਹੋ ਤੁਸੀਂ, ਬਸ ਤੁਸੀਂ ਇਹ ਬਾਰ ਫਟਾਫਟ ਉਮੀਦਵਾਰ ਦਾ ਐਲਾਨ ਕਰੋ, ਉਦੋਂ ਬਾਅਦ 22 'ਚ ਤੁਸੀਂ ਮੁੱਖ ਮੰਤਰੀ ਹੋ ਸਕਦਾ ਕਿਹਾ ਹੋਵੇ। ਕਿਉਂਕਿ ਜਿਸ ਹਿਸਾਬ ਨਾਲ ਸੁਖਬੀਰ ਬਾਦਲ ਸਾਹਿਬ ਅੱਜ-ਕੱਲ੍ਹ ਸਰਗਰਮ ਹੋਏ, ਇੱਕ ਤਾਂ ਉਮੀਦਵਾਰਾਂ 'ਤੇ ਆਪਾਂ ਬਾਅਦ 'ਚ ਆਉਂਦੇ ਹਾਂ, ਉਹਨਾਂ ਵੀ ਇੱਕ ਗੱਲ ਕਹੀ, ਕਹਿੰਦੇ ਸਿੱਧੂ ਸਾਹਿਬ ਤਾਂ ਕੰਮ ਉਹ ਮਜਾਇਲ ਵਾਲਾ ਹੀ ਆ ਭਾਈ ਸਾਹਿਬ, ਕੁਛ ਪਤਾ ਨਹੀਂ ਕਿੱਥੇ ਜਾ ਕੇ ਫਟਣਾ। ਇਹਦੇ ਕਾਂਗਰਸ ਪਾਰਟੀ ਨੂੰ ਵੀ ਉਦੋਂ ਪਤਾ ਲੱਗਣਾ ਜਦੋਂ ਜਮਾਂ ਹੀ ਹਾਸ਼ੀਏ ਤੇ ਰਹਿ ਗਈ। ਫਿਰ ਕਹਿੰਦੇ ਜੀ ਚੰਨੀ ਸਾਹਿਬ, ਕਹਿੰਦੇ ਚੰਨੀ ਸਾਹਿਬ ਤੇ ਵਿਚਾਰੇ ਪੈਚਵਰਕ ਵਾਲੇ ਲੀਡਰ ਹੈ ਯਾਰ, ਉਹਨਾਂ ਕੋਲੋਂ ਕੀ ਹੋਣਾ। ਮਤਲਬ ਮੈਂ ਇਹ ਸੋਚਦਾ ਸੀ ਵੀ ਜੇ ਸੁਖਬੀਰ ਬਾਦਲ ਸਾਹਿਬ ਦੀ ਹੁਣ ਸਿਆਸਤ ਦੇ ਵਿੱਚ ਬਿਆਨਬਾਜ਼ੀ ਦੀ ਗੱਲ ਕਰੀਏ ਤੇ ਵਿਰੋਧੀ ਜਾਂ ਰਾਜ ਕਰਦੀ ਧਿਰ ਦੇ ਇੱਕ ਪਾਸੇ ਪ੍ਰਧਾਨ ਨੂੰ ਮਜਾਇਲ ਕਹਿਣਾ ਵੀ ਇਹਨੇ ਖਤਮ ਕਰ ਦੇਣਾ, ਤੇ ਮੁੱਖ ਮੰਤਰੀ ਨੂੰ ਇਹ ਕਹਿਣਾ ਵੀ ਇਹਦੀ ਸੋਚ ਹੀ ਪੈਚਵਰਕ ਦੀ ਆ, ਇਹ ਸਿਆਸਤ ਕਿੱਥੇ ਜਾ ਵੜੀ। ਸੰਧਾਲੀਆ ਸਾਹਿਬ, ਪਹਿਲੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਹੋਰੀ ਕੋਲੋਂ ਨਹੀਂ ਕਹਿੰਦੇ, ਕਾਂਗਰਸ ਪਾਰਟੀ ਦੇ ਵਿੱਚ ਖਲਾਰਾ ਹੀ ਇੰਨਾ ਪਿਆ ਕਿ ਉਹਨਾਂ ਨੂੰ ਕਹਿਣ ਦਾ ਮੌਕਾ ਮਿਲ ਰਿਹਾ। ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਮੁੱਖ ਮੰਤਰੀ ਬਣਾਇਆ ਸੀ ਤੇ ਚੱਜ ਨਾਲ ਰਲ ਮਿਲ ਕੇ ਸਾਰੇ ਜਣੇ ਕੰਮ ਕਰਦੇ, ਕੋਈ ਰੁੱਸ ਕੇ ਕਿਤੇ ਬੈਠਾ, ਕੋਈ ਰੁੱਸ ਕੇ ਕਿਤੇ ਬੈਠਾ, ਕੋਈ ਕਹੀ ਜਾਂਦਾ ਜੀ ਮੈਂ ਉਹਨੂੰ ਕੁਰਸੀ ਤੇ ਬਿਠਾ ਦੂੰ, ਕੋਈ 7-7 ਘੰਟੇ ਮੀਟਿੰਗਾਂ ਚੱਲਦੀਆਂ, ਪ੍ਰੈਸ ਕਾਨਫਰੰਸ ਫੇਰ ਨਹੀਂ ਕਰਦੇ, ਕਦੇ ਦਿੱਲੀ ਸੱਦ ਲੈਂਦੇ, ਕਦੇ ਦਿੱਲੀ ਵਾਲੇ ਇੱਥੇ ਆ ਜਾਂਦੇ ਆ। ਇਹ ਪੈਰ ਹੇਠ ਬਟੇਰਾ ਨਹੀਂ ਆਇਆ, ਉਹ ਆਪ ਬਟੇਰਾ ਫੜ ਕੇ ਉਹਨਾਂ ਦੇ ਕਹਿੰਦੇ ਪ੍ਰਧਾਨ ਜੀ ਮੜ ਜਾ ਪੈਰ ਚੱਕਿਓ, ਕਹਿੰਦੇ ਕੀ ਕਰਨਾ ਬਟੇਰਾ ਦੇਣਾ ਹੀ ਹਨਾ। ਹੁਣ ਮਤਲਬ ਬਟੇਰੇ ਨੂੰ ਵੀ ਸਮਝ ਨਹੀਂ ਲੱਗਣ ਡਈ ਵੀ ਅੱਜ ਕਿਹਦੇ ਪੈਰ ਥੱਲੇ ਆਉਣਾ। ਜੇ ਤਾਂ ਕਾਂਗਰਸੀ ਚੱਜ ਨਾਲ ਚੱਲਣ, ਸਰਕਾਰ ਉਹਨਾਂ ਦੀ ਹੈ, MLA 80 ਤੋਂ ਵੱਧ ਉਹਨਾਂ ਦੇ ਕੋਲ ਨੇ, ਲੜੀ ਤੁਸੀਂ ਫੇਰ ਜਾਂਦੇ ਹੋ। ਸੁਖਬੀਰ ਸਿੰਘ ਬਾਦਲ ਕਹਿਣ ਨਾ ਕਹਿਣ, ਉਹ ਤਾਂ ਜੇ ਗੱਲ ਅੱਧੀ ਵੀ ਹੋਵੇ ਤਾਂ ਵੀ ਕਹਿ ਦਿੰਦੇ ਹੁਣ ਤਾਂ ਪੂਰੀ ਗੱਲ ਹੈ, ਤਾਂ ਫਿਰ ਅਗਲੇ ਕਹਿਣਗੇ। ਪਰ ਇੱਥੇ ਜਿਹੜੀ ਬਹੁਤ ਕਮਾਲ ਦੀ ਗੱਲ ਦੇਖਣ ਵਾਲੀ ਹੈ, ਸ਼੍ਰੋਮਣੀ ਅਕਾਲੀ ਦਲ ਦੀ ਰਣਨੀਤੀ,
ਤੁਸੀਂ ਇਹ ਦੇਖੋ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਲਗਾਤਾਰ 2 ਦਿਨ ਅੰਮ੍ਰਿਤਸਰ ਸ਼ਹਿਰ 'ਚ ਰਹੇ, ਉੱਥੇ 4-5 ਸੀਟਾਂ ਸ਼ਹਿਰ ਦੀਆਂ, ਭਾਰਤੀ ਜਨਤਾ ਪਾਰਟੀ 'ਚੋਂ ਬੰਦੇ ਵੀ ਲਿਆਂਦੇ ਆ, ਭਾਰਤੀ ਜਨਤਾ ਪਾਰਟੀ ਦਾ ਬਦਲ ਵੀ ਦੇਣਾ ਹੈ, ਰੋਡ ਸ਼ੋਅ ਕਰ, ਇੱਕ ਦਿਨ 'ਚ 12-12 14-14 ਮੀਟਿੰਗਾਂ ਕਰ। ਫਿਰ ਉਹਦੇ ਤੋਂ ਬਾਅਦ ਇੱਕ ਦਿਨ ਅਬੋਹਰ ਗਏ, ਹੁਣ 2 ਦਿਨ ਲਗਾਤਾਰ ਲੁਧਿਆਣੇ ਰੋਡ ਸ਼ੋਅ ਕਰਦੇ ਆ, ਹਰ ਥਾਂ ਦੇ ਉੱਤੇ ਚੁੱਪ ਚਪੀਤੇ ਜਾਂਦੇ ਆ, ਰੋਡ ਸ਼ੋਅ ਕਰਦੇ ਆ। ਇਕੱਠ ਉਹਨਾਂ ਦੇ ਵਰਕਰਾਂ ਦਾ ਹੁੰਦਾ ਹੀ ਆ, ਕਿਉਂਕਿ ਅੰਦਰ ਖਾਤੇ ਸੁਨੇਹੇ ਲੱਗਦੇ ਆ। ਇਹਦੇ ਤੋਂ ਇੱਕ ਗੱਲ ਸਾਫ਼ ਤੇ ਸਪਸ਼ਟ ਸਮਝ ਆਉਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਹੋਰੀ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਭਾਜਪਾ ਦੀ ਉਹਨਾਂ ਨੇ ਨੁਕਸਾਨ ਦੀ ਭਰਪਾਈ ਕਰਨੀ ਹੈ ਤੇ ਜਿੱਥੇ ਕਿਸਾਨ ਅੰਦੋਲਨ ਦਾ ਪ੍ਰਭਾਵ ਘੱਟ ਹੈ, ਕਿਉਂਕਿ ਸ਼ਹਿਰ 'ਚ ਦੁਕਾਨਦਾਰ ਹੈ, ਵਪਾਰੀ ਹੈ, ਸ਼ਹਿਰ 'ਚ ਕਿਸਾਨ ਥੋੜੇ ਹੈ, ਤੇ ਉਹਨਾਂ ਨੇ ਸਮਾਂ ਵੀ ਉਹ ਚੁਣਿਆ ਜਦੋਂ ਮਾਲਵੇ ਦਾ ਕਿਸਾਨ ਨਰਮੇ 'ਚ ਲੱਗਿਆ, ਦੁਆਬੇ ਤੇ ਮਾਝੇ ਦਾ ਕਿਸਾਨ ਝੋਨੇ 'ਚ ਲੱਗਿਆ ਕਿ ਭਾਈ ਹੁਣ ਸਮਾਂ ਥੋੜਾ ਹੈ, ਇਹਨਾਂ ਦੇ ਕੋਲੇ ਉਧਰਲੇ ਪਾਸੇ ਲੱਗੇ ਵੀ ਆ ਤੇ ਸ਼ਹਿਰਾਂ 'ਚ ਉਹਨਾਂ ਦਾ ਪ੍ਰਭਾਵ ਵੀ ਘੱਟ ਹੈ, ਆਪਾਂ ਇੱਥੇ ਰੋਡ ਸ਼ੋਅ ਕਰੀਏ। ਹੁਣ ਤੁਸੀਂ ਹੋਰ ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਨਵਾਂ ਮੋਰਚਾ ਖੋਲ ਦਿੱਤਾ ਹੈ। ਅੰਮ੍ਰਿਤਸਰ ਗਏ, ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਨੇ ਤਲਵੀਰ ਸਿੰਘ ਗਿੱਲ, ਨਰੋਲ ਬੀਬੀਆਂ ਦਾ ਇਕੱਠ ਕੀਤਾ ਹੈ। ਦੇਖੋ ਕੋਈ ਨਾਲ ਤੁਰਦਾ ਹੈ ਨਹੀਂ ਤੁਰਦਾ, ਸਮਰਥਨ ਕਿੰਨਾ ਮਿਲਦਾ ਨਹੀਂ ਮਿਲਦਾ, ਪਰ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਵੀ ਕਾਂਗਰਸੀ ਉਧਰਲੇ ਪਾਸੇ ਲੜੀ ਜਾਂਦੇ ਆ। ਘੱਟੋ ਘੱਟ ਵੋਟਰ ਨਾਲ ਨਾ ਤੁਰੂ, ਵਰਕਰ ਤਾਂ ਸਰਗਰਮ ਹੁੰਦਾ ਹੀ ਆ ਨਾ ਕਿ ਭਾਈ ਅਸੀਂ ਜਾਣੇ ਆ। ਹੁਣ ਕਿਸਾਨ ਵਿਹਲੇ ਹੋ ਕੇ ਕੀ ਕਰਦੇ ਆ ਉਹ ਵੱਖਰੀ ਗੱਲ ਹੈ, ਪਰ ਸ਼੍ਰੋਮਣੀ ਅਕਾਲੀ ਦਲ ਇਸ ਲਈ ਸਿੱਧਾ ਹੋਇਆ ਪਿਆ। ਦੇਖੋ ਉਮੀਦਵਾਰ ਤੇ ਉਮੀਦਵਾਰ 18 ਉਮੀਦਵਾਰ, ਹੁਣ 4 ਉਮੀਦਵਾਰਾਂ ਦਾ ਹੋਰ ਉਹਨਾਂ ਨੇ ਐਲਾਨ ਕਰ ਦਿੱਤਾ। ਐਂਡ ਮੈਨੂੰ ਇਹ ਲੱਗਦਾ ਵੀ ਮੈਨੂੰ ਨਹੀਂ ਲੱਗਦਾ ਵੀ ਨਵੰਬਰ ਆਉਣ ਦੇਣਗੇ, ਦੀਵਾਲੀਓਂ ਪਹਿਲਾਂ 117 ਦੇ 117 ਉਹਨਾਂ ਨੇ ਉਮੀਦਵਾਰ ਦੇ ਦੇਣੇ ਆ। ਭਾਈ ਸਾਹਿਬ ਵੀ ਆਹ ਚੱਕੋ ਸਾਡੇ ਉਮੀਦਵਾਰ, ਤਕੜੇ ਹੋ ਕੇ ਹੁਣ ਕੰਮ ਕਰੋ ਤਾਂ ਜੋ 2022 'ਚ ਆਪਣੀ ਸਰਕਾਰ ਬਣੇ। ਪਰ ਦੂਜੇ ਪਾਸੇ ਜਿਹੜੀ ਉਹ ਚਰਚਾ ਚੱਲੀ ਜਾਂਦੀ ਯਾਰ ਪਤਾ ਨਹੀਂ ਵੋਟਾਂ ਪੈਣੀਆਂ ਕਿ ਨਹੀਂ ਪੈਣੀਆਂ, ਇਹ ਮਤਲਬ ਸੁਖਬੀਰ ਬਾਦਲ ਸਾਹਿਬ ਨੂੰ ਕਿਸੇ ਨੇ ਦੱਸਿਆ ਹੋਊਗਾ ਉਹ ਪ੍ਰਧਾਨ ਜੀ ਕਿਹੜੇ ਚੱਕਰ 'ਚ ਪੈ ਜਾਏ ਯਾਰ, ਇੱਥੇ ਤੇ ਇਲੈਕਸ਼ਨ ਹੀ ਨਹੀਂ ਹੋਣੀ, ਤੁਸੀਂ ਉਮੀਦਵਾਰ ਖੜੇ ਕਰੀ ਜਾਂਦੇ। ਮਤਲਬ ਇਹ ਇੱਕੋ ਇੱਕ ਉਦਾਹਰਨ ਹੈ ਵੀ ਜਿਹਦੇ 'ਚ ਉਹ ਆਪਣੀ ਸਰਗਰਮੀ 'ਚ ਲੱਗਿਆ ਵੀ ਉਹਨਾਂ ਨੇ ਮੰਨ ਕੇ ਰੱਖਿਆ ਵੀ ਜਿੱਦਾਂ ਮੰਨ ਲਓ ਫਰਵਰੀ ਜਨਵਰੀ ਦੀ ਕੋਈ ਤਰੀਕ ਵੀ ਤੈਅ ਹੋ ਗਈ ਹੈ। ਦੇਖੋ ਲੋਕਾਂ ਦਾ ਭਲਾ ਇਹਦੇ ਵਿੱਚ ਹੋਵੇ ਨਾ ਹੋਵੇ, ਪਰ ਕਿਉਂਕਿ ਉਹ ਸਿਆਸਤਦਾਨ ਨੇ ਆਪਣਾ ਦੇਖਣਾ ਹੁੰਦਾ। ਜਦੋਂ 100 ਦਿਨਾਂ ਦਾ ਪ੍ਰੋਗਰਾਮ ਦਿੱਤਾ ਸੀ, ਸੀਟਾਂ ਉਹਨਾਂ ਕੋਲ 97 ਆ, 20 ਸੀਟਾਂ ਜਿਹੜੀਆਂ ਉਹ ਬਹੁਜਨ ਸਮਾਜ ਪਾਰਟੀ ਦੀਆਂ, ਉਹਨਾਂ ਨੇ 100 ਦਿਨ ਦਾ ਪ੍ਰੋਗਰਾਮ ਦਿੱਤਾ ਸੀ ਕਿ 3 ਜੇ ਛੁੱਟੀਆਂ ਵੀ ਕਰਨੀਆਂ ਪੈਣਗੀਆਂ ਤੇ 100 ਹਲਕਿਆਂ 'ਚ ਜਾਵਾਂਗੇ, 97 'ਚ ਹਰ ਇੱਕ ਥਾਂ ਦੇ ਉੱਤੇ ਜਾ ਕੇ ਅਨਾਉਂਸ ਕਰਾਂਗੇ ਕਿ ਭਾਈ ਤੁਹਾਡਾ ਸਾਡੀ ਪਾਰਟੀ ਵੱਲੋਂ ਉਮੀਦਵਾਰ ਆ। ਚਲੋ ਉਹ 10-15 ਦਿਨਾਂ ਦੇ ਬਾਅਦ ਕਿਸਾਨਾਂ ਦੇ ਵਿਰੋਧ ਕਰਕੇ ਕੰਮ ਰੁਕ ਗਿਆ। ਉਹਦੇ ਤੋਂ ਬਾਅਦ ਉਹਨਾਂ ਨੇ ਕਦੇ 4, ਕਦੇ 6, ਕਦੇ 2, ਕਦੇ 3, ਹੁੰਦੇ ਲੁਧਿਆਣੇ ਆ ਉਮੀਦਵਾਰ ਬਠਿੰਡੇ ਦਾ ਐਲਾਨ ਦੇਣਗੇ, ਹੁੰਦੇ ਸ਼੍ਰੀ ਮੁਕਤਸਰ ਸਾਹਿਬ ਆ ਉਮੀਦਵਾਰ ਅੰਮ੍ਰਿਤਸਰ ਦਾ ਐਲਾਨ ਦੇਣਗੇ। ਜਾਣੀ ਕੋਈ ਪਤਾ ਨਹੀਂ ਹੁੰਦਾ ਕਿ ਸ਼ਾਮ ਨੂੰ ਪ੍ਰੈਸ ਨੋਟ ਦੇ ਵਿੱਚ ਕਿਹੜੇ ਬੰਦੇ ਆ ਜਾਣੇ। ਹੁਣ ਤੁਸੀਂ ਰਣਨੀਤੀ ਦੇਖੋ, ਲਹਿਰੇ ਗਾਗੇ ਤੋਂ ਉਹਨਾਂ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ, ਉਹਨਾਂ ਨੂੰ ਟਿਕਟ ਦਿੱਤੀ, ਹਲਕਾ ਬਦਲਿਆ। ਪਿਛਲੀ ਵਾਰੀ ਉਹ ਸੁਨਾਮ ਤੋਂ ਲੜੇ ਸੀ, ਸੁਨਾਮ ਤੋਂ ਅਮਨ ਅਰੋੜਾ ਹੋਰਾਂ ਦੇ ਖਿਲਾਫ ਆਮ ਆਦਮੀ ਪਾਰਟੀ ਜਿੱਤੀ ਸੀ, ਤੇ ਇੱਥੇ ਲਹਿਰੇ ਗਾਗੇ ਤੋਂ ਮੁਕਾਬਲਾ ਦੇਖੋ ਕਿੰਨਾ ਫਸਮਾ ਹੋ। ਇੱਕ ਪਾਸੇ ਤੇ ਲੌਂਗੋਵਾਲ ਸਾਹਿਬ ਹੋਣਗੇ, ਦੂਸਰੇ ਪਾਸੇ ਪਰਮਿੰਦਰ ਸਿੰਘ ਢੀਂਡਸਾ ਹੋਣਗੇ, ਤੀਸਰੇ ਪਾਸੇ ਬੀਬੀ ਰਜਿੰਦਰ ਕੌਰ ਭੱਠਲ ਹੋਣਗੇ। ਹੁਣ ਉਹ ਸੀਟ ਬੜੀ ਔਖੀ ਆ। ਚਲੋ ਲੌਂਗੋਵਾਲ ਸਾਹਿਬ ਨੂੰ ਬਥੇਰੀ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦਿੱਤੀ ਹੈ, ਐਤਕੀ ਜੇ ਔਖੀ ਸੀਟ ਵੀ ਲੜ ਲੈਣਗੇ ਕੋਈ ਨਹੀਂ। ਇਧਰ ਸੁਨਾਮ ਵਾਲੇ ਪਾਸੇ ਬਲਦੇਵ ਸਿੰਘ ਮਾਨ ਸਾਹਿਬ ਨੂੰ ਟਿਕਟ ਦਿੱਤੀ ਹੈ। ਬਲਦੇਵ ਸਿੰਘ ਮਾਨ ਕੌਣ ਨੇ? ਬਰਨਾਲਾ ਗਰੁੱਪ ਦੇ ਪੱਕੇ ਬੰਦੇ, ਸੁਰਜੀਤ ਸਿੰਘ ਬਰਨਾਲਾ, ਗਗਨਦੀਪ ਸਿੰਘ ਬਰਨਾਲਾ ਹੋਰਾਂ ਦੇ। ਹੁਣ ਮੈਨੂੰ ਨਹੀਂ ਪਤਾ ਗਗਨਜੀਤ ਸਿੰਘ ਬਰਨਾਲਾ ਹੋਰਾਂ ਦਾ ਸੂਤ ਕਦੋਂ ਲੱਗਣਾ ਹੈ, ਪਰ ਉਹਨਾਂ ਦੇ ਇੱਕ ਮੁੱਖ ਬੰਦੇ ਨੂੰ ਟਿਕਟ ਦੇ ਕੇ ਕੱਲ ਨੂੰ ਕੋਈ ਬੰਦਾ ਐਵੇਂ ਤੂਵੇਂ ਕਰਨ ਵਾਲਾ ਨਹੀਂ ਰਿਹਾ, ਉਹਨਾਂ ਨੂੰ ਸੁਨਾਮ ਤੋਂ ਲੜਾਤਾ ਕਿ ਭਾਈ ਤੁਸੀਂ ਇੱਥੇ ਆਓ। ਪਟਿਆਲੇ ਵਾਲੀ ਸੀਟ ਦਾ ਵੀ ਐਲਾਨ ਕਰਤਾ। ਹੁਣ ਕੈਪਟਨ ਸਾਹਿਬ ਨੇ ਲੜਨੀ ਹੈ ਕਿ ਕਿਸੇ ਹੋਰ ਨੇ ਲੜਨੀ ਹੈ, ਕਿਉਂਕਿ ਜੇ ਕੈਪਟਨ ਸਾਹਿਬ ਵੱਖਰੀ ਪਾਰਟੀ ਬਣਾਉਣਗੇ ਉੱਥੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਕੋਈ ਹੋਰ ਹੋਏਗਾ। ਜੇ ਕੈਪਟਨ ਸਾਹਿਬ ਵੱਖਰੀ ਪਾਰਟੀ ਬਣਾਉਣਗੇ, ਕੀ ਬੀਬੀ ਪ੍ਰਨੀਤ ਕੌਰ ਉਹਨਾਂ ਦੇ ਨਾਲ ਹੋਣਗੇ ਜਾਂ ਕਿੱਧਰ ਹੋਣਗੇ, ਕੁਝ ਨਹੀਂ ਪਤਾ। ਇਸ ਕਰਕੇ ਉਹਨਾਂ ਨੇ ਕਿਹਾ ਕਿ ਐਤਕੀ ਪਤਾ ਨਹੀਂ ਹੁੰਦਾ, ਦਾ ਲੱਗ ਜਵੇ ਹਰਪਾਲ ਜਨੇਜਾ ਸਾਹਿਬ ਦਾ ਨੰਬਰ ਉੱਥੋਂ ਵੀ ਲਾਤਾ ਹੀ। ਚਲੋ ਵਧੀਆ ਗੱਲ ਹੈ। ਹੁਣ ਜਿਸ ਹਿਸਾਬ ਨਾਲ ਮੇਰੇ ਖਿਆਲ ਨਾਲ ਰਣਨੀਤੀ ਘੜੀ ਹੈ, ਕਿਉਂਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਸਾਹਿਬ ਆ, ਦੂਜੇ ਪਾਸੇ ਜਸਵੀਰ ਸਿੰਘ ਗੜੀ ਹੋ ਰਹੀ ਹੈ, ਉਹ ਆਪਣੇ ਹਿਸਾਬ ਨਾਲ ਚਲੋ ਦੱਬੀ ਆਉਂਦੇ ਕਿੱਲੀ। ਪਰ ਮੈਨੂੰ ਇਹ ਜਾਪਦਾ ਵੀ ਇਹ ਜਿੱਧਰ ਨੂੰ ਵੀ ਕੰਮ ਤੁਰਿਆ ਜਾਂਦਾ, ਇਹ ਸਾਰੇ ਕੁਝ ਦੇ ਵਿੱਚ ਇੱਕ ਚੀਜ਼ ਤੇ ਪਿੱਛੇ ਰਹਿ ਗਈ ਨਾ, ਉਹ ਕਿਸਾਨ ਅੰਦੋਲਨ। ਕਿਉਂਕਿ ਲਖੀਮਪੁਰ ਵਾਲੇ ਕੇਸ ਦੇ ਵਿੱਚ ਜੇ ਮੈਂ ਗਲਤ ਨਹੀਂ ਤੇ ਅਸਥੀਆਂ ਤੇ ਅਜੇ ਵੀ ਲੈ ਕੇ ਤੁਰੇ ਫਿਰਦੇ ਨੇ ਵਿਚਾਰੇ। ਕਿਸਾਨ ਅੰਦੋਲਨ ਦਾ ਤਾਂ ਸਿਆਸੀ ਪਾਰਟੀਆਂ ਨੂੰ ਪਹਿਲੇ ਦਿਨ ਤੋਂ ਹੀ ਕੁਛ ਨਹੀਂ ਸੀ। ਜਿੱਦਣ ਲੱਗਦਾ ਸੀ ਕਿ ਭਾਈ ਹੁਣ ਮਾਈਲੇ ਲੈਣ ਦਾ ਮੌਕਾ, ਉਦੋਂ ਕਾਂਗਰਸੀ ਵੀ ਤੁਰੇ ਫਿਰਦੇ ਸੀ, ਅਕਾਲੀ ਵੀ। ਕਾਂਗਰਸੀ ਟਰੈਕਟਰ ਸਾੜੀ ਜਾਂਦੇ ਸੀ, ਇਹ 3-3 ਜਗ੍ਹਾ ਤੋਂ ਇੱਕ ਵਾਰੀ ਮਾਰਚ ਕੱਢਦੇ ਸੀ। ਉਹਦੇ ਤੋਂ ਬਾਅਦ ਚੁੱਪ। ਵੱਡੇ ਬਾਦਲ ਸਾਹਿਬ ਜੀਂਦ ਜਾ ਕੇ ਬੋਲਦੇ ਆ, ਪਰ ਕਿਸਾਨੀ ਅੰਦੋਲਨ ਦੇ ਮੁੱਦੇ ਦੇ ਉੱਤੇ ਕਈ ਮਹੀਨੇ ਮੁੜ ਕੇ ਬੋਲਦੇ ਹੀ ਨਹੀਂ। ਇਸੇ ਤਰੀਕੇ ਬਾਕੀ ਸਿਆਸੀ ਪਾਰਟੀਆਂ, ਉਹ ਤਾਂ ਲੋਕ ਚਲਾਈ ਫਿਰਦੇ ਆ। ਜੇ ਸਿਆਸਤਦਾਨ ਚਲਾਉਂਦੇ ਹੁੰਦੇ ਸਾਲ ਥੋੜੀ ਚੱਲਣਾ ਸੀ, ਫਿਰ ਤਾਂ ਫੁੱਸ ਹੋ ਜਾਣਾ ਸੀ। ਕਿਉਂਕਿ ਇਹਨਾਂ ਨੇ ਸਭ ਤੋਂ ਪਹਿਲਾਂ ਦੇਖਣਾ ਸੀ ਕਿ ਕੁਰਸੀ ਗੱਦੇ ਵਾਲੀ ਮੇਰੀ ਠੀਕ ਹੈ। ਅੱਜ ਤੱਕ ਤੁਸੀਂ ਇਹ ਦੇਖੋ, ਕਮਾਲ ਦੀ ਗੱਲ ਕਿੱਡੀ ਵੱਡੀ, ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਵਿੱਚ ਕਿਤੇ ਬਖਰੇਵੇਂ ਨਹੀਂ ਹੈਗੇ। ਉਹਨਾਂ ਦੇ ਕੰਮ ਕਰਨ ਦੇ ਢੰਗ ਦੇ ਬਖਰੇਵੇਂ, ਉਹਨਾਂ ਦੇ ਵਿਚਾਰਧਾਰਾ ਦੇ ਬਖਰੇਵੇਂ, ਉਹਨਾਂ ਦੇ ਕਾਡਰ ਨੂੰ ਅੱਗੇ ਤੱਕ ਲਿਜਾਣ ਦੇ ਬਖਰੇਵੇਂ, ਉਹਨਾਂ ਦੀ ਸਕੂਲਿੰਗ ਦੇ ਬਖਰੇਵੇਂ।
ਉਹਨੇ ਤਾਂ ਸਿਆਸੀ ਪਾਰਟੀਆਂ 'ਚ ਵਖਰੇਵੇਂ ਨਹੀਂ ਜਿੰਨੇ ਕਿਸਾਨ ਜਥੇਬੰਦੀਆਂ 'ਚ, ਪਰ ਅਗਲਿਆਂ ਨੇ ਕਿਹਾ 32 ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਮੀਟਿੰਗ ਕਰਾਂਗੇ, ਹਰ ਵਾਰੀ ਵੱਖਰੀ ਜਥੇਬੰਦੀ ਦਾ ਬੰਦਾ ਪ੍ਰਧਾਨਗੀ ਕਰੂਗਾ, ਹਰ ਵਾਰੀ ਵੱਖਰੀ ਜਥੇਬੰਦੀ ਦਾ ਮੁਖੀ ਜਿਹੜਾ ਹੈ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਲੀਡ ਕਰੂਗਾ ਤੇ ਨਾਲ ਉਹਦੇ ਬੰਦੇ ਇੰਨੇ ਬੈਠੇ ਹੋਣਗੇ। ਪ੍ਰੈਸ ਨੋਟ ਉਹ ਵੱਖਰੀ ਜਥੇਬੰਦੀ ਦੇ ਪ੍ਰਧਾਨ ਦੇ ਨਾਂ ਦੇ ਹੇਠ ਜਿਹੜਾ ਉਹ ਜਾਰੀ ਹੋਏਗਾ। ਤੁਸੀਂ ਦੇਖੋ ਕਿ ਕਿੰਨੀ ਕੁ ਵਾਰੀ ਕਿਸਾਨਾਂ ਦੇ ਮੁੱਦੇ ਤੇ ਆ 5-7 ਪੰਜਾਬ ਦੀਆਂ ਸਿਆਸੀ ਪਾਰਟੀਆਂ ਇਹ ਕਹਿੰਦੀਆਂ ਜੀ ਇਕੱਠੇ ਹੋ ਕੇ ਚੱਲਦੇ ਆ, ਐਤਕੀ ਸੁਖਬੀਰ ਸਿੰਘ ਬਾਦਲ ਸਾਹਿਬ ਤੁਸੀਂ ਪ੍ਰਧਾਨਗੀ ਕਰ ਲਓ, ਐਤਕੀ ਸਿੱਧੂ ਸਾਹਿਬ ਤੁਸੀਂ ਪ੍ਰਧਾਨਗੀ ਕਰ ਲਓ, ਐਤਕੀ ਸਿਮਰਜੀਤ ਸਿੰਘ ਬਾਂਸ ਨੂੰ ਚਾਰਜ ਦੇ ਦਿਓ, ਐਤਕੀ ਅਸ਼ਵਨੀ ਸ਼ਰਮਾ ਸਾਹਿਬ ਨੂੰ ਅੱਗੇ ਲਾ ਦਿਓ, ਐਤਕੀ ਜਸਵੀਰ ਸਿੰਘ ਗੜੀ ਦਾ ਨੰਬਰ ਲੱਗਦਾ ਹੈ, ਐਤਕੀ ਉਸ ਬੰਦੇ ਦਾ। ਇੱਕ ਵਾਰੀ ਵੀ ਨਹੀਂ ਇਕੱਠੇ ਹੋਏ। ਤੇ ਜੇ ਕਿਤੇ ਇਹਨਾਂ ਦੇ ਹੱਥ ਕਿਸਾਨ ਅੰਦੋਲਨ ਆ ਜਾਂਦਾ, ਹਲ ਕਿਤੇ ਹੋਣਾ ਸੀ, ਪੰਜਾਲੀ ਕਿਤੇ ਹੋਣੇ ਸੀ, ਬਹਾਲ ਪਤਾ ਨਹੀਂ ਕਿੱਥੋਂ ਲੱਭ ਕੇ ਲਿਆਉਣੇ ਪੈਣੇ, ਰੱਸੇ ਗਲਾਂ 'ਚ ਨਹੀਂ ਸੀ ਹੋਣੇ। ਨਹੀਂ, ਮੇਰਾ ਖਿਆਲ ਇਹੀ ਸ਼ਾਇਦ ਕਾਰਨ, ਇਹ ਗੱਲ ਕਿਸਾਨ ਲੀਡਰਾਂ ਨੂੰ ਪਤਾ। ਹੁਣ ਉਹ ਜਿਹੜੇ ਬਜ਼ੁਰਗ ਆ, ਦਹਾਕੇ ਹੋ ਗਏ ਜਿਹਨਾਂ ਨੂੰ ਇਹ ਸਾਰੇ ਸੰਘਰਸ਼ ਲੜਦੇ ਆ, ਉਹਨਾਂ ਨੂੰ ਪਤਾ ਸੀ। ਸ਼ਾਇਦ ਇਹੋ ਹੀ ਕਾਰਨ ਸੀਗਾ ਵੀ ਉਹ ਸ਼ੁਰੂ ਤੋਂ ਕਹਿੰਦੇ ਰਿਹਾ ਵੀ ਵੀਰ ਦਰੀ ਸਾਡੀ ਜ਼ਰੂਰ ਹੋਊਗੀ, ਪਰ ਉਹਦੀ ਮਗਰਲੀ ਨੁੱਕਰ ਤੇ ਬਹਿਣਾ। ਇਹ ਨਹੀਂ ਵੀ ਤੂੰ ਸਟੇਜ ਤੋਂ ਚੜ੍ਹਦਾ ਐਵੇਂ ਮੱਥਾ ਟੇਕਦਾ ਵੀ ਹਾਂਜੀ ਹਾਂਜੀ ਨਾਲੇ ਹੱਥ ਲਾ ਕੇ ਤੇ ਫਿਰ ਆਖਿਆ ਵੀ ਹੌਲੀ ਜੀ ਮੇਰੇ ਕੋਲ ਨਾ ਚੌਂਕੜੀ ਨਹੀਂ ਵੱਜਦੀ, ਮੇਰੇ ਕੋਲ ਨਾ ਸਟੇਜ ਤੇ ਅੱਗੇ ਲੱਤਾਂ ਲਮਕਾ ਕੇ ਬਹਿ ਲੈਂਦੇ। ਉਹ ਕਹਿੰਦੇ ਬਹਿਣਾ ਵੀ ਦਰੀ ਦੇ ਕੋਨੇ ਤੇ ਜਿੱਥੇ ਜੁੱਤੀ ਲੱਗ ਗਏ ਪਈ ਹੋਵੇ ਜਾਣਾ ਸੌਖਾ ਹੋ ਜਾਵੇ। ਹੁਣ ਇਹ ਜਿਹੜਾ ਫਰਕ ਮੇਰੇ ਖਿਆਲ ਨਾਲ ਇੰਨੇ ਚਿਰ ਦਾ ਉਹਨਾਂ ਨੇ ਰੱਖਿਆ, ਇਹਦੇ ਪਿੱਛੇ ਕਾਰਨ ਤੇ ਸੀਗਾ। ਪਰ ਦੂਜੇ ਪਾਸੇ ਜਦੋਂ ਆਪਾਂ ਸਿਆਸਤ ਦੀ ਗੱਲ ਕਰਦੇ ਹਾਂ ਤੇ ਸਿਆਸਤ ਤੇ ਘੁੰਮਦੀ ਘੁਮਾਉਂਦੀ ਇਹੋ ਹੀ ਕਹਿੰਦੀ ਹੈ ਨਾ ਵੀ ਭਾਈ ਸਾਹਿਬ ਇਹ ਜੋ ਕੁਝ ਵੀ ਹੈਗਾ ਇਹਨੂੰ ਆਪਾਂ ਕਿਸੇ ਨਾ ਕਿਸ ਤਰ੍ਹਾਂ ਆਪਣੇ ਢੰਗ ਨਾਲ ਵਰਤ ਲੈਣ। ਉਸ ਪਾਸੇ ਆਪਾਂ ਆਉਣੇ ਦੁਬਾਰਾ। ਮੈਨੂੰ ਇਸ ਲਈ ਆਪਾਂ ਲਖੀਮਪੁਰ ਵਾਲੇ ਕੇਸ ਦੀ ਥੋੜੀ ਜਿਹੀ ਗੱਲ ਕਰ ਲਈਏ, ਜੇ ਮੈਂ ਗਲਤ ਨਹੀਂ। ਤੇ ਹੁਣ ਤਾਂ ਸ਼ਾਇਦ ਉਸ ਤੋਂ ਜਿਹੜੇ ਕਿਸਾਨ ਆਗੂ ਨੇ, ਜਿਹੜੇ ਹੋਰ ਆਮ ਕਿਸਾਨ ਸੀ ਉੱਥੇ, ਉਹ ਸਾਰੀ ਘਟਨਾ ਦੇ ਵਿੱਚ ਉਹਨਾਂ ਤੋਂ ਪੁੱਛਗਿੱਛ ਸ਼ੁਰੂ ਹੋ ਗਈ। ਸੰਧਾਲੀਆ ਸਾਹਿਬ 2 FIR ਦਰਜ ਹੋਈਆਂ ਸੀ। ਇੱਕ ਤਾਂ ਕਿਸਾਨਾਂ ਨੇ ਕਰਾਈ ਸੀ ਕਿ ਸਾਡੇ ਉੱਤੇ ਗੱਡੀ ਚਾੜੀ ਹੈ, ਦੂਜੇ ਦਿਨ ਇੱਕ FIR ਉਹਨਾਂ ਨੇ ਕਰਾਤੀ ਸਾਡੇ ਬੰਦੇ ਕੁੱਟ-ਕੁੱਟ ਮਾਰਿਆ। SIT ਬਣ ਗਈ ਹੈ, 10 ਬੰਦੇ ਗ੍ਰਿਫਤਾਰ ਹੋ ਚੁੱਕੇ ਆ, ਆਸ਼ੀਸ਼ ਮਿਸ਼ਰਾ ਤੇ ਉਹਦੇ ਸਾਥੀ। ਪੁੱਛਗਿੱਛ ਚੱਲ ਰਹੀ ਹੈ, ਰੋਜ਼ ਇੱਕ ਅੱਧੀ ਗ੍ਰਿਫਤਾਰੀ, ਰੋਜ਼ ਇੱਕ ਅੱਧੇ ਦੇ ਰਿਮਾਂਡ ਦੀ ਚਰਚਾ ਚੱਲਦੀ ਹੈ। ਪਰ ਅਜੇ ਮਿਸ਼ਰਾ ਉੱਪਰਲੇ ਪਾਸੇ ਅਜੇ ਮੰਤਰੀ ਮੰਡਲ 'ਚ ਨੇ, ਜਿਨ੍ਹਾਂ ਨੂੰ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਕਰਨ ਦੀ ਮੰਗ ਸੰਯੁਕਤ ਕਿਸਾਨ ਮੋਰਚੇ ਦੀ ਸੀ। ਪਰ ਹੁਣ ਜਿਹੜੀ SIT ਬਣੀ ਆ, ਉਹਨੇ 50 ਕਿਸਾਨਾਂ ਨੂੰ ਨੋਟਿਸ ਭੇਜੇ ਦੂਸਰੀ FIR ਦੇ ਪਰਛਾਵੇਂ ਦੇ ਹੇਠ। ਉਹਦੇ ਵਿੱਚੋਂ 15 ਕਿਸਾਨ ਫਿਰ SIT ਮੂਹਰੇ ਪੇਸ਼ ਹੋਏ, ਕਿਸਾਨਾਂ ਦੀਆਂ ਜਥੇਬੰਦੀਆਂ ਦਾ ਵਕੀਲ ਨਾਲ ਰਿਹਾ। 11 ਕਿਸਾਨਾਂ ਦੇ ਬਿਆਨ ਦਰਜ ਹੋ ਗਿਆ, ਬਾਕੀਆਂ ਦੇ ਹੌਲੀ-ਹੌਲੀ ਦਰਜ ਹੋ ਜਾਣਗੇ। ਮਾਮਲਾ ਕਿੱਧਰ ਨੂੰ ਜਾਊਗਾ, ਕਿੱਧਰ ਨੂੰ ਨਹੀਂ ਜਾਊਗਾ, ਪਰ ਇੱਕ ਗੱਲ ਪੱਕੀ ਹੈ ਕਿ ਹੁਣ ਉਹ ਜਿਹੜੀ ਦੂਸਰੀ FIR ਕਰਾਈ ਸੀ ਕਿ ਭਾਈ ਧੱਕਾ ਸਾਡੇ ਨਾਲ ਵੀ ਹੋਇਆ, ਉਹ ਕੰਮ ਬਰਾਬਰ ਚੱਲਣ ਲੱਗ ਪਿਆ। ਤੇ ਹੁਣ ਇਹ ਵੀ ਪਤਾ ਲੱਗਿਆ ਕਿ ਕੁਝ ਸਥਾਨਕ ਲੀਡਰ ਇੱਕ ਵਾਰੀ ਫੇਰ ਸਰਗਰਮ ਕਿ ਭਾਈ ਮਸਲੇ ਨੂੰ ਹੌਲੀ-ਹੌਲੀ ਥੋੜ੍ਹਾ ਜਿਹਾ ਢਿੱਲਾ ਪਾਈਏ। ਪਰ ਉਧਰ ਗੱਲ ਤੁਹਾਡੀ ਠੀਕ ਹੈ ਕਿ ਸਾਰੇ ਦੇਸ਼ ਦੇ ਵਿੱਚ ਉਹਨਾਂ ਦੇ ਕਲਸ਼, ਉਹਨਾਂ ਦੀਆਂ ਅਸਥੀਆਂ ਲੈ ਕੇ ਯਾਤਰਾਵਾਂ ਕੱਢੀਆਂ ਜਾ ਰਹੀਆਂ। ਦੇਖਦੇ ਮਸਲਾ ਕਿੱਧਰ ਜਾਂਦਾ ਹੈ। ਮਤਲਬ ਜਦੋਂ ਇੱਕ ਵਾਰ ਮੇਰੇ ਖਿਆਲ ਨਾਲ ਇਹ ਕੋਰਟ ਕਚਹਿਰੀ ਵਾਲਾ ਕੰਮ ਸ਼ੁਰੂ ਹੋ ਜਾਂਦਾ, ਉਹਦੇ ਵਿੱਚ ਤੇ ਗੱਲ ਲੰਮੀ ਪੈ ਹੀ ਜਾਂਦੀ ਹੈ। ਵੈਸੇ ਕੋਰਟ ਕਚਹਿਰੀ ਵਾਲੀ ਗੱਲ ਦਾ ਆਪਾਂ ਉਹ ਵੀ ਜ਼ਿਕਰ ਕਰਦੇ ਜਾਈਏ ਕਿ ਮੇਰੇ ਖਿਆਲ ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਜਿਹੜੀ ਉਹ ਪਹਿਲੀ ਵਾਰ RS ਬੈਂਸੂਰੀ ਹਾਜ਼ਰ ਹੋਏ ਸੀ, ਕਿਉਂਕਿ ਪਬਲਿਕ ਪ੍ਰੋਸੀਕਿਊਟਰ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ। ਹੁਣ ਉਹਦੇ ਤੇ ਵੀ ਕਹਿੰਦੇ ਵੀ ਸਾਹਮਣੇ ਵਾਲੀ ਜਿਹੜੀ ਧਿਰ ਆ, ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਵੀ ਬੈਂਸ ਸਾਹਿਬ ਕਿੱਦਾਂ ਭਾਈ ਸਾਹਿਬ, ਕਿਉਂਕਿ ਬੈਂਸ ਸਾਹਿਬ ਤੇ ਮੁਦਈ ਧਿਰ ਵੱਲੋਂ ਹੁੰਦੇ ਸੀਗੇ। ਪਹਿਲਾਂ ਆਲਰੇਡੀ ਬੰਦਾ ਉਸ ਪਾਸਿਓਂ ਹਾਜ਼ਰ ਹੁੰਦਾ ਰਿਹਾ ਤੇ ਹੁਣ ਤੁਸੀਂ ਉਹਨੂੰ ਸਰਕਾਰੀ ਧਿਰ ਵਾਲੇ ਪਾਸਿਓਂ ਕਿੱਦਾਂ ਪੇਸ਼ ਕਰ ਸਕਦੇ? ਮੈਨੂੰ ਲੱਗਦਾ ਵੀ ਇਹ ਬੈਂਸ ਸਾਹਿਬ ਕੋਲ ਕੋਈ ਐਸੀ ਕੁੰਡੀ ਹੈਗੀ ਜਿਹਦਾ ਕਰਕੇ ਅਗਲਾ ਨੇ ਕਿਹਾ ਵੀ ਨਾ 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 ਜੀ ਇਹ ਨਹੀਂ ਵਕੀਲ ਫਿਰ ਸਾਨੂੰ ਫਿੱਟ ਹੈਗਾ। ਨਹੀਂ ਦੇਖੋ, ਅਗਲਿਆਂ ਨੂੰ ਮਾੜਾ ਮੋਟਾ ਤਾਂ ਇਤਰਾਜ਼ ਹੋਣਾ ਹੀ ਹੈ। ਜਿਹੜੇ ਬੰਦੇ ਨੇ ਤੀਸਰੇ ਕੇਸ ਦੇ ਵਿੱਚ ਰਾਮ ਰਹੀਮ ਸੱਚੇ ਸੌਦੇ ਵਾਲਾ ਖੋਟਾ ਸਾਧ ਜਿਹੜਾ ਹੈ, ਉਹਨੂੰ ਅੰਦਰ ਕਰਾਤਾ ਉਮਰ ਕੈਦ ਦੇ, ਕਿਉਂਕਿ ਬਾਹਰ ਆ ਕੇ ਉਹੀ ਬੋਲਦੇ ਸੀ, ਕਹਿੰਦੇ ਕੋਈ ਗੱਲ ਨਹੀਂ, ਫਾਂਸੀ ਨਹੀਂ ਵੀ ਕੋਈ ਗੱਲ ਨਹੀਂ, ਉਮਰ ਕੈਦ 'ਚ ਬੰਦੇ ਨੂੰ ਮੜ ਜਾ ਅਹਿਸਾਸ ਤਾਂ ਹੁੰਦਾ ਨਾ ਕਿ ਕਹਾਣੀ ਕੀ ਹੋ ਗਈ ਹੈ। ਜਿਹੜਾ ਬੰਦਾ ਵੱਡੇ ਵੱਡੇ ਕੇਸਾਂ ਦੇ ਵਿੱਚ ਪੇਸ਼ ਹੁੰਦਾ, ਖਾਸ ਤੌਰ ਦੇ ਉੱਤੇ ਮਨੁੱਖੀ ਅਧਿਕਾਰਾਂ ਦੇ ਕੇਸਾਂ ਦੇ ਵਿੱਚ ਬਰੀਕ ਨਜ਼ਰ ਰੱਖਦੇ ਆ, ਤੇ ਬਰੀਕ ਨਜ਼ਰ ਤੋਂ ਬਰੀਕ ਸੂਈ ਤੋਂ ਡਰ ਸਾਰਿਆਂ ਨੂੰ ਲੱਗਦਾ ਹੁੰਦਾ। ਮਤਲਬ ਇਹ ਆਉਣ ਵਾਲੇ ਦਿਨਾਂ 'ਚ ਦੇਖਣ ਵਾਲੀ ਗੱਲ ਹੋਣੀ ਵੀ ਜੇ ਤਾਂ ਉਹ ਵਾਲਾ ਜਿਹੜਾ ਇਤਰਾਜ਼ ਆ ਉਹਨੂੰ ਅਦਾਲਤ ਨੇ ਮੰਨ ਲਿਆ, ਬੈਂਸ ਸਾਹਿਬ ਨੂੰ ਹਟਾ ਦਿੱਤਾ ਜਾਂਦਾ, ਫਿਰ ਇਹ ਨਾ ਹੋਏ ਪੰਜਾਬ ਸਰਕਾਰ ਫੇਕ ਸੂਤੀ ਬਾਜੇ ਜੀ। ਤੇ ਜਿੱਦਾਂ ਬੈਂਸ ਸਾਹਿਬ ਨੇ ਕਿਹਾ ਕਿ ਵੀ ਇਹਦੇ 'ਚ ਕੋਈ ਇਤਰਾਜ਼ ਵਾਲੀ ਗੱਲ ਨਹੀਂ ਹੈ ਨਾ, ਕਿਉਂਕਿ ਵੀ ਮੈਂ ਜਿਸ ਪਾਸਿਓਂ ਅੱਗੇ ਸੀ, ਜਿਹੜੀ ਗੱਲ ਮੈਂ ਉਧਰੋਂ ਕਹਿਣੀ ਸੀ ਉਹੀ ਮੈਂ ਸਰਕਾਰ ਵਾਲੇ ਪਾਸਿਓਂ ਕਹਿਣੀ, ਇਹ ਤੇ ਇਤਰਾਜ਼ ਵਾਲੀ ਗੱਲ ਕੋਈ ਨਹੀਂ। ਬਾਕੀ ਆਉਣ ਵਾਲਾ ਟਾਈਮ ਦੱਸੂ, ਕਿਉਂਕਿ ਉਲਟ ਪਾਸਿਓਂ ਤਾਂ ਹੋਏ ਨਹੀਂ, ਦਿਸ਼ਾ ਉਹੀ ਹੈ। ਵੱਖਰੀ ਗੱਲ ਹੈ ਕਿ ਉਹ ਪਾਰਟੀ ਬਦਲ ਗਈ ਹੈ। ਜਿਨ੍ਹਾਂ ਦੇ ਖਿਲਾਫ ਪਹਿਲਾਂ ਬੋਲਦੇ ਸੀ, ਬੋਲਣਾ ਉਹਨਾਂ ਦੇ ਖਿਲਾਫ ਹੀ ਹੈ। ਹਾਂ, ਪਹਿਲਾਂ ਉਹਨਾਂ ਨਾਲ ਬੋਲਣਾ ਸੀ ਜਿਨ੍ਹਾਂ ਦੇ ਨਾਲ ਹੋਇਆ, ਤੇ ਹੁਣ ਸਰਕਾਰ ਵਾਲੇ ਬੋਲਣਾ। ਅੱਛਾ, ਆਪਾਂ ਹੁਣ ਕਿਹੜੇ ਪਾਸੇ ਜਾਣਾ? ਮੈਨੂੰ ਐਂ ਲੱਗਦਾ ਕਿ ਆਪਾਂ ਹੁਣ ਜਿਹੜੀ ਘਟਨਾ ਘਟੀ ਸੀ ਸਿੰਘੂ ਬਾਰਡਰ ਦੇ ਉੱਤੇ, ਆਪਾਂ ਉਧਰਲੇ ਪਾਸੇ ਨੂੰ ਜਿਹੜਾ ਉਹ ਤੁਰਦੇ ਹਾਂ। ਕਿਉਂਕਿ ਇੱਕ ਪਾਸੇ ਤਾਂ ਚਰਚਾ ਇਹ ਚੱਲਦੀ ਹੈ ਕਿ ਜਿਹੜੇ ਨਿਹੰਗ ਸਿੰਘਾਂ ਨੇ ਸਮਰਪਣ ਕੀਤਾ ਸੀ ਪੁਲਿਸ ਦੇ ਕੋਲ ਤੇ ਜਾ ਕੇ ਮੰਨਿਆ ਸੀ ਕਿ ਭਾਈ ਅਸੀਂ ਕੀਤਾ ਤੇ ਅਸੀਂ ਮੁੱਕਰਦੇ ਨਹੀਂ, ਅਸੀਂ ਇਸ ਕਰਕੇ ਕੀਤਾ ਕਿਉਂਕਿ ਉਹਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਲਖਵੀਰ ਸਿੰਘ ਨੇ। ਹੁਣ ਪਤਾ ਲੱਗਾ ਕਿ ਪੁੱਛਗਿੱਛ ਤੋਂ ਬਾਅਦ ਪੁਲਿਸ ਜਿਹੜੀ ਹੈ 2-3 ਹੋਰ ਵਿਅਕਤੀਆਂ ਨੂੰ, ਨਿਹੰਗ ਸਿੰਘਾਂ ਨੂੰ ਭਾਲ ਰਹੀ ਹੈ, ਕਿਉਂਕਿ ਉਹਨਾਂ ਨੇ ਪੁੱਛਗਿੱਛ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਕਿ ਕੁਝ ਇੱਕ ਦੇ ਹੋਰ ਨਾਲ ਹੈ। ਹਾਲਾਂਕਿ ਡਿਸਕਲੋਜ਼ ਨਹੀਂ ਕੀਤਾ ਜਾ ਰਿਹਾ ਕਿ ਉਹ ਨਾਮ ਕਿਹੜੇ ਨੇ,
ਪਰ ਇੱਕ ਦੋ ਵਾਰੀ ਪੁਲਿਸ ਨੇ ਜਿਹੜਾ ਉਹ ਫੇਰਾ ਮਾਰਿਆ ਕਿ ਇੱਕ ਦੋ ਬੰਦੇ ਆਪਾਂ ਕਾਬੂ ਜਿਹੜੇ ਹੋਰ ਕਰ ਲਈਏ। ਹਾਲਾਂਕਿ ਨਿਹੰਗ ਸਿੰਘ ਜਥੇਬੰਦੀਆਂ ਪਹਿਲਾਂ ਕਹਿ ਚੁੱਕੀਆਂ ਕਿ ਭਾਈ ਇਹ 4 ਸੀ, 5ਵਾਂ ਬੰਦਾ ਨਹੀਂ ਦਿੱਤਾ ਜਾਊਗਾ। ਵੈਸੇ ਨੀਤੀ ਕੋਈ ਨਾ ਕੋਈ ਨਵੀਂ ਗੱਲ ਸਾਹਮਣੇ ਆਉਂਦੀ ਹੈ ਨਾ। ਅੱਜ ਵੀ ਮੇਰਾ ਖਿਆਲ ਇੱਕੋ ਖਬਰ ਜਿਹੜੀ ਨਸ਼ਰ ਹੋਈ ਹੈ ਜਿਹਦੇ ਤੇ ਜਿਸ ਦਿਨ ਪਹਿਲੇ ਦਿਨ ਜਿਹੜੇ ਨਿਹੰਗ ਸਿੰਘ ਹੋਰਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਸੀ ਵੀ ਮੈਂ ਕੀਤਾ ਜੀ ਸਾਰਾ ਕੁਝ, ਸ਼ਾਇਦ ਸਰਬਜੀਤ ਸਿੰਘ ਉਹਨਾਂ ਦਾ ਨਾਂ ਆ, ਉਹਨਾਂ ਦੇ ਹੁਣ ਪਰਿਵਾਰ ਨੇ ਵੀ ਮੇਰਾ ਖਿਆਲ ਸਾਹਮਣੇ ਆ ਕੇ ਗੱਲ ਕੀਤੀ ਐਂਡ ਆਸੇ-ਪਾਸੇ ਦੇ ਲੋਕਾਂ ਨੇ ਵੀ ਜ਼ਿਕਰ ਕੀਤਾ ਵੀ ਯਾਰ ਇਹ ਬੰਦੇ ਬਾਰੇ ਤਾਂ ਸਾਨੂੰ ਪਤਾ ਨਹੀਂ ਸੀ ਕਿਉਂਕਿ ਪਹਿਲਾਂ ਉਹ ਕਲੀਨ ਸ਼ੇਵ ਸੀ ਐਂਡ 2 ਸਾਲ ਤੋਂ ਸ਼ਾਇਦ ਉਹ ਪਰਿਵਾਰ ਦੇ ਨਾਲ ਵੀ ਨਹੀਂ ਆ। ਉਸ ਤੋਂ ਬਾਅਦ ਪਰਿਵਾਰ ਨੂੰ ਵੀ ਹੁਣ ਜਾ ਕੇ ਪਤਾ ਲੱਗਿਆ ਵੀ ਯਾਰ ਇੱਦਾਂ ਕਿੱਦਾਂ ਹੋ ਗਿਆ। ਐਂਡ ਜਿੱਦਣ ਉਹ ਮੇਰੇ ਖਿਆਲ ਨਾਲ ਪੇਸ਼ੀ ਹੁੰਦੀ ਹੈ ਤੇ ਉਸ ਦਿਨ ਸ਼ਾਇਦ ਤਾਰ ਫਸ ਕੇ ਉਹਨਾਂ ਦੀ ਦਸਤਾਰ ਲੱਥੀ, ਉਦਣ ਜਿਹੜੇ ਵਾਲ ਸੀ ਉਹਨਾਂ ਤੇ ਬੜੇ ਲੋਕਾਂ ਨੇ ਇਤਰਾਜ਼ ਕੀਤਾ ਸੀ ਵੀ ਯਾਰ ਵਾਲ ਨਿੱਕੇ ਨਿੱਕੇ ਲੱਗਦੇ ਨੇ, ਇੱਦਾਂ ਜਾਪਦਾ ਜਿੱਦਾਂ ਜੇ ਨਵੇਂ ਉਹ ਇਸ ਰੂਪ 'ਚ ਆਏ ਆ। ਤੇ ਉਹ ਜਿਹੜੀ ਫੋਟੋ ਆ ਤੇ ਉਹ ਜਿਹੜਾ ਪਰਿਵਾਰ ਨੇ ਮੇਰੇ ਖਿਆਲ ਨਾਲ ਡਿਟੇਲ ਦੱਸੀ ਆ ਵੀ ਬੰਦਾ ਵਾਕਿਆ ਕਲੀਨ ਸ਼ੇਵ ਸੀ ਪਹਿਲਾਂ, ਉਹਦੇ ਤੋਂ ਤੇ ਇਹ ਗੱਲ ਫਿਰ ਕਿਤੇ ਨਾ ਕਿਤੇ ਸਾਬਤ ਹੋ ਗਈ ਵੀ ਬੰਦਾ ਪੁਰਾਣਾ ਨਿਹੰਗ ਸਿੰਘ ਨਹੀਂ ਸੀਗਾ, ਜਾ ਕੇ ਦਲ ਨਾਲ ਬਾਅਦ ਜੁੜਿਆ। ਸੰਧਾਲੀਆ ਸਾਹਿਬ, ਇੱਕ ਤਾਂ ਇਹ ਵੀ ਗੱਲ ਗੌਲਣਯੋਗ ਆ ਕਿ ਪਰਿਵਾਰ ਨੇ ਜੋ ਕੁਝ ਉਸਨੇ ਕੀਤਾ ਉਹਨੂੰ ਗਲਤ ਨਹੀਂ ਠਹਿਰਾਇਆ। ਹਾਂ, ਪਹਿਲੀ ਗੱਲ ਇਹ ਕਿ ਜੋ ਕੁਝ ਸਰਬਜੀਤ ਸਿੰਘ ਨੇ ਕੀਤਾ, ਜੇ ਆਪਾਂ ਕਹੀਏ ਨਾ ਕਿ ਪਰਿਵਾਰ ਕਹਿੰਦਾ ਜੀ ਬਹੁਤ ਮਾੜਾ ਕੀਤਾ, ਇਦਾਂ ਦੀ ਗੱਲ ਉਹਨਾਂ ਨੇ ਕੋਈ ਨਹੀਂ ਆਖੀ। ਉਹ ਕਹਿੰਦੇ ਜੇ ਬੇਅਦਬੀ ਵਾਲਾ ਮਸਲਾ ਸੀ ਤਾਂ ਫਿਰ ਕੋਈ ਨਾ ਕੋਈ ਪ੍ਰਤੀਕਰਮ ਤਾਂ ਹੋਣਾ ਹੀ ਸੀ। ਫਿਰ ਉਹਨੇ ਇਹ ਵੀ ਕਿਹਾ ਕਿ ਭਾਈ ਵਿਆਹ ਹੋਇਆ ਸੀ ਪਰ ਉਹਦੇ ਤੋਂ 2 ਸਾਲ ਬਾਅਦ ਕਿਉਂਕਿ ਸੁਭਾਅ ਥੋੜਾ ਜਿਹਾ ਹੋਰ ਤਰੀਕੇ ਦਾ ਸੀ, ਥੋੜਾ ਜਿਹਾ ਗੁੱਸੇ ਵਾਲਾ ਸੀ ਤੇ 2 ਸਾਲ ਬਾਅਦ ਫਿਰ ਬਹੁਤੀ ਬਣੀ ਨਹੀਂ। ਤੇ 2 ਸਾਲ ਪਹਿਲਾਂ ਹੀ ਉਹ ਕਹਿੰਦੇ ਹਜੂਰ ਸਾਹਿਬ ਗਏ ਸੀ, ਉਹ ਅਕਸਰ ਧਾਰਮਿਕ ਸਥਾਨਾਂ ਤੇ ਚੱਕਰ ਲਾਉਂਦੇ ਸੀ ਤੇ ਉਹਦੇ ਤੋਂ ਬਾਅਦ ਫਿਰ ਨਿਹੰਗ ਸਿੰਘਾਂ ਦੇ ਨਾਲ ਹੀ ਚਲੇ ਗਏ। ਤੇ ਹੁਣ ਅਚਾਨਕ ਹੀ ਸਾਨੂੰ ਪਤਾ ਲੱਗਾ, ਸਾਨੂੰ ਇਸ ਗੱਲ ਦੀ ਆਸ ਨਹੀਂ ਸੀ ਕਿ ਇਦਾਂ ਹੋ ਜੂ। ਇਹਦੇ ਨਾਲ ਨਾਲ ਸੰਧਾਲੀਆ ਸਾਹਿਬ ਹੁਣ ਜਿਹੜੀ ਚਰਚਾ ਨਵੀਂ ਚੱਲੀ ਹੈ ਕਿਉਂਕਿ ਤਸਵੀਰਾਂ ਸਾਹਮਣੇ ਆਈਆਂ, ਜਿਸ ਦਿਨ ਲਖਵੀਰ ਸਿੰਘ ਦਾ ਕਤਲ ਹੁੰਦਾ ਹੈ ਉਹਨੂੰ ਸਿੰਘੂ ਬਾਰਡਰ ਦੀ ਸਟੇਜ ਦੇ ਕੋਲੇ ਬੰਨਿਆ ਜਾਂਦਾ ਬੈਰੀਕੇਡ ਦੇ ਨਾਲ। ਉਸ ਦਿਨ ਬਾਬਾ ਅਮਨ ਸਿੰਘ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਆ ਜਿਹੜੇ ਉੱਥੇ ਬੈਠੇ ਹੋਏ ਨੇ ਆਪਣੀ ਜਥੇਬੰਦੀ ਵੱਲੋਂ, ਉਹ ਸਾਹਮਣੇ ਆ ਕੇ ਸਭ ਤੋਂ ਵੱਧ ਗੜਕ ਕੇ ਬੋਲੇ ਸੀ। ਉਹਨਾਂ ਨੇ ਪਹਿਲਾਂ ਸਰਬਜੀਤ ਸਿੰਘ ਨੂੰ ਪੇਸ਼ ਕਰਾਇਆ, ਉਹੀ 2 ਬੰਦਿਆਂ ਨੂੰ ਫਿਰ ਲੈ ਕੇ ਉਸ ਪੁਲਿਸ ਥਾਣੇ ਗਏ ਕਿ ਭਾਈ ਆ ਲਓ ਅਸੀਂ ਚੱਲੇ ਆ ਪੇਸ਼ ਕਰਨ। ਸਭ ਤੋਂ ਵੱਧ ਮੀਡੀਆ ਦੇ ਸਾਹਮਣੇ ਉਹ ਆਏ ਸੀ। ਫਿਰ ਅਚਾਨਕ ਤਸਵੀਰਾਂ ਆਉਂਦੀਆਂ, ਤਸਵੀਰਾਂ 2 ਮਿਨਿਸਟਰਾਂ ਦੇ ਨਾਲ, ਇੱਕ ਭਾਜਪਾ ਦੇ MP ਸਾਹਿਬ ਦੇ ਨਾਲ, ਸੁਖਮਿੰਦਰ ਸਿੰਘ ਗਰੇਵਾਲ ਸਾਹਿਬ ਦੇ ਨਾਲ, ਗੁਰਮੀਤ ਸਿੰਘ ਪਿੰਕੀ ਦੇ ਨਾਲ। ਬੜੀ ਚਰਚਾ ਚੱਲੀ। ਫਿਰ ਲੋਕਾਂ ਦੇ ਮਨਾਂ ਦੇ ਵਿੱਚ ਇਹ ਸੀ ਕਿ ਤਸਵੀਰਾਂ ਅਸਲੀ ਨੇ ਕਿ ਨਕਲੀ ਨੇ, ਬੰਦਿਆਂ ਦੀ ਪ੍ਰਤੀਕਿਰਿਆ ਕੀ ਹੋਊ। ਹੁਣ ਬਾਬਾ ਅਮਨ ਸਿੰਘ ਹੋਰਾਂ ਨੇ ਕਿਹਾ ਕਿ ਭਾਈ ਅਸੀਂ ਮਿਲੇ ਆ। ਉਹ ਪਹਿਲੀ ਗੱਲ ਕਿ ਉਹਨਾਂ ਨੇ ਇਨਕਾਰ ਨਹੀਂ ਕੀਤਾ, ਉਹ ਕਹਿੰਦੇ ਮਿਲੇ ਆ ਤੇ ਉੱਪਰੋਂ ਦੋਸ਼ ਲਾ ਦਿੱਤੇ ਤੇ ਦੋਸ਼ ਛੋਟੇ ਨਹੀਂ। ਉਹ ਕਹਿੰਦੇ ਮਿਲੇ ਆ, ਕੋਈ ਚੋਰੀ ਥੋੜੀ ਮਿਲੇ ਆ, 10 ਸਿੰਘ ਸੀ ਸਾਡੇ ਨਾਲ। ਹਾਲਾਂਕਿ ਇਸ ਗੱਲ ਦਾ ਕੋਈ ਖਾਸ ਪ੍ਰਤੀਕਰਮ ਨਹੀਂ ਉਹਨਾਂ ਨੇ ਦਿੱਤਾ ਕਿ ਭਾਈ ਉਦੋਂ ਆਣ ਕੇ ਦੱਸਿਆ ਕਿਉਂ ਨਹੀਂ। ਉਹ ਕਹਿੰਦੇ ਜੀ ਸਾਨੂੰ 10 ਲੱਖ ਰੁਪਈਆ ਦਿੰਦੇ ਸੀ, ਸਾਨੂੰ ਟਰਾਲੀ ਬਣਾ ਕੇ ਦਿੱਤੀ ਹੈ, ਸਾਨੂੰ ਕਹਿੰਦੇ ਸੀ ਘੋੜੇ ਵਾਪਸ ਲੈ ਜਾਓ ਪੰਜਾਬ ਨੂੰ, ਗੁਰੂ ਦਾ ਸਰੂਪ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਵੀ ਵਾਪਸ ਲੈ ਜਾਓ। ਜਾਣੀ ਕਿ ਬਾਬਾ ਅਮਨ ਸਿੰਘ ਹੋਰਾਂ ਦੀਆਂ ਜਦੋਂ ਤਸਵੀਰਾਂ ਸਾਹਮਣੇ ਆਈਆਂ ਤਾਂ ਉਹਨਾਂ ਦਾ ਪਹਿਲਾ ਪ੍ਰਤੀਕਰਮ ਇਹ ਸੀ ਕਿ ਮਿਲੇ ਆ। ਦੂਸਰੀ ਗੱਲ ਇਹ ਕਹੀ, ਉਹ ਕਹਿੰਦੇ ਜੀ ਸਾਨੂੰ ਟਰਾਲੀ ਬਣਾ ਕੇ ਦਿੱਤੀ, ਲੱਖ ਰੁਪਈਆ ਦਾ ਮੱਥਾ ਟੇਕਿਆ ਤੇ ਸਾਨੂੰ ਕਹਿੰਦੇ ਸੀ ਤੁਹਾਡੇ ਮਰੇ ਹੋਏ ਘੋੜਿਆਂ ਦਾ ਮੁੱਲ ਵੀ ਦੇ ਦਿਆਂਗੇ, 10 ਲੱਖ ਰੁਪਈਆ ਵੀ ਦੇ ਦਿਆਂਗੇ, ਤੁਸੀਂ ਚਲੇ ਜਾਓ। ਹੁਣ ਤਾਂ ਜਿਹੜੀ ਉਹ ਬੇਅਦਬੀ ਵਾਲੀ ਘਟਨਾ ਉਹਦਾ ਦੋਸ਼ ਵੀ ਉਹਨਾਂ ਨੇ ਕੇਂਦਰ ਦੇ ਸਿਰ ਮੜ ਦਿੱਤਾ। ਹਾਲਾਂਕਿ ਬਾਰ-ਬਾਰ ਜਦੋਂ ਸਵਾਲ ਪੁੱਛੇ ਜਾ ਰਹੇ ਸੀ, ਪਹਿਲੀ ਗੱਲ ਇਹ ਹੈ ਕਿ ਬਹੁਤ ਸਾਰੇ ਕਿਸਾਨ ਲੀਡਰਾਂ ਦੀਆਂ ਵੀ ਤਸਵੀਰਾਂ ਨੇ, ਕਿਸਾਨ ਲੀਡਰ ਵੀ ਮੁਲਾਕਾਤਾਂ ਕਰਨ ਜਾਂਦੇ ਰਹੇ ਆ, ਪਰ ਉਹ ਜਦੋਂ ਜਾਂਦੇ ਸੀ ਮੋਸਟਲੀ ਉਹ ਦੱਸ ਕੇ ਜਾਂਦੇ ਸੀ, ਧਿਆਨ ਕੇ ਦੱਸਦੇ ਸੀ। ਹੁਣ ਇਸ ਗੱਲ ਦੇ ਉੱਤੇ ਬਹੁਤ ਸਾਰੀ ਪ੍ਰਤੀਕਿਰਿਆ ਆ ਰਹੀ ਹੈ ਕਿ ਜੇ ਉਹ ਲਾਲਚ ਦਿੰਦੇ ਸੀ, ਜੇ ਉਹ ਕਹਿੰਦੇ ਸੀ ਤੁਸੀਂ ਵਾਪਸ ਚਲੇ ਜਾਓ, ਤਾਂ ਤੁਹਾਨੂੰ ਘੱਟੋ-ਘੱਟ ਸੰਗਤ ਨਾਲ ਗੱਲ ਕਰਨੀ ਚਾਹੀਦੀ ਸੀ। ਹੁਣ ਤੱਕ ਉਹ ਗੱਲ ਲੁਕੀ ਕਿਉਂ ਰਹੀ? ਹਾਂ, ਉਹਨਾਂ ਨੇ ਮੰਨਿਆ ਕਿ ਮਿਲਣ ਗਏ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਤਾਂ ਬਹੁਤ ਸਾਰੀਆਂ ਚਿੱਠੀਆਂ ਲਿਖੀਆਂ, ਮੰਗ ਪੱਤਰ ਦਿੱਤੇ ਕਿ ਭਾਈ ਖੇਤੀਬਾੜੀ ਦਾ ਮਸਲਾ ਹੱਲ ਕਰੋ। ਉਹਦੇ ਬਾਬਤ ਉਹ ਕਹਿੰਦੇ ਸਾਨੂੰ ਰਾਸ਼ਟਰਪਤੀ ਭਵਨ ਤੋਂ ਟੈਲੀਫੋਨ ਆਇਆ, ਅਸੀਂ ਫੇਰ ਮਿਲਣ ਗਏ ਆ। ਉਹਨਾਂ ਨੇ ਵੀ ਕਿਹਾ ਕਿ ਗਰੇਵਾਲ, ਸੁਖਮਿੰਦਰ ਸਿੰਘ ਗਰੇਵਾਲ ਤੇ ਗੁਰਮੀਤ ਸਿੰਘ ਪਿੰਕੀ ਸਾਨੂੰ ਇੱਥੋਂ ਆ ਕੇ ਲੈ ਕੇ ਗਏ ਕਿ ਤੁਹਾਡਾ ਮਸਲਾ ਹੱਲ ਕਰਾਈਏ। ਹਾਲਾਂਕਿ ਗੁਰਮੀਤ ਸਿੰਘ ਪਿੰਕੀ ਕੁਝ ਹੋਰ ਕਹਿੰਦੇ ਆ। ਆਹ ਪਿੰਕੀ ਉਹਨਾਂ ਦਾ ਬਿਆਨ ਤੇ ਕੁਛ ਇਦਾਂ ਦਾ ਹੈ ਕਿ ਵੀ ਗਰੇਵਾਲ ਸਾਹਿਬ ਨਾਲ ਤਾਂ ਮੇਰੀ ਸਾਂਝ ਹੈ, ਕੋਈ ਰਿਸ਼ਤੇਦਾਰੀ ਹੈ ਤੇ ਮੇਰਾ ਤਾਂ ਆਪਣਾ ਕੰਮ ਫਸਿਆ ਸੀ ਵੀ ਯਾਰ ਉਹ ਮੇਰਾ ਕੰਮ ਕਰਾ ਦੇ ਜੀ। ਤੇ ਅਸੀਂ ਤੇ ਕੁਦਰਤੀ ਮਿਲੇ ਤੇ ਮੰਤਰੀ ਸਾਹਿਬ ਨੂੰ ਮਿਲਣ ਜਾਣਾ ਸੀ, ਰਾਜ ਬਾਬਾ ਅਮਨਾ ਹੌਲੀ ਮਿਲ ਪਏ, ਕਿੱਧਰ ਚੱਲੇ ਹੋ? ਕਹਿੰਦੇ ਮੰਤਰੀ ਸਾਹਿਬ ਵੱਲ ਚੱਲੇ, ਚਲੋ ਫਿਰ ਮੈਂ ਵੀ ਚੱਲਦਾ। ਹੁਣ ਜੇ ਪਿੰਕੀ ਸਾਹਿਬ ਦੀ ਸਟੇਟਮੈਂਟ ਸੁਣੀਏ ਤੇ ਉੱਤੋਂ ਤਾਂ ਇਹ ਲੱਗਦਾ ਵੀ ਬਾਬਾ ਅਮਨਾ ਹੋਰੀ ਯਾਨੀ ਕਿ ਜੈਦਰ ਸਾਹਿਬ ਇਕੱਲੇ ਹੀ ਗਏ ਆ। ਜੇ ਜਹੇਦਾਰ ਸਾਹਿਬ ਦੀ ਗੱਲ ਸੁਣੀਏ ਤੇ ਉਹ ਕਹਿੰਦੇ ਵੀ ਮੇਰੇ ਨਾਲ 10 ਬੰਦੇ ਹੋਰ ਵੀ ਸੀਗੇ ਜੀ, ਹੈ ਨਾ। ਹੁਣ ਇਹਨਾਂ ਚੋਂ ਕਿਹੜੀ ਗੱਲ ਕਲੀਅਰ, ਚਲੋ ਉਹ ਵੀ ਇੱਕ ਦੇ ਦਿਨ ਤੱਕ ਕਲੀਅਰ ਹੋ ਜੂਗੀ। ਪਰ ਦੂਜੇ ਪਾਸੇ ਨਿਹੰਗ ਸਿੰਘ ਜਥੇਬੰਦੀਆਂ ਚੋਂ ਜਹੇਦਾਰ ਰਾਜਾ ਰਾਜ ਸਿੰਘ ਹੋਰਾਂ ਦਾ ਵੀ ਬਿਆਨ ਆਇਆ। ਉਹ ਕਹਿੰਦੇ ਵੀ ਜੇ ਇਹਦੇ 'ਚ ਕੋਈ ਨਾ ਕੋਈ ਝੋਲ ਆ, ਵੀ ਜੇ ਜਹੇਦਾਰ ਅਮਨਾ ਹੋਰਾਂ ਦੀ ਗੱਲ ਦੇ ਵਿੱਚ ਕੋਈ ਵੀ ਝੋਲ ਨਿਕਲਿਆ ਜਾਂ ਸਾਨੂੰ ਕਿਤੇ ਵੀ ਕੁਛ ਇਹੋ ਜਿਹਾ ਸ਼ਬਦ ਉਹਨਾਂ ਨੇ ਵਰਤਿਆ ਵੀ ਤਾਂ ਗਦਾਰੀ ਟਾਈਪ ਕੋਈ ਗੱਲ ਲੱਗੀ ਤੇ ਫਿਰ ਉਹਦਾ ਹਿਸਾਬ ਅਸੀਂ ਵੱਖਰਾ ਕਰਾਂਗੇ। ਇਹਦਾ ਮਤਲਬ ਇਹ ਹੋ ਗਿਆ ਵੀ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਇਸ ਗੱਲ ਦਾ ਨਹੀਂ ਸੀ ਪਤਾ ਸਾਰੀਆਂ ਨੂੰ ਕਿ ਇਸ ਤਰ੍ਹਾਂ ਦਾ ਕੁਝ ਹੋਇਆ। ਇਹੋ ਗੱਲ ਨਿਕਲੀ। ਸੰਧਾਲੀਆ ਸਾਹਿਬ, ਬਿਲਕੁਲ ਇਹ
ਬਹੁਤ ਸਾਰੇ ਲੋਕਾਂ ਨੇ ਨਾ ਪਹਿਲੇ ਦਿਨ ਟਿੱਪਣੀਆਂ ਕੀਤੀਆਂ ਸੀ, ਸਾਡੇ ਸਤਿਕਾਰਯੋਗ ਨੇ ਸਾਰੇ, ਨਿਹੰਗ ਸਿੰਘ ਜਥੇਬੰਦੀਆਂ ਸਤਿਕਾਰਯੋਗ, ਕਿਸਾਨਾਂ ਦੇ ਲੀਡਰ ਸਤਿਕਾਰਯੋਗ। ਅਸੀਂ ਤਾਂ ਕਹਿੰਦੇ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵੀ ਸਤਿਕਾਰਯੋਗ, ਬਸ ਲੋਕਾਂ ਦੇ ਪੱਖ ਦੀ ਗੱਲ ਕਰਨ, ਓਲਾ ਨਾ ਕੋ ਰੱਖਣ। ਕਾਣ ਕਿਸੇ 'ਚ ਵੀ ਹੋ ਸਕਦੀ ਹੈ, ਕਿਉਂਕਿ ਸਾਡਾ ਤਾਂ ਇਤਿਹਾਸ ਹੀ ਇਦਾਂ ਦਾ ਰਿਹਾ ਕਿ ਇੱਥੇ ਵਫਾਦਾਰੀਆਂ ਦਾ ਵੀ ਬਿਲਕੁਲ ਸਿਖਰ ਰਿਹਾ, ਗਦਾਰੀਆਂ ਦਾ ਵੀ ਸਿਖਰ ਰਿਹਾ। ਇਹ ਤਾਂ ਬਹੁਤ ਪੁਰਾਣੇ ਸਮੇਂ ਤੋਂ, ਸਦੀਆਂ ਪਹਿਲਾਂ ਤੋਂ ਦੇਖ ਲਈਏ। ਇਸ ਕਰਕੇ ਆਪਣੀ ਬੁੱਧੀ ਤੇ ਵਿਵੇਕ ਦੀ ਵਰਤੋਂ ਕਰਨੀ ਚਾਹੀਦੀ। ਤੁਰੰਤ ਕੋਈ ਟਿੱਪਣੀ ਕਰਨ ਤੋਂ ਗੁਰੇਜ਼, ਅਜੇ ਬਹੁਤ ਸਾਰੇ ਭੇਤ ਖੁੱਲਣਗੇ। ਅਸੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ, ਸਿਰਫ ਸਾਰੇ ਪੱਖ ਰੱਖ ਰਹੇ ਹਾਂ। ਸੰਧਾਲੀਆ ਸਾਹਿਬ, ਜੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਨਹੀਂ ਸੀ ਪਤਾ, ਉਹ ਕਹਿੰਦੇ ਜੇ ਅਸੀਂ ਆਪਣੀ ਜਥੇਬੰਦੀ ਨੂੰ ਦੱਸਿਆ, ਇਹ ਹੁਣ ਉਹਨਾਂ ਦੀ ਅੰਦਰਲੀ ਰਵਾਇਤ ਕੀ ਹੈ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਰਵਾਇਤਾਂ ਦੇ ਮੁਤਾਬਕ ਸੋਧਾ ਲਾਤਾ। ਹੁਣ ਨਿਹੰਗ ਸਿੰਘ ਜਥੇਬੰਦੀਆਂ ਦੀ ਅੰਦਰੂਨੀ ਰਵਾਇਤ ਕੀ ਹੈ ਇਸ ਤਰ੍ਹਾਂ ਦੀ ਗੱਲ ਪ੍ਰਤੀ, ਉਹ ਸਤਿਕਾਰਯੋਗ ਸੱਜਣ ਜਾਣਨ। ਪਰ ਦੂਸਰੇ ਪਾਸੇ ਕੁਝ ਗੱਲਾਂ ਜਿਹੜੀਆਂ ਉਹ ਹੁਣ ਕਲੀਅਰ ਹੋ ਰਹੀਆਂ ਨੇ, ਕਿਉਂਕਿ ਇਹ ਮਸਲਾ ਅਸੀਂ ਚੁੱਪ ਵੀ ਰਹਿ ਸਕਦੇ ਹਾਂ, ਪਰ ਸਾਰੀਆਂ ਧਿਰਾਂ ਦਾ ਪੱਖ ਦੱਸਣਾ ਜ਼ਰੂਰੀ ਹੈ। ਰਣਦੀਪ ਸਿੰਘ ਸੂਰਜੇਵਾਲਾ ਕਾਂਗਰਸ ਪਾਰਟੀ ਦੇ ਕੌਮੀ ਲੀਡਰ ਨੇ, ਉਹਨਾਂ ਨੇ ਟਵੀਟ ਕੀਤਾ। ਉਹ ਟਵੀਟ ਕਰਕੇ ਕਹਿੰਦੇ, ਦੇਖਿਆ ਜੀ ਪਰਦੇ ਦੇ ਪਿੱਛੇ ਕੌਣ ਕਿਹਨੂੰ ਮਿਲਦਾ ਸੀ, ਸਾਰਾ ਕੁਝ ਕਲੀਅਰ ਹੋ ਗਿਆ, ਕੌਣ ਇਹ ਖਿਚੜੀ ਪਕਾ ਰਿਹਾ ਸੀ। ਵਿਨੀਤ ਜੋਸ਼ੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ, ਵੱਡੇ ਲੀਡਰ ਨੇ ਉਹ ਵੀ। ਉਹ ਕਹਿੰਦੇ ਜੀ ਦੇਖੋ, ਨਿਹੰਗ ਸਿੰਘ ਜਥੇਬੰਦੀਆਂ ਸਾਡੀਆਂ ਨਹੀਂ, ਸਾਡੇ ਨਾਂ ਨਾ ਲਾਓ। ਉਹਨਾਂ ਨੂੰ 10.5 ਮਹੀਨੇ ਹੋ ਗਏ ਉਹ ਕਿਸਾਨ ਅੰਦੋਲਨ ਦੇ ਵਿੱਚ ਬੈਠੀਆਂ, ਉਹ ਤਾਂ ਕਿਸਾਨ ਜਥੇਬੰਦੀਆਂ ਦੇ ਨੇ ਨਿਹੰਗ ਸਿੰਘ, ਸਾਡੇ ਨਾਂ ਨਹੀਂ ਲਾਉਣ ਦੀ ਲੋੜ। ਤੀਸਰੀ ਗੱਲ, ਜਦੋਂ ਗੁਰਮੀਤ ਸਿੰਘ ਪਿੰਕੀ ਹੋਰਾਂ ਨੇ ਕਿਹਾ ਕਿ ਅਸੀਂ ਜੇਲ੍ਹ 'ਚ ਵੀ ਮਿਲੇ ਸੀ ਬਾਬਾ ਅਮਨ ਸਿੰਘ ਹੋਰਾਂ ਨੂੰ, ਕਿ ਅਸੀਂ ਜੇਲ੍ਹ 'ਚ ਮਿਲਦੇ ਆ, ਇਹਨਾਂ ਦਾ ਵੀ ਕੋਈ ਕੇਸ ਸੀ, ਇਹ ਵੀ 30-40 ਸਿੰਘ ਅੰਦਰ ਸੀ, ਗੁਰੂ ਘਰ ਜਾਂਦੇ ਹੁੰਦੇ ਸਵੇਰੇ, ਉੱਥੇ ਫਤਿਹ ਦਾ ਸਾਂਝ ਪੈਂਦੀ ਸੀ, ਬਾਹਰ ਆ ਗਏ, ਮੁੜ ਕੇ ਗੱਲਬਾਤ ਹੁੰਦੀ ਰਹੀ ਹੈ। ਤੇ ਕਹਿੰਦੇ ਮੈਂ ਤਾਂ, ਉਹਨਾਂ ਨੇ ਕਿਹਾ ਕਿ ਮੇਰੇ ਮੈਡਲ ਦਾ ਰੌਲਾ ਸੀ ਕਿ ਮੈਨੂੰ ਗਲਤ ਤਰੀਕੇ ਨਾਲ ਜੇਲ੍ਹ 'ਚ ਰੱਖਿਆ, ਗੁਰਮੀਤ ਸਿੰਘ ਪਿੰਕੀ ਨੇ ਕਿਹਾ। ਸੁਖਮੰਦਰ ਸਿੰਘ ਗਰੇਵਾਲ ਹੋਰੀ ਕਹਿੰਦੇ ਮੇਰੇ ਰਿਸ਼ਤੇਦਾਰ ਨੇ, ਸੱਜਣ ਨੇ, ਮੇਰੀ ਤਾਂ ਦੂਜੇ ਚੌਥੇ ਗੱਲ ਹੁੰਦੀ ਹੈ, ਮੈਂ ਉਹਨਾਂ ਨੂੰ ਕਹਿੰਦਾ ਸੀ ਮੇਰਾ ਕੰਮ ਕਰਾਓ ਜੀ, ਮੇਰਾ ਮੈਡਲ ਵਾਪਸ ਦਵਾਓ, ਜੇ ਬਾਕੀ ਮੇਰੇ ਵਾਲੇ ਕੇਸਾਂ ਦੇ ਨਾਲ ਦੇ ਬੰਦਿਆਂ ਦੇ ਮੈਡਲ ਹੈਗੇ ਆ, ਮੇਰੇ ਤੋਂ ਗਲਤ ਤਰੀਕੇ ਲਿਆ। ਉਹ ਕਹਿੰਦੇ ਜੇ ਮੈਨੂੰ ਟੈਲੀਫੋਨ ਆਇਆ ਦਿੱਲੀੋਂ ਗਰੇਵਾਲ ਸਾਹਿਬ ਦਾ ਕਿ ਆ ਜਾਓ, ਤੇ ਮੈਂ ਆਪਣਾ ਕੰਮ ਕਰਾਉਣ ਜਾਣਾ ਸੀ, ਮੈਨੂੰ ਨਹੀਂ ਪਤਾ, ਮੈਨੂੰ ਤਾਂ ਸਿੰਘੂ ਬਾਰਡਰ ਦੇ ਉੱਤੇ ਬਾਬਾ ਅਮਨ ਸਿੰਘ ਹੋਰੀ ਮਿਲ ਪਿਆ, ਮੈਂ ਉਹਨਾਂ ਨੂੰ ਕਿਹਾ ਮੈਂ ਮੰਤਰੀ ਸਾਹਿਬ ਨੂੰ ਮਿਲ ਚਲੋ, ਕਹਿੰਦੇ ਮੈਨੂੰ ਵੀ ਲੈ ਚਲ, ਕਹਿੰਦੇ ਮੈਂ ਨਾਲ ਲੈ ਗਿਆ। ਹੋਰ ਦੇਖੋ, ਉਹ ਕਹਿੰਦੇ ਉੱਥੇ ਗਏ ਆ, ਲੰਗਰ ਪਾਣੀ ਛਕਿਆ ਮੰਤਰੀ ਸਾਹਿਬ ਦੇ ਕੋਲੇ, ਮੈਂ ਤਾਂ ਆਪ ਦੀ ਗੱਲ ਕੀਤੀ ਹੈ, ਇਹ ਗਰੇਵਾਲ ਸਾਹਿਬ ਤੇ ਬਾਬਾ ਅਮਨ ਸਿੰਘ ਹੋਰਾਂ ਦੀ ਉੱਥੇ ਗੱਲਬਾਤ ਹੋਈ ਹੈ, ਮੈਂ ਫਿਰ ਇਹਨੂੰ ਉੱਥੇ ਛੱਡ ਕੇ ਆ ਗਿਆ। ਇਹ ਵੱਖਰੇ ਸੀ। ਹਾਂ, ਮੈਨੂੰ ਇਹ ਵੀ ਉਹਨਾਂ ਨੇ ਇਹ ਵੀ ਕਿਹਾ, ਉਹ ਕਹਿੰਦੇ ਜੀ ਜੇ ਮੇਰਾ ਕੋਈ ਲੈਣ ਦੇਣ ਨਹੀਂ, ਕੋਈ ਸਾਜ਼ਿਸ਼ ਹੋਇਆ ਤਾਂ ਕੋਈ ਗੱਲ, ਜੇ ਕਿਸੇ ਨੇ ਮੇਰਾ ਨਾਂ ਐਵੇਂ ਫਾਲਤੂ ਲਾਇਆ ਤਾਂ ਮੈਂ ਅਦਾਲਤ ਦੇ ਵਿੱਚ ਘੜੀਸੂੰਗਾ। ਮੇਰਾ ਤਾਂ ਕਹਿੰਦੇ ਮੈਂ ਮੰਤਰੀ ਨੂੰ ਮਿਲਣ ਗਿਆ, ਕੋਈ ਗੁਨਾਹ ਕਰਤਾ, ਚਲੋ ਇੱਥੇ ਗੋਲ ਕਰ ਲੈਣੇ ਇਹਨੂੰ। ਦੂਜੇ ਪਾਸੇ ਹੁਣ ਗੁਰਮੀਤ ਸਿੰਘ ਪਿੰਕੀ ਸਾਹਿਬ ਦੀ ਸਟੇਟਮੈਂਟ ਇਹ ਹੈ ਕਿ ਜਾਂਦੇ ਮਿਲ ਪਏ। ਹੁਣ ਬਾਬਾ ਅਮਨ ਸਿੰਘ ਹੋਰੀ ਕਹਿੰਦੇ ਕਿ ਸਾਨੂੰ ਰਾਸ਼ਟਰਪਤੀ ਭਵਨ ਤੋਂ ਟੈਲੀਫੋਨ ਆਇਆ, ਸਟੇਟਮੈਂਟ ਹੈ, ਬਕਾਇਦਾ ਵੀਡੀਓ ਹੈ, ਪ੍ਰਾਈਮ ਮਿਨਿਸਟਰ ਟੀਵੀ ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਆ ਕਿ ਉੱਥੋਂ ਟੈਲੀਫੋਨ ਆਇਆ ਤੇ ਸਾਨੂੰ ਇਹ ਬਕਾਇਦਾ ਲੈ ਕੇ ਗਏ ਆ ਕਿ ਆਓ ਤੁਹਾਡਾ ਮਸਲਾ ਹੱਲ ਕਰਾ ਦਈਏ। ਹੁਣ ਜੇ ਮਸਲਾ ਹੱਲ ਕਰਾਉਣ ਗਏ ਸੀ, ਜੇ ਨਹੀਂ ਹੋਇਆ, ਜੇ ਉੱਥੇ ਕੋਈ ਉਹਨਾਂ ਦੀ ਸੱਚ ਵੀ ਮੰਨ ਲਈਏ, ਜੇ ਲਾਲਚ ਦਿੰਦੇ ਸੀ ਤਾਂ ਘੱਟੋ ਘੱਟ ਜਿਹੜੀਆਂ ਜਥੇਬੰਦੀਆਂ ਜਾਂ ਜਿਹੜੇ ਵੀ ਸਮਾਜ ਨੂੰ ਜਾਂ ਜਿਹੜੇ ਵੀ ਸਤਿਕਾਰਯੋਗ ਸੱਜਣਾ ਨੂੰ ਉਹ ਮੰਨਦੇ ਆ, ਆਣ ਕੇ ਕਲੀਅਰ ਕਰਨਾ ਚਾਹੀਦਾ ਸੀ ਕਿ ਭਾਈ ਐ ਸੱਦਦੇ ਆ ਤੇ ਹੱਕ ਲਾਲਚ ਦਿੰਦੇ ਆ, ਘੋੜਿਆਂ ਦਾ ਮੁੱਲ ਦੇਣ ਦੀ ਗੱਲ ਕਰਦੇ ਆ ਜਾਂ 10 ਲੱਖ ਰੁਪਈਆ ਦੇਣ ਦੀ ਗੱਲ ਕਰਦੇ ਆ। ਪਰ ਅਸਲ ਦੇ ਵਿੱਚ ਰੌਲਾ ਇਸੇ ਗੱਲ ਦਾ ਕਿ ਚੁੱਪ ਕਿਉਂ ਰੱਖੀ ਗਈ। ਬਾਕੀ ਹੋਰ ਬਹੁਤ ਸਾਰੇ ਲੋਕਾਂ ਦੀਆਂ ਫੋਟੋਜ਼ ਆ ਸਕਦੀਆਂ, ਕਿਸਾਨ ਲੀਡਰ ਵੀ ਹੋ ਸਕਦਾ ਕੋਈ ਮਿਲਿਆ ਹੋਵੇ, ਕੱਲ ਨੂੰ ਉਹਨਾਂ ਦੀਆਂ ਵੀ ਤਸਵੀਰਾਂ ਆ ਸਕਦੀਆਂ, ਪਰ ਘੱਟੋ ਘੱਟ ਜਿਨ੍ਹਾਂ ਦੇ ਨਾਲ ਗਏ, ਜਿਨ੍ਹਾਂ ਦੀਆਂ ਨਾਲ ਤਸਵੀਰਾਂ, ਉਹ ਬਿਆਨ ਕਿਉਂਕਿ ਆਪਸ ਵਿੱਚ ਇਸ ਵੇਲੇ ਰਲ ਨਹੀਂ ਰਹੇ ਤੇ ਉਹਦੇ ਕਰਕੇ ਬਹੁਤ ਵੱਡੀ ਪੱਧਰ ਦੇ ਉੱਤੇ ਇਸ ਵੇਲੇ ਚਰਚਾ ਛਿੜ ਰਹੀ ਹੈ। ਉਹਦੇ ਵਿੱਚ ਇੱਕ ਜਿਹੜੀ ਚਰਚਾ ਮੇਰੇ ਖਿਆਲ ਸੋਸ਼ਲ ਮੀਡੀਆ ਦੇ ਉੱਪਰ ਜ਼ਿਆਦਾ ਹੀ ਚੱਲ ਪਈ, ਡਿਬੇਟ ਉਹ ਚੱਲ ਪਈ ਵੀ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਜਾਂ ਸਿੱਖ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹਨਾਂ ਦੀ ਆਪਸ ਦੇ ਵਿੱਚ ਅਸਲ ਚੱਲ ਪਈ। ਹੁਣ ਬਾਬਾ ਰਣਜੀਤ ਸਿੰਘ ਢੱਡਰੀ ਵਾਲਿਆਂ ਦੀ ਗੱਲ ਕਰ ਲਈਏ, ਉਹਨਾਂ ਨੇ ਜਿਸ ਹਿਸਾਬ ਨਾਲ ਪ੍ਰਤੀਕਿਰਿਆ ਪਹਿਲੇ ਦਿਨ ਦਿੱਤੀ, ਫਿਰ ਉਸ ਤੋਂ ਬਾਅਦ ਉਹਦਾ ਰਿਐਕਸ਼ਨ ਆਇਆ, ਫਿਰ ਉਸ ਤੋਂ ਬਾਅਦ ਉਹਨਾਂ ਦੇ ਆਪਣੇ ਬਿਆਨ ਆਏ, ਫਿਰ ਇੱਧਰੋਂ ਦੂਣੇ ਤੀਣੇ ਰਿਐਕਸ਼ਨ ਆਏ। ਉਹਦੇ 'ਤੇ ਹੁਣ ਮੇਰੇ ਖਿਆਲ ਨਾਲ SGPC ਨੇ ਵੀ ਇਤਰਾਜ਼ ਪ੍ਰਗਟ ਕੀਤਾ, ਉਹਨਾਂ ਨੇ ਵੀ ਆਪਣੇ ਲਈ ਇੱਕ ਮਤਾ ਪਾਸ ਕੀਤਾ ਵੀ ਹਾਂਜੀ ਇਹ ਗਲਤ ਆ ਜੀ। ਹੁਣ ਜੇ ਤੇ ਮੈਂ ਇਸ ਗੱਲੋਂ ਹੈਰਾਨ ਸੀ ਵੀ ਢੱਡਰੀਆਂ ਵਾਲੇ ਕਹਿੰਦੇ ਨੇ ਵੀ ਉੱਥੇ ਇਹਦੀ ਵੀਡੀਓ ਪੇਸ਼ ਕੀਤੀ ਜਾਵੇ, ਦੂਸਰੇ ਪਾਸਿਓਂ ਦਾ ਜੀ ਤੁਸੀਂ ਪਹਿਲਾਂ ਇਹਦੀ ਵੀਡੀਓ ਪੇਸ਼ ਕਰ ਦਿਓ। ਸਵਾਲ ਇਹ ਆ ਵੀ ਜੇ ਤੇ ਲੜਾਈ ਫੇਸਬੁੱਕ ਤੇ ਜਿੱਤੀ ਜਾਵੇ ਇਹ ਤੇ ਬਹੁਤ ਵਧੀਆ ਜਿੱਤ ਲੈਣੀ ਚਾਹੀਦੀ ਹੈ, ਪਰ ਜੇ ਇਹਨੂੰ ਥੋੜ੍ਹਾ ਜਿਹਾ ਦੂਰ ਹਟ ਕੇ ਵੇਖਿਆ ਜਾਵੇ ਤੇ ਮਾਮਲਾ ਪਹਿਲਾਂ ਇਦਾਂ ਜਾਪਦਾ ਸੀ ਵੀ ਇਹਨੂੰ ਧਰਮ ਦਾ ਬਣਾਓ, ਫਲਾਣੇ ਧਰਮ ਨੂੰ ਫਲਾਣੇ ਧਰਮ ਨਾਲ ਲੜਾਓ, ਉਹ ਲੋਕਾਂ ਨੂੰ ਸਮਝ ਆਏਗਾ ਨਾ 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 ਆਪਾਂ ਤਾਂ ਸਾਰੇ ਭਾਈ ਭਾਈ। ਜੇ ਬਗਾਨੇ ਧਰਮ ਵਾਲੇ ਨੂੰ ਆਪਾਂ ਭਾਈ ਭਾਈ ਬਣਾ ਲਿਆ ਤੇ ਫਿਰ ਆਪਣੇ ਸਗੇ ਭਰਾ ਜਿਹੜੇ ਅਸਲ ਇੱਕੇ ਧਰਮ ਦੇ ਆ ਉਹਨਾਂ ਦੇ ਸਿਰ ਪਾੜਨ ਕਿਉਂ ਤੁਰ ਪਏ ਆਪਾਂ? ਨਹੀਂ, ਬਹੁਤ ਵੱਡਾ ਸਵਾਲ ਹੈ ਕਿ ਗੁਆਂਢੀਆਂ ਨਾਲ ਤਾਂ ਅਸੀਂ ਭਾਈ ਭਾਈ ਆ ਤੇ ਆਪਦੇ ਘਰ ਦੇ ਵਿੱਚ ਜਿਹਦੇ ਕੋਲ ਹੱਥ ਕੜਛੀ ਆ ਉਹ ਕੜਛੀ ਮਾਰਦਾ, ਜਿਹਦੇ ਹੱਥ ਕੌਲੀ ਆ ਬਾਟਾ ਉਹ ਛੱਡਵਾ ਮਾਰਦਾ, ਉਹਦੇ ਤੋਂ ਬਚਣਾ ਪਊਗਾ।
ਬਾਕੀ ਸਭ ਇਹ ਜ਼ਰੂਰ ਸੋਚ ਲਿਆ ਜਾਵੇ। ਆਪਾਂ ਨਹੀਂ ਕਹਿੰਦੇ ਵੀ ਇਦਾਂ, ਪਰ ਇਹ ਜੇ ਇੱਥੇ ਆ ਗਈ ਇਹ ਗੱਲ ਤੇ ਕਿਤੇ ਇਦਾਂ ਤੇ ਨਹੀਂ ਕਰਾਉਣ ਨੂੰ ਅਗਲਾ ਦਾ ਕੰਮ। ਨਹੀਂ, ਸੰਧਾਲੀਆ ਸਾਹਿਬ ਬਹੁਤ ਜਾਣੀ ਕਮਾਲ ਦਾ ਪੁਆਇੰਟ ਆ ਇਹ ਕਿ ਕੋਈ ਬੰਦਾ 1 ਸਕਿੰਟ ਦੇ ਵਿੱਚ ਕਿਸਾਨਾਂ ਦੇ ਆਗੂਆਂ ਦੇ ਖਿਲਾਫ ਟਿੱਪਣੀ ਕਰ ਦਿੰਦਾ, ਕੋਈ ਨਿਹੰਗ ਸਿੰਘ ਜਥੇਬੰਦੀਆਂ ਦੇ। ਨਾ ਤਾਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਮਾੜੀਆਂ, ਨਾ ਸਾਰੇ ਕਿਸਾਨ ਆਗੂ ਮਾੜੇ ਆ, ਪਰ ਅਸੀਂ 1 ਸਕਿੰਟ ਦੇ ਵਿੱਚ ਆਪਣਾ ਵਿਜ਼ਨ ਕਿੱਦਾਂ ਬਣਾ ਲੈਨੇ, ਇੱਕ ਪਾਸਾ ਦੇਖ ਕੇ ਦੂਜਾ ਪਾਸਾ ਦੇਖਦੇ ਹੀ ਨਹੀਂ। ਹੁਣ ਤੁਸੀਂ ਇੱਥੇ ਦੇਖੋ, ਮਸਲਾ ਕੀ ਸੀ ਕਿ 3 ਖੇਤੀਬਾੜੀ ਕਾਨੂੰਨਾਂ ਦਾ ਧਿਆਨ ਪਰੇ ਹੋ ਗਿਆ, ਲਖੀਮਪੁਰ ਖੀਰੀ ਵਾਲੀ ਘਟਨਾ ਦਾ ਧਿਆਨ ਪਰੇ ਹੋ ਗਿਆ, ਅਸੀਂ ਆਪਸ ਦੇ ਵਿੱਚ ਹੀ ਲੜਨ ਲੱਗ ਪਏ। ਤੇ ਰੌਲਾ ਤੇ ਇਸੇ ਗੱਲ ਦਾ ਕਿ ਆਪਣੀ ਭਾਈਚਾਰਕ ਸਾਂਝ ਨਾ ਤੋੜਿਓ, ਜੇ ਉਹ ਟੁੱਟ ਗਈ ਇਹੀ ਅਗਲੇ ਚਾਹੁੰਦੇ ਨੇ। ਹੁਣ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਦਾ ਜ਼ਿਕਰ ਕਰਦੇ ਆ, ਉਹ ਕਹਿੰਦੇ ਮੈਂ ਅੰਮ੍ਰਿਤਸਰ ਤੇ ਤਰਨਤਾਰਨ, ਉਪ ਮੁੱਖ ਮੰਤਰੀ ਨੇ, ਗ੍ਰਹਿ ਵਿਭਾਗ ਉਹਨਾਂ ਦੇ ਕੋਲ ਹੈ, ਕਹਿੰਦੇ ਮੈਂ ਅੰਮ੍ਰਿਤਸਰ ਤੇ ਤਰਨਤਾਰਨ ਦੋਨਾਂ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਕਹਿਤਾ ਕਿ ਪਤਾ ਕਰਾਓ ਲਖਵੀਰ ਸਿੰਘ ਜਿਹੜਾ ਹੈ, ਜੋ ਆਰਥਿਕ ਤੌਰ ਤੇ ਕਮਜ਼ੋਰ ਸੀ, ਉਹਦੇ ਪਰਿਵਾਰ ਨੇ ਆਖਿਆ ਕਿ ਰੁਪਈਏ ਤਾਂ 50 ਸੀ ਕੋਲ, ਉਹ ਕਿਹਦੇ ਨਾਲ ਗਿਆ, ਉਹਨੂੰ ਕੌਣ ਲੈ ਕੇ ਗਿਆ, ਉਹਦਾ ਕਿਹਦੇ ਨਾਲ ਸੰਪਰਕ ਹੁੰਦਾ ਸੀ। ਉਹ ਕਹਿੰਦੇ ਸਾਜ਼ਿਸ਼ ਲੱਗਦੀ ਹੈ ਕਿ ਇੱਕ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸੰਬੰਧਿਤ ਬੰਦੇ ਨੂੰ ਕੋਈ ਬੰਦਾ ਉੱਥੇ ਲੈ ਕੇ ਗਿਆ, ਉੱਥੇ ਜਾ ਕੇ ਉਹਦਾ ਕਤਲ ਹੋਇਆ। ਹੁਣ ਜਿਹੜੀਆਂ ਜਥੇਬੰਦੀਆਂ ਅੱਗੇ ਆਉਂਦੀਆਂ ਸੀ ਉਹਨਾਂ ਦੀਆਂ ਕੁਝ ਤਸਵੀਰਾਂ ਕੇਂਦਰ ਸਰਕਾਰ ਦੇ ਕੁਝ ਮਿਨਿਸਟਰਾਂ ਦੇ ਨਾਲ ਸਾਹਮਣੇ ਆਈਆਂ। ਪਤਾ ਲੱਗਣਾ ਚਾਹੀਦਾ ਕਿ ਅਸਲ ਦੇ ਵਿੱਚ ਕੋਈ ਸਾਜ਼ਿਸ਼ ਤਾਂ ਨਹੀਂ। ਉਹ ਕਹਿੰਦੇ ਮੈਂ ਵਾਅਦਾ ਕਰਦਾ ਕਿ ਪਤਾ ਲਾ ਕੇ ਰਹਾਂਗੇ, ਦੋਸ਼ੀ ਬੰਦਿਆਂ ਨੂੰ ਸਜ਼ਾ ਵੀ ਮਿਲੂ, ਜਿਹੜੇ ਵੀ ਬੰਦੇ ਨੇ ਕੋਈ ਸਾਜ਼ਿਸ਼ ਕੀਤੀ ਹੋਈ, ਭਾਵੇਂ ਬੇਅਦਬੀ ਦੇ ਮੁੱਦੇ ਤੇ ਹੈ ਤੇ ਭਾਵੇਂ ਕਿਸੇ ਨੂੰ ਕਤਲ ਕਰਨ ਦੇ ਮੁੱਦੇ ਤੇ। ਹੁਣ ਜੇ ਪੰਜਾਬ ਸਰਕਾਰ ਵੀ ਅੱਗੇ ਆ ਗਈ, ਉਹ ਵੀ ਕਹਿੰਦੇ ਅਸੀਂ ਜਾਂਚ ਪੜਤਾਲ ਕਰਾਂਗੇ, ਕਿਉਂਕਿ ਲਖਵੀਰ ਦਾ ਪਰਿਵਾਰ ਤਾਂ ਅੱਗੇ ਕਹਿੰਦਾ ਸੀ ਕਿ ਭਾਈ ਪਰੇ ਹੋ ਕੇ ਲਖਵੀਰ ਗੱਲਾਂ ਕਰਦਾ ਹੁੰਦਾ ਸੀ, ਤੇ ਮੁੜ ਕੇ ਸਾਨੂੰ ਕਹਿੰਦਾ ਸੀ ਇੱਕ ਵੱਡੇ ਬੰਦੇ ਨਾਲ ਗੱਲ ਚੱਲਦੀ ਹੈ। ਉਹ ਵੱਡਾ ਬੰਦਾ ਕੌਣ ਹੈ, ਉਹਨੂੰ ਉੱਥੋਂ ਲੈ ਕੇ ਕੌਣ ਗਿਆ, ਉੱਥੇ ਜਾ ਕੇ ਹੁਣ ਇਹ ਕਿਸਾਨ ਜਥੇਬੰਦੀਆਂ ਨੇ ਵੀ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਨੇ ਤੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਭਾਈ ਪਤਾ ਕਰਨਾ ਚਾਹੀਦਾ ਇਹਨੂੰ ਇੱਥੇ ਕੌਣ ਲੈ ਕੇ ਆਇਆ, ਉਹਨੂੰ ਕਿਉਂ ਨਾਲ ਰੱਖਿਆ ਗਿਆ ਸੀ, ਕੀ ਉਹਦਾ ਅਗਲਾ ਪਿਛਲਾ ਕੰਮ ਪਤਾ ਕਰ ਲਿਆ ਸੀ। ਮੱਥਾ ਟੇਕ ਕੇ ਜਾਣਾ ਕਹਿੰਦੇ ਵੱਖਰੀ ਗੱਲ ਹੈ। ਹੁਣ ਨਿਹੰਗ ਸਿੰਘ ਜਥੇਬੰਦੀਆਂ ਦਾ ਆਪਣਾ ਪੁਆਇੰਟ ਹੈ, ਗੁਰਮੀਤ ਸਿੰਘ ਪਿੰਕੀ ਦਾ ਆਪਣਾ ਪੁਆਇੰਟ ਹੈ, ਕਿਸਾਨ ਜਥੇਬੰਦੀਆਂ ਦਾ ਆਪਣਾ, ਭਾਜਪਾ ਦਾ ਆਪਣਾ ਤੇ ਕਾਂਗਰਸ ਦਾ ਆਪਣਾ। ਮਤਲਬ ਇਹ ਸਾਰੇ ਕੁਝ ਨੂੰ ਹੁਣ ਆਪਾਂ ਇੱਥੇ ਫਿਰ ਇੱਕ ਵਾਰ, ਜਦੋਂ ਇਸ ਤੋਂ ਪਹਿਲਾਂ ਕਿ ਤੁਸੀਂ ਫਿਰ ਘੁੰਮਣ ਦੇ ਵਿੱਚ ਵਿਚਾਰ ਬਣਾਓ, ਆਪਾਂ ਫਿਰ ਇੱਥੇ ਰੋਕ ਲਈਏ। ਇਹ ਸਾਰੇ ਕੁਝ ਨੂੰ ਫਿਰ ਦੂਰ ਖੜ ਕੇ ਦੇਖਣ ਦੀ ਲੋੜ ਆ। ਫਿਰ ਤੁਹਾਨੂੰ ਦੂਰੋਂ ਨਜ਼ਰ ਆਊਗਾ ਕਿ ਕਿਹੜੀ ਤਾਰ ਕਿੱਥੋਂ ਜੁੜਦੀ ਆ, ਕਿਹੜੀ ਕਤਾਰ ਕਿੱਧਰ ਨੂੰ ਬਣਦੀ ਆ, ਤੇ ਮੋਟੀ ਜੀ ਤਸਵੀਰ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਬਣਨ ਵੀ ਲੱਗ ਪਈ ਅਸਲ 'ਚ ਹੋਇਆ ਕੀ ਹੋਊਗਾ। ਕਿਉਂਕਿ ਸਾਰੇ ਕੁਝ ਦੀ ਗੱਲ ਉਦੋਂ ਆਪਾਂ ਕਰ ਰਹੇ ਹਾਂ ਜਦੋਂ ਪੰਜਾਬ ਦੇ ਵਿੱਚ BSF ਨੂੰ 15 ਤੋਂ 50 ਕਿਲੋਮੀਟਰ ਤੱਕ ਕਰ ਦਿੱਤਾ ਗਿਆ, ਤੇ ਉਹਦੀ ਗੱਲ ਹੁਣ ਕੋਈ ਕਰ ਨਹੀਂ ਰਿਹਾ। ਸੰਧਾਲੀਆ ਸਾਹਿਬ ਤੇ ਜਾਂਦੇ ਆ, ਕਿਉਂਕਿ ਸਮੇਂ ਦੀ ਸਮਾਪਤੀ ਹੈ, ਕਿ 1 ਸਾਲ ਤੋਂ ਇਹੀ ਹੋਕਾ ਹੈ ਕਿ ਇੱਕ ਰਿਓ। ਘਾਟਾਂ ਵੀ ਹੋਣਗੀਆਂ, ਕਮਜ਼ੋਰੀਆਂ ਵੀ ਹੋਣਗੀਆਂ ਅੰਦਰੂਨੀ ਤੰਤਰ 'ਚ, ਪਰ ਉਹਨਾਂ ਘਾਟਾਂ ਤੇ ਕਮਜ਼ੋਰੀਆਂ ਨੂੰ ਵੱਡਿਆਂ ਕਰਨ ਦੀ ਕੋਸ਼ਿਸ਼ ਹੈ। ਤੁਸੀਂ ਉਹਨੂੰ ਮੁਕਾਉਣਾ ਹੈ, ਤੇ ਜੇ ਆਪਸ ਵਿੱਚ ਲੜ ਪਏ ਫਿਰ ਪੰਜਾਬ ਦਾ ਕੋਈ ਬਾਲੀ ਵਾਰਸ ਨਹੀਂ ਰਹਿਣਾ। ਚਲਿਏ ਜੀ, ਬਹੁਤ ਸ਼ੁਕਰੀਆ। ਔਰ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ, ਇੱਕ ਅੱਗੇ ਸ਼ੇਅਰ ਵੀ ਕਰਦਿਆ ਕਰੋ ਜੇ ਤੁਹਾਨੂੰ ਠੀਕ ਲੱਗੇ। ਬਾਕੀ ਆਪਣਾ ਉਹ ਲਾਈਕ ਵਾਲਾ ਕੰਮ ਤੁਸੀਂ ਕਰ ਦਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਕਿਉਂਕਿ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜੋ ਵੀ ਸਹੀ ਸਟੀਕ ਜਿੱਦਾਂ ਦੀ ਵੀ ਜਾਣਕਾਰੀ ਹੈ ਤੁਹਾਡੀ ਕਚਹਿਰੀ 'ਚ ਰੱਖਦੀ ਹੈ, ਉਸ ਤੋਂ ਬਾਅਦ ਡਿਸੀਜਨ ਫੈਸਲਾ ਤੁਸੀਂ ਆਪ ਕਰਨਾ। ਤਾਂ ਸੁਣਦੇ ਦੇਖਦੇ ਰਹਿਣਾ ਜੀ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।